ओह बिल्कुल ठीक। जी प्रदीप जी। हाँ जी, रिकॉर्डिंग स्टार्ट होगी। रल मिल के बैठ के गुरु ग्रंथ साहब जी के दर्शन करी साध संगत जी। वाहिगुरु जी का खालसा वाहिगुरु जी की फतेह। गुरु ग्रंथ साहब जी ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1073 1073 ਨੰਬਰ ਅੰਕ ਤੇ ਅੱਗੋਂ ਪਾਠ ਕਰਨਾ ਹੈ। ਮਾਰੂ ਰਾਗ ਵਿੱਚ ਪੰਜਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ 16 ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ ਕੱਲ ਤੱਕ ਤੀਜੇ 16 ਦੇ 3 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ ਤੇ ਅੱਜ ਅੱਗੋਂ ਪਾਠ ਕਰਨਾ ਹੈ। साचा तखत सच्ची पातशाही, सच खजीना साचा शाही, आपे सच धारियो सब साचा, सच्चे सच वरती जाहे, साचा तखत सच्ची पातशाही, सच खजीना साचा शाही, आपे सच धारियो सब साचा, सच्चे सच वरती जाहे, साचा तखत सच्ची पातशाही। तखत तो पाओ राज कह लिए, साचा तो पाओ सदैव रहने वाला, पातशाही वो परमात्मा दा राज कह लीए, उस परमात्मा दा तखत, उस परमात्मा दी पातशाही, सच खजीना उस दे खजीने, साचा शाही उस दे हुक्म सदैव रहने वाले हैं। दुनियावी तौर ते असी सिंहासन तकीए सदैव रहने वाले नहीं हैं। आज किसी दा राज है, कल किसी दा होएगा, परसों किसी और दा होएगा, लेकिन वो परमात्मा आद सच जुगात सच है भी सच, नानक होसी भी सच, सदैव रहने वाला है। साचा तखत, उदा तखत भी सच्चा है, उदी पातशाही भी सच्ची है, उसदे हुक्म विच सारी सृष्टि बजी हुई है ते उसदे हुक्म विच ही सारे कार विहार कर रहे। भै विच पवन वे सदमाओ, भै विच चले लख दरियाओ, भै विच अगन कढे वे गार, भै विच धरती दबी पार, पूरा शब्द भै तो पावे उहदे हुक्म विच। साचा तखत सच्ची पातशाही, ਅਸੀਂ ਹੁਣ ਤਖਤ ਨੂੰ ਵੀ ਸਮਝਣਾ ਕਰੀਏ ਨਾ। ਸਿੱਖੀ ਵਿੱਚ ਵੀ 5 ਤਖਤ ਪ੍ਰਚਲਿਤ ਹਨ, ਪਹਿਲਾਂ 4 ਕਹੇ ਜਾਂਦੇ ਹਨ, ਉਸ ਤੋਂ ਪਹਿਲਾਂ ਸ਼ਾਇਦ 3 ਸਨ ਤੇ ਅੱਜ 5 ਤਖਤ ਹਨ ਸਿੱਖੀ ਦੇ ਅੰਦਰ ਵੀ ਅਸੀਂ ਤੱਕੀਏ। ਮਿਸਤਰੀ ਨੇ ਅੱਜ ਨਹੀਂ ਆਣਾ, ਮਿਸਤਰੀ ਨੇ ਅੱਜ ਨਹੀਂ ਆਣਾ। ਹਾਂ ਬਾਪੂ ਜੀ ਆਪ ਜੀ ਦੀ, ਬਾਪੂ ਜੀ ਦੀ ਆਡੀਓ ਮਿਊਟ ਕਰ ਦਿਓ ਜੀ। ਤਖਤ ਵੀ ਅਸੀਂ ਧਿਆਨ ਦਈਏ ਨਾ, ਸਾਡੇ ਅਸੀਂ ਉਹ ਕਹਿ ਲਈਏ ਤਖਤ ਬੜੀ ਇੰਪੋਰਟੈਂਸ ਅਸੀਂ ਮੰਨਦੇ ਹਾਂ ਕਿ ਬਹੁਤ ਇੰਪੋਰਟੈਂਟ ਹੈ, ਪਰ ਇਹ ਗੱਲ ਧਿਆਨ ਦੇਣ ਦਾ ਜ਼ਰੂਰਤ ਹੈ, ਤਖਤ ਕਿਸੇ ਬਿਲਡਿੰਗ ਦਾ ਨਾਮ ਨਹੀਂ ਹੈ। ਤਖਤ ਅਸੀਂ ਕਿਸੇ ਬਿਲਡਿੰਗ ਨੂੰ ਸਮਝ ਲੈਂਦੇ ਹਾਂ ਤੇ ਉਸ ਬਿਲਡਿੰਗ ਤੋਂ ਜਾਰੀ ਹੋਏ ਸਾਰੇ ਫਰਮਾਨਾਂ ਨੂੰ ਅਸੀਂ ਹੁਕਮ ਸਮਝ ਲੈਂਦੇ ਹਾਂ ਕਿ ਉਸ ਤਖਤ ਤੋਂ ਹੁਕਮ ਜਾਰੀ ਹੋਏ ਹਨ ਤੇ ਸਾਡੇ ਸਾਰਿਆਂ ਤੇ ਲਾਗੂ ਹਨ। ਜਿਹੜੇ ਹੁਕਮ ਤਖਤ ਤੋਂ ਲਾਗੂ ਹੁੰਦੇ ਹਨ ਨਾ, ਉਸਦੀ ਬਸ ਇੱਕ ਵਾਰੀ ਪਰਚੋਲ ਕਰ ਲਈਏ, ਕਿਉਂਕਿ ਸੱਚਾ ਪਾਤਸ਼ਾਹ ਅਸੀਂ ਅਗਰ ਕਹਿੰਦੇ ਆ ਨਾ, ਉਸ ਪਰਮਾਤਮਾ ਲਈ ਅਸੀਂ ਇਸਤੇਮਾਲ ਕਰਦੇ ਆ ਤੇ ਸਾਡੇ ਲਈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਜਿਹੜੇ ਹਨ, ਗੁਰੂ ਗ੍ਰੰਥ ਸਾਹਿਬ ਜੀ ਹਨ, ਤੇ ਉਹ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਦੇ ਉੱਤੇ, ਕਿਉਂਕਿ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦਾ ਚੱਲਣਾ, ਕਸਵੱਟੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਪਾਤਸ਼ਾਹ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਸਾਚਾ ਤਖਤ ਸੱਚੀ ਪਾਤਸ਼ਾਹੀ, ਸੱਚ ਖਜ਼ੀਨਾ। ਹੁਣ ਜ਼ਿਕਰ ਆ ਰਿਹਾ ਹੈ ਖਜ਼ੀਨਾ ਦਾ।
ਖਜ਼ਾਨਾ ਅਸੀਂ ਉਹ ਪਰਮਾਤਮਾ ਗੁਣਾਂ ਦਾ ਭੰਡਾਰਾ ਹੈ। ਖਜ਼ਾਨਾ ਤੋਂ ਭਾਵੇਂ ਖਜ਼ਾਨਾ, ਉਹ ਪਰਮਾਤਮਾ ਗੁਣਾਂ ਦਾ ਭੰਡਾਰਾ ਹੈ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਹੈ। ਪਰ ਧਿਆਨ ਦਈਏ ਕਿੰਨੀ ਖੂਬਸੂਰਤ ਖੇਡ ਉਸ ਪਰਮਾਤਮਾ ਨੇ ਬਣਾਈ ਹੈ। ਗੁਣ ਸਰੂਪ ਉਹ ਪਰਮਾਤਮਾ ਹਰ ਪਾਸੇ ਵਿਚਰ ਰਿਹਾ। ਉਹ ਗੁਣਾ ਰੂਪ ਪਰਮਾਤਮਾ ਹਰ ਜੀ ਦੇ ਅੰਦਰ ਵੀ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਪਰ ਸਾਡੀ ਉਸ ਦੇ ਨਾਲ ਸਾਂਝ ਨਹੀਂ ਬਣ ਰਹੀ। ਅੰਦਰ ਖੋਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਏ ਪਨਹਾਰੀ। ਸਾਡੇ ਅੰਦਰ ਉਹ ਖਜ਼ਾਨਾ ਮੌਜੂਦ ਹੈ। ਪਰਮਾਤਮਾ ਜੋ ਗੁਣਾ ਦਾ ਭੰਡਾਰਾ ਹੈ, ਸਾਡੇ ਅੰਦਰ ਉਹ ਖਜ਼ਾਨਾ ਉਹ ਪਰਮਾਤਮਾ ਨੇ ਭਰਿਆ ਹੋਇਆ ਹੈ। ਪਰ ਉਸ ਖਜ਼ਾਨੇ ਦੇ ਨਾਲ ਸਾਡੀ ਸਾਂਝ ਬਣ ਨਹੀਂ ਪਾ ਰਹੀ। ਉਸ ਖਜ਼ਾਨੇ ਨਾਲ ਸਾਡੀ, ਦੇਖੋ ਕਿੰਨਾ ਖੂਬਸੂਰਤ ਖੇਡ ਉਸ ਪਰਮਾਤਮਾ ਨੇ ਬਣਾਇਆ, ਕਿੰਨੀ ਖੂਬਸੂਰਤ, ਇੰਨੀ ਖੂਬਸੂਰਤ ਰਚਨਾ ਬਣਾਈ ਹੈ। ਇਸ ਰਚਨਾ ਦਾ ਮਾਲਕ ਉਹ ਪਰਮਾਤਮਾ ਆਪ ਹੈ। ਜੀ ਜੰਤ ਵੀ ਉਸਨੇ ਬਣਾਇਆ, ਮਨੁੱਖਾਂ ਨੂੰ ਵੀ ਉਸਨੇ ਬਣਾਇਆ, ਲੇਕਿਨ ਕਰਮਾਂ ਕਰਕੇ ਮਲਕੀਅਤ ਸਾਨੂੰ ਦੇ ਦਿੱਤੀ ਹੈ। ਅੰਦਰ ਖਜ਼ਾਨਾ ਹੈ, ਖਜ਼ਾਨੇ ਨਾਲ ਸਾਡੀ ਸਾਂਝ ਨਹੀਂ ਬਣ ਪਾ ਰਹੀ। ਅਸੀਂ ਆਪਣੇ ਮਨ ਮੁਤਾਬਿਕ ਵਿਕਾਰਾਂ ਦੀ ਗੁਲਾਮੀ ਦੇ ਵਿਚਕਾਰ ਅਸੀਂ ਮਨ ਮੁਤਾਬਿਕ ਕਰਮ ਕਰੀ ਜਾਂਦੇ ਹਾਂ ਤੇ ਉਸ ਪਰਮਾਤਮਾ ਤੋਂ ਅਸੀਂ ਦੂਰ ਹੁੰਦੇ ਰਹਿੰਦੇ ਹਾਂ। ਤੇ ਗੁਰੂ ਸਾਹਿਬ ਸਮਝਾਣਾ ਕਰ ਰਹੇ ਹਨ, ਸੱਚ ਖਜ਼ੀਨਾ, ਸਾਚਾ ਸ਼ਾਹੀ, ਉਹ ਗੁਣਾ ਰੂਪ ਖਜ਼ਾਨਾ, ਉਹ ਗੁਣਾ ਭਰਪੂਰ ਪਰਮਾਤਮਾ ਸਾਡੇ ਅੰਦਰ ਵੀ ਮੌਜੂਦ ਹੈ ਔਰ ਸਦੀਵ ਅਟਲ ਹੈ, ਸਦੀਵ ਰਹਿਣ ਵਾਲਾ ਹੈ। ਸਾਚਾ ਸ਼ਾਹੀ, ਉਸਦਾ ਹੁਕਮ ਸਦੀਵ ਵਰਤਣ ਵਾਲਾ ਹੈ। ਸ਼ਾਹੀ ਤੋਂ ਭਾਵ ਸ਼ਾਹ ਹੈ, ਸਦੀਵ ਰਹਿਣ ਵਾਲਾ ਹੈ। ਉਹਦੀ ਹੁਕੂਮਤ ਬਦਲਣ ਵਾਲੀ ਨਹੀਂ ਹੈ। ਅਸੀਂ ਕਹੀਏ ਕਿ ਅੱਜ ਪਰਮਾਤਮਾ ਰਾਜ ਕਰ ਰਿਹਾ, ਕੱਲ ਨੂੰ ਕੋਈ ਹੋਰ ਆ ਜਾਏਗਾ, ਨਹੀਂ। ਸਾਚਾ ਸ਼ਾਹੀ ਸਦੀਵ ਰਹਿਣ ਵਾਲਾ ਹੈ। ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀਜਾ ਹੈ। ਆਪੇ ਸੱਚ ਧਾਰਿਓ ਸਭ ਸਾਚਾ। ਉਸ ਪਰਮਾਤਮਾ ਨੇ ਸੱਚ ਧਾਰਿਓ, ਧਾਰਿਓ ਤੋਂ ਭਾਵੇਂ ਧਾਰਨ ਕੀਤਾ ਹੋਇਆ, ਸੱਚ ਦਾ ਆਸਰਾ ਸਾਰਿਆਂ ਨੂੰ ਦਿੱਤਾ ਹੋਇਆ। ਧਾਰਿਓ ਤੋਂ ਭਾਵ ਆਸਰਾ ਦੇਣਾ। ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀ ਜਾਏ। ਤੇ ਉਹ ਪਰਮਾਤਮਾ ਗੁਣ ਰੂਪ ਹੋ ਕੇ ਸਭ ਥਾਵਾਂ ਤੇ ਵਰਤੀਜਾ ਹੈ, ਸਾਰਿਆਂ ਵਿੱਚ ਮੌਜੂਦ ਰਹਿ ਕੇ ਵਰਤ ਰਿਹਾ। ਉਹ ਪਰਮਾਤਮਾ ਗੁਣਾ ਰੂਪ ਪਰਮਾਤਮਾ ਹਰ ਪਾਸੇ ਵਰਤ ਵੀ ਰਿਹਾ। ਜੀ ਇਕਬਾਲ ਵੀਰ ਜੀ। ਸਾਚਾ ਤਖਤ ਸੱਚੀ ਪਾਤਸ਼ਾਹੀ। ਤਖਤ ਕਿਸ ਦਾ? ਉਸ ਮਾਲਕ ਦਾ। ਮਾਲਕ ਦਾ ਜਿਹੜਾ ਤਖਤ ਹੈ ਉਹ ਸੱਚ ਹੈ, ਸਦਾ ਕਾਇਮ ਰਹਿਣ ਵਾਲਾ। ਭਾਵ ਜਿਹੜਾ ਪਰਮਾਤਮਾ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ, ਰਮਣ ਜਾਣਾ ਹੀ, ਰਮਣ ਹੋਣਾ ਹੀ ਤਖਤ ਤੇ ਬੈਠਣਾ ਹੈ। ਤਖਤ ਸਾਰਾ ਸੰਸਾਰ ਹੈ ਉਹਦਾ, ਭਾਵ ਸੰਸਾਰ ਵਿੱਚ ਰਮਿਆ ਹੋਇਆ, ਸਰਵ ਵਿਆਪਕ ਹੈ, ਉਹਦਾ ਸਾਚਾ ਤਖਤ ਹੈ। ਸੱਚੀ ਪਾਤਸ਼ਾਹੀ ਉਹਦੀ ਚੇਤਨ ਸਤਾ, ਕਿਉਂਕਿ ਉਹ ਸਦ ਸੁਣਦਾ, ਸਦ ਵੇਖਦਾ ਹੈ। ਇਸ ਕਰਕੇ ਉਹਦੀ ਜਿਹੜੀ ਪਾਤਸ਼ਾਹੀ ਬਾਦਸ਼ਾਹਤ ਹੈ ਉਹ ਸਦਾ ਕਾਇਮ ਰਹਿਣ ਵਾਲੀ ਸੱਚੀ ਹੈ। ਸਦਾ ਸਦ ਸੁਣਦਾ, ਸਦ ਵੇਖਦਾ ਹੈ। ਇੱਕ ਓਂਕਾਰ ਹੈ, ਕਾਰ ਹੈ, ਉਸ ਕਾਰ ਸਾਰੇ ਸੰਸਾਰ ਤੇ ਲਗਾਤਾਰ ਚੱਲ ਰਹੀ ਹੈ। ਭਾਵ ਕਿ ਸੱਚੀ ਪਾਤਸ਼ਾਹੀ ਉਹਦੀ ਕਾਇਮ ਹੈ। ਸੱਚ ਖਜ਼ਾਨਾ, ਸਾਚਾ ਸ਼ਾਹੀ। ਹੁਣ ਉਹਦਾ ਖਜ਼ਾਨਾ ਭਾਵ ਉਹਦੇ ਭੰਡਾਰੇ ਜਿਹੜੇ ਆ ਉਹ ਸਦਾ ਕਾਇਮ ਰਹਿਣ ਵਾਲੇ ਤੋਂ ਭਾਵ ਨਾ ਮੁੱਕਣ ਵਾਲੇ ਆ। ਕੁੱਟ ਭੰਡਾਰੇ, ਉਹਦੇ ਭੰਡਾਰੇ ਸਦਾ ਹੀ ਕਾਇਮ ਰਹਿਣ ਵਾਲੇ ਆ। ਸਾਚਾ ਸ਼ਾਹੀ ਤੇ ਉਹਦੀ ਜਿਹੜੀ ਬਾਦਸ਼ਾਹ ਹੈ ਤਾਂ ਉਹਦਾ ਗੁਣ ਹੈ
ਉਹ ਸਦਾ ਕਾਇਮ ਰਹਿਣ ਵਾਲੀ ਉਹਦੀ ਜਿਹੜੀ ਪਾਤਸ਼ਾਹੀ ਸ਼ਾਹ ਦੀ ਸ਼ਾਹੀ ਹੁੰਦੀ। ਸ਼ਾਹ ਜਿਹੜਾ ਹੈ ਨਾਉਨ ਹੈਗਾ, ਸ਼ਾਹੀ ਜਿਹੜੀ ਇਸਤਰੀ ਲਿੰਗ ਸ਼ਬਦ ਹੈਗਾ, ਇਸ ਕਰਕੇ ਸ਼ਾਹੀ ਉਹਦੀ ਕਿਰਤ ਹੈ ਸੱਚੇ ਦੀ। ਜਿਹੜਾ ਸੱਚਾ ਹੈ ਉਹਦੀ ਬਾਦਸ਼ਾਹ ਜਾਂ ਉਹਦੀ ਪਾਤਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ। ਆਪੇ ਸੱਚ ਧਾਰਿਓ, ਸੱਚ ਧਾਰਿਓ ਭਾਵ ਸਦਾ ਸਿਰ ਆਪ ਹੀ ਹੈ। ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀਜਾ ਹੈ। ਪ੍ਰਮਾਤਮਾ ਜਿਹੜਾ ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਆਪੇ ਸੱਚ ਧਾਰਿਓ ਸਭ ਸਾਚਾ, ਜਿਹੜਾ ਸੰਸਾਰ ਹੈ ਜਗਤ ਹੈ ਉਸਨੂੰ ਆਪ ਹੀ ਧਾਰਨ ਕੀਤਾ ਹੋਇਆ, ਭਾਵ ਉਹਨੂੰ ਆਪ ਹੀ ਆਪਣੇ ਹੁਕਮ ਵਿੱਚ ਚੱਲ ਕੇ ਜਾਂ ਆਪਣੇ ਸਿਧਾਂਤ ਅਨੁਸਾਰ ਜਾਂ ਆਪ ਸਰਵ ਵਿਆਪਕ ਹੋ ਕੇ ਉਹਨੂੰ ਧਾਰਨ ਕੀਤਾ ਹੋਇਆ। ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀਜਾ ਹੈ। ਤੇ ਜਿਉ ਜਿਹੜੀ ਉਹਦੀ ਕਾਰ ਹੈ ਸੱਚੋ ਸੱਚ, ਸੱਚੋ ਹੀ ਸੱਚ ਹੈ, ਵਰਤਦੀ ਹੈ, ਭਾਵ ਉਹਦਾ ਜਿਹੜਾ ਕਰਮ ਹੈ, ਉਹਦੀ ਜਿਹੜੀ ਕਾਰ ਹੈ ਉਹ ਸੱਚ ਦਾ ਨਿਬੇੜਾ ਕਰਦੀ ਆ, ਉਹ ਨਿਆਂ ਕਰਦੀ ਹੈ, ਭਾਵ ਸਦਾ ਇੱਕ ਰਸ ਸਾਰਿਆਂ ਨਾਲ ਇੱਕੋ ਜਿਹਾ ਵਰਤਦਾ, ਕੋਈ ਭੇਦ ਭਾਵ ਨਹੀਂ ਕਰਦਾ। ਸੱਚੋ ਸੱਚ ਵਰਤੀਜਾ ਹੈ, ਭਾਵ ਉਹ ਵਿਤਕਰਾ ਨਹੀਂ ਕਰਦਾ, ਇੱਕੋ ਜਿਹਾ ਨਿਆਂ ਕਰਦਾ ਹੈ, ਪੂਰਾ ਨਿਆਂ ਕਰੇ ਕਰਤਾਰ। ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀਜਾ ਜੀ। ਧੰਨਵਾਦ। ਉਹ ਪ੍ਰਮਾਤਮਾ ਨਿਰਵੈਰ ਹੈ ਤੇ ਕਿਸੇ ਦੇ ਨਾਲ ਵੈਰ ਨਹੀਂ ਕਰਦਾ, ਇੱਕੋ ਜਿਹਾ ਵਰਤਦਾ ਹੈ। ਧੰਨਵਾਦ ਇਕਬਾਲ ਵੀਰ ਜੀ। ਜੀ ਅਰਵਿੰਦਰ ਵੀਰ ਜੀ। ਅਸੀਂ ਜਿਹੜਾ ਕੱਲ ਵੀ ਜਿੱਤੇ ਸ਼ਬਦ ਦੇ ਕੇ ਆਏ ਸੀ ਨਾ ਕਿ ਜਿੱਥੋਂ ਦੀ ਇਹ 16 ਜਿਹੜੇ ਸ਼ੁਰੂ ਹੋਏ ਨੇ, ਉਹਦਾ ਨਾ ਸਾਰਾ ਵੀ ਉਹ ਗੁਰੂ ਮਾਨੋ ਸਾਨੂੰ ਰੱਬੀ ਹਸਤੀ, ਵੀ ਰੱਬ, ਤੂੰ ਰੱਬ ਜਿਹਨੂੰ ਸਮਝਣਾ ਹੈ ਉਹਦੀ ਸਾਂਝ ਗੁਰੂ ਕੋਲੋਂ ਲੈਣਾ। ਕੱਲ ਵੀ ਜਿਤਨੇ ਵੀ ਕਹ ਲੋ, ਜਿਤਨੇ ਰੱਬ ਦੇ ਐਡਜੈਕਟਿਵਸ ਨੇ ਜਾਂ ਰੱਬ ਕਿਸ ਸਮਰੱਥਾ ਦਾ ਮਾਲਕ ਹੈ, ਵੀ ਆਨੰਦ ਆਨੰਦੀ, ਉਹ ਸਦਾ ਆਨੰਦ ਕਰੇ, ਆਨੰਦ ਆਨੰਦੀ ਮੇਰਾ, ਘਟ ਘਟ ਪੂਰਨ सिर सिर है नबेरा, सिर शाह के सच्चा साहिब, अवर नहीं को दूजा है, बेहरखवंत आनंत दयाला, प्रगट रहो प्रभ सर्व उजाला, रूप करे कर वेखै विकसै, आपे ही आप पूजा है, आपे कुदरत करे विचारा। ਇਹ ਸਾਰਾ ਕੱਲ ਜਿਤਨੇ ਤ੍ਰੈ ਬੰਦ ਵਿਚਾਰੇ ਸਨ ਗੁਰੂ, ਇਹ ਤਕਰੀਬਨ ਇਹ ਸੋਹਲ ਸਾਹਿਬ ਜਿਹੜਾ ਕੋਈ ਸਿਮਿਲਰ ਉਹ ਜਿਹੜੀ ਪੈਟਰਨ ਜਿਹੜੀ ਨਾ ਹਜੇ ਤੱਕ ਕੋਈ ਚੱਲੀ ਆਉਂਦੀ ਪਈ ਹੈ, ਉਹ ਮਾਲਕ ਦੀ ਹੋਰ ਜਾਣਕਾਰੀ ਕਹਿ ਲਓ। ਵੀ ਜੇ ਤੂੰ ਕਿਸੇ ਤੇ ਆਸਥਾ ਬੰਨਣੀ ਹੈ, ਜੇ ਤੂੰ ਆਪਣੇ ਕਿਸੇ ਨੂੰ ਆਪਣਾ ਇਸ਼ਟ ਮੰਨਣਾ ਹੈ, ਉਹਦੇ ਬਾਰੇ ਗੁਰੂ ਤੈਨੂੰ ਹੋਰ ਜਾਣਕਾਰੀ ਜਿਹੜੀ ਨਾ ਹੋਰ ਦੇਈ ਜਾਂਦੇ ਪਏ ਨੇ। ਫਿਰ ਉਹ ਜਿਹੜੇ ਅੱਜ ਦੇ ਸ਼ਬਦ ਨੇ, ਕਹਿੰਦੇ ਸੱਚਾ ਤਖਤ, ਸੱਚੀ ਪਾਤਸ਼ਾਹੀ, ਇਹ ਹਜੇ ਵੀ ਨਾ ਆਮ ਤੌਰ ਤੇ ਵੀ ਨਾ ਦੇਖੋ, ਅਸੀਂ ਕੁਝ ਲਫ਼ਜ਼ਾਂ ਦਾ ਨਾ ਜਿਹੜੀ ਪਾਵਰ ਦੀ ਖੇਡ ਹੈ ਨਾ, ਉਹਦੇ ਚ ਅਸੀਂ ਆਮ ਤੌਰ ਕਹਿੰਦੇ ਕੁਰਸੀ ਦੀ ਖੇਡ ਹੈ ਸਾਰੀ। ਵੀ ਤਖਤ ਕਿਹਨੂੰ ਮਿਲਿਆ, ਗੱਦੀ ਤੇ ਕੌਣ ਬਿਰਾਜਮਾਨ ਹੈ, ਕੁਝ ਚੀਜ਼ਾਂ ਦੀ ਨਾ ਬਹੁਤ ਸੈਂਟੀਮੈਂਟਲ ਵੈਲਿਊ ਬਹੁਤ ਹੋ ਜਾਂਦੀ। ਅਸੀਂ ਆਮ ਤੌਰ ਤੇ ਅਭੀ ਕੁਰਸੀ पे ਕੌਣ ਬੈਠਾ ਹੁਆ ਹੈ, ਬਈ ਹੁਣ ਜਿਹੜਾ ਸਿੰਘਾਸਨ ਹੈ ਨਾ, ਉਹ ਕਹਿੰਦਾ ਉਹਦਾ ਸਿੰਘਾਸਨ ਘੁਸ ਗਿਆ। ਉਹ ਕਹਿੰਦਾ ਇਹਦੀ ਉਹ ਇੱਕ ਹੋਰ ਸ਼ਬਦ ਆਉਂਦਾ ਹੈ, ਉਹ ਕਹਿੰਦਾ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ, ਨੇਹ ਚਲ ਚੌਰ ਛੱਤ। ਇਹ ਚੌਰ ਜਿਹੜਾ ਨਾ ਵੀ ਉਹ ਪਾਤਸ਼ਾਹੀ ਕਹ ਲੋ, ਤਖਤ, ਇਹਨਾਂ ਦੇ ਬੜੇ ਸੈਂਟੀਮੈਂਟਲ ਵੈਲਿਊ, ਵੀ ਇੱਕ ਦਿਕ ਨੂੰ ਬਿਲੋਂਗ ਕਰਦੀ ਹੈ। ਤੇ ਗੁਰੂ ਕਹਿੰਦਾ ਵੀ ਉਸ ਮਾਲਕ ਦਾ ਤਖਤ, ਉਹਦਾ ਸਿੰਘਾਸਨ, ਉਹ ਕਦੀ ਡੋਲਦਾ ਨਹੀਂ। ਅਸੀਂ ਇੱਥੇ ਕਹਿੰਦੇ ਵੀ ਕੁਰਸੀ ਡੋਲ ਗਈ, ਇਹਦਾ ਸਿੰਘਾਸਨ ਡੋਲ ਗਿਆ। ਰੱਬ ਪ੍ਰਥਾਈ ਐਸਾ ਬਿਲਕੁਲ ਨਹੀਂ। ਕਹਿੰਦਾ ਸੱਚਾ ਤਖਤ। ਅੱਛਾ, ਫਿਰ ਤਖਤ ਉਹਦਾ ਕੀ ਹੈ? ਕਹਿੰਦਾ ਕੁਦਰਤ ਤਖਤ ਰਚਾਇਓਨ, ਸੱਚ ਨਿਬੇੜਨ ਹਾਰ। ਉਹਦਾ ਤਖਤ ਕਿਤੇ ਵੇ, ਕੀ ਜੀ ਉਹਦੀ ਤਖਤ ਹੈ? ਕਹਿੰਦਾ ਕੁਦਰਤ ਤਖਤ ਰਚਾਇਆ। ਉਸ ਮਾਲਕ ਨੇ ਉਹਦੀ ਜੋ ਉਹਨੇ ਕ੍ਰੀਏਟ ਕੀਤਾ ਹੈ ਨਾ, ਤਖਤ ਹੁੰਦਾ ਬੈਠਣ ਦਾ ਸਥਾਨ,
ਜਿੱਥੋਂ ਬੈਠ ਕੇ ਤੇ ਮਾਲਕ ਜਿਹੜਾ ਰਾਜਾ ਜਿਹੜਾ ਹੈ ਉਹ ਸਾਰਾ ਕੁਝ ਕੰਟਰੋਲ ਕਰਦਾ ਹੈ, ਉਹਨੂੰ ਤਖਤ ਕਹਿੰਦੇ ਨੇ। ਉਹ ਕਹਿੰਦੇ ਵੀ ਅੱਛਾ ਰੱਬ ਦਾ ਤਖਤ ਕਿੱਥੇ ਵੇ? ਕਹਿੰਦਾ ਕੁਦਰਤ ਤਖਤ ਰਚਾਇਆ, ਸਾਰੀ ਕੁਦਰਤ ਹੀ ਉਹਦਾ ਤਖਤ ਹੈ। ਮਾਨੋ ਉਸ ਸਾਰੀ ਕੁਦਰਤ ਦੀ ਬੈਠ ਕੇ ਹੀ ਉਹ ਮਾਲਕ ਸਾਰਾ ਜਿਹੜਾ ਨਾ ਸੱਚ ਨਿਬੇੜਨ ਹਾਰੋ, ਜਿਹੜਾ ਨਿਬੇੜਾ ਕਰਦਾ ਹੈ ਹਰ ਇੱਕ ਦੇ ਬੰਦੇ ਦੇ ਸਿਰ ਦੇ ਲੇਖ, ਜੋ ਦੇਖਦਾ ਕਰਦਾ ਹੈ ਲਿਖਦਾ ਜੋ ਸਾਰਾ ਹੈ ਨਾ, ਉਹ ਮਾਲਕ ਜਿਹੜਾ ਸਾਰਾ ਉਹ ਇੱਥੇ ਕਹਿੰਦਾ ਵੀ ਜਾਂ ਫਿਰ ਕਹਿੰਦੇ ਨੇ ਵੀ ਏਕੋ ਤਖਤ ਏਕੋ ਪਾਤਸ਼ਾਹ ਸਭਨੀ ਥਾਹੀਂ ਵੇ ਪ੍ਰਵਾਹ। ਉਹ ਉਸ ਤੋਂ ਇਲਾਵਾ ਹੋਰ ਕੋਈ ਤਖਤ ਹੈ ਨਹੀਂ, ਉਸ ਮਾਲਕ ਤੋਂ ਇਲਾਵਾ ਜਿਹੜਾ ਕੱਲ ਵੀ ਸਾਨੂੰ ਕਹਿੰਦੇ ਵੀ ਉਹ ਅਵਰ ਨਹੀਂ ਕੋ ਦੂਜਾ ਹੈ, ਉਹਦੇ ਵਰਗਾ ਉਹਦੇ ਜਿਤਨੀ ਸਮਰੱਥਾ ਵਾਲਾ, ਉਹਦੀ ਜਿਤਨੀ ਤਾਕਤ ਵਾਲਾ ਹੋਰ ਕੋਈ ਦੂਜਾ ਹੈ ਨਹੀਂ। ਕਹਿੰਦੇ ਏਕੋ ਤਖਤ। ਜੇ ਕਿਸੇ ਦਾ ਰਾਜ, ਜੇ ਕਿਸੇ ਦਾ ਉਹ ਨੇਚਲ ਰਾਜ ਜਿਹਨੂੰ ਕਹਿ ਰਹੇ ਹਨ, ਨੇਚਲ ਰਾਜ ਸਦਾ ਹੈ ਤੇਰਾ, ਉਹ ਕਿਹਦਾ ਹੈ? ਉਹ ਕੇਵਲ ਤੇ ਕੇਵਲ ਉਹ ਪਰਮਾਤਮਾ ਦਾ ਹੈ, ਉਹਦੀ ਪਾਤਸ਼ਾਹੀ। ਉਹ ਕਹਿੰਦੇ ਵੀ ਕੋ ਹਰ ਸਮਾਨ ਨਹੀਂ ਰਾਜਾ, ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਕੇ। ਬਾਕੀ ਜਿਤਨੇ ਭੂਪਤ, ਭੂ ਕਹਿੰਦੇ ਨੇ ਜ਼ਮੀਨ ਨੂੰ, ਭੂਮੀ, ਭੂਪਤ ਭੂ ਦਾ ਪਤੀ ਜਿਹੜਾ ਜਿਸਨੇ ਧਰਤੀ ਜੋ ਓਨ ਕਰਦਾ ਪਿਆ, ਕਹਿੰਦੇ ਇਹ ਭੂਪਤ। ਬਾਕੀ ਜਿਹੜੇ ਵੱਡੇ ਵੱਡੇ ਜਾਗੀਰਾਂ ਦੇ ਮਾਲਕ ਨੇ, ਵੱਡੇ ਜਿਹੜੇ ਜਿਹਨਾਂ ਦੇ ਰਾਜ ਚੱਲਦੇ ਨੇ, ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਦ ਦਿਵਾਜਾ। ਇਹਨਾਂ ਨੇ ਝੂਠੇ ਅਡੰਬਰ ਰਚੇ ਹੋਏ ਨੇ ਪਰਮਾਤਮਾ ਦੇ ਪ੍ਰਥਾਏ। ਜਦੋਂ ਕਹਿੰਦੇ ਸੱਚੀ ਪਾਤਸ਼ਾਹੀ, ਤੇਰੀ ਪਾਤਸ਼ਾਹੀ ਕਦੀ ਘੁਸਣ ਵਾਲੀ ਨਹੀਂ, ਤੇਰਾ ਤਖਤ ਜਿਹੜਾ ਨਾ ਉਹ ਅਡੋਲ है। ਉਹ ਆਮ तौर कहने इनको कुर्सी से उठा दिया, इनको कुर्सी से निकाल दिया। परमात्मा ਦੇ ਪ੍ਰਥਾਈ ਐਸਾ ਬਿਲਕੁਲ ਨਹੀਂ। ਉਹਦਾ ਤਖਤ ਬਿਲਕੁਲ ਅਡੋਲ ਹੈ। ਉਹਦੀ ਪਾਤਸ਼ਾਹੀ ਜਿਹੜੀ ਨਾ ਹਮੇਸ਼ਾ ਬਰਕਰਾਰ ਰਹਿਣ ਵਾਲੀ ਹੈ। ਫਿਰ ਅੱਛਾ ਨੈਕਸਟ ਆਗੇ ਕਹਿੰਦੇ ਇਹ ਗੁਰੂ ਸਾਨੂੰ ਸਾਂਝ ਦਿੰਦੇ ਪਏ ਨੇ। ਮਤਲਬ ਅਸੀਂ ਕਈ ਵਾਰ ਦੇਖਦੇ ਹਾਂ ਜਿਹੜੇ ਇਤਿਹਾਸ ਦੀਆਂ ਕਹਾਣੀਆਂ ਨੇ ਨਾ, ਉਹਨਾਂ ਵਿੱਚ ਅਸੀਂ ਜਿਹੜਾ ਇੱਕ ਇੰਦਰ ਦੇਵਤਾ ਦੀ ਪੂਜਾ ਕਰਦੇ ਹੁੰਦੇ ਆ ਨਾ, ਅਸੀਂ ਉਹਨਾਂ ਇਤਿਹਾਸ ਦੀਆਂ ਕਹਾਣੀਆਂ ਵਿੱਚ ਆਪ ਪੜ੍ਹਨੇ ਆ ਕਿ ਉਹ ਫਲਾਣਾ ਰਾਖਸ਼ ਆਇਆ ਤੇ ਇੰਦਰ ਦਾ ਤਖਤ ਜਿਹੜਾ ਨਾ, ਇੰਦਰ ਦਾ ਸਿੰਘਾਸਨ ਡੋਲ ਗਿਆ, ਉਹਦੇ ਕੋਲੋਂ ਆਪਣਾ ਸਿੰਘਾਸਨ ਘੁਸ ਗਿਆ। ਤੇ ਗੁਰੂ ਤੈਨੂੰ ਇੱਕ ਕਹਿ ਲੋ ਉਹ ਤੂੰ ਕਿਸੇ ਨੂੰ ਰੱਬ ਕਰਕੇ ਪੂਜੀ ਜਾਣਾ ਪਿਆ। ਗੁਰੂ ਕਹਿੰਦਾ ਇਹ ਕੁਝ ਚਿੰਨ ਲੈ ਲੈ, ਇਹ ਉਹਦੀ ਜਿਹਨੂੰ ਤੂੰ ਇਸ਼ਟ ਬਣਾਉਣਾ ਚਾਹੁੰਦਾ ਹੈ ਨਾ, ਉਹਦੇ ਬਾਰੇ ਕੁਝ ਗੁਰੂ ਕੋਲੋਂ ਨਿਸ਼ਾਨੀਆਂ, ਗੁਰੂ ਕੋਲੋਂ ਕੁਝ ਸਮਝ ਜਿਹੜੀ ਨਾ, ਉਹਦਾ ਸਿੰਘਾਸਨ ਕਦੇ ਨਹੀਂ ਡੋਲਦਾ। ਉਹਦੀ ਜੇ ਕਿਸੇ ਦਾ ਡੋਲਦਾ ਪਿਆ ਤੇ ਫਿਰ ਉਹ ਤੂੰ ਪੂਜਣਾ ਚਾਹੁੰਦਾ, ਕੋਈ ਪੂਜਣਾ ਚਾਹੁੰਦਾ ਕਿਸੇ ਨੂੰ, ਕੋਈ ਕਿਸੇ ਦੀ ਬਾਹ ਫੜ ਕੇ ਰੋਕ ਨਹੀਂ ਸਕਦਾ, ਲੇਕਿਨ ਉਹ ਪਰਮਾਤਮਾ ਨਹੀਂ। ਉਹਨੂੰ ਪਰਮਾਤਮਾ ਦੇ ਪ੍ਰਥਾਈ ਗੁਰੂ ਦਾ ਕੰਮ ਸੀ। ਗੁਰੂ ਦੇ ਮਨ ਵਿੱਚ ਉਹ ਕਹਿ ਲੋ ਦਇਆ ਤਰਸ ਹੈ ਕਿ ਕਿਤੇ ਜਿਹੜਾ ਸਾਨੂੰ ਸਾਰਿਆਂ ਨੂੰ ਜਿਹੜਾ ਮਿਲਿਆ ਜਿਹੜਾ ਮੌਕਾ ਹੈ ਨਾ ਸਾਡਾ, ਕਿਤੇ ਖਰਾਬ ਨਾ ਹੋ ਜਾਵੇ। ਤੇ ਉਹ ਸਾਨੂੰ ਸਾਰੇ ਚਿੰਨ੍ਹ, ਸਾਰੇ ਲੱਛਣ, ਪਰਮਾਤਮਾ ਦੀ ਸਾਰੀ ਸਮਰੱਥਾ, ਉਹਦੇ ਬਾਰੇ ਸਾਨੂੰ ਜਾਣਕਾਰੀ ਦਿੰਦੇ ਪਏ ਨੇ। ਕਹਿੰਦੇ ਵੀ ਉਹਦਾ ਤਖਤ ਸੱਚਾ ਹੈ, ਉਹਦਾ ਤਖਤ ਕਦੀ ਨਹੀਂ ਡੋਲਦਾ। ਅਸੀਂ ਵੱਡੇ ਵੱਡੇ ਦੇਖੇ ਨਾ ਵੀ ਵੱਡੇ ਵੱਡੇ ਪੋਲੀਟੀਸ਼ੀਅਨਸ ਵੀ ਨੇ, ਵੱਡੇ ਵੱਡੇ ਰਾਜੇ ਵੀ ਸਨ ਸਮਿਆਂ ਤੇ ਉਹਨਾਂ ਦੇ ਤਖਤ ਵੀ। ਹੁਮਾਯੂ ਪਹਿਲਾਂ ਬਾਬਰ ਆਇਆ, ਹੁਮਾਯੂ ਆਇਆ, ਉਹ ਸ਼ੇਰ ਸ਼ਾਹ ਸੂਰੀ ਸੀ, ਉਹਦਾ ਤਖਤ ਡੋਲ ਗਿਆ। ਲੇਕਿਨ ਉਹ ਪਰਮਾਤਮਾ ਦੇ ਪ੍ਰਥਾਈ ਐਸਾ ਬਿਲਕੁਲ ਨਹੀਂ। ਉਹਦੀ ਪਾਤਸ਼ਾਹੀ, ਉਹਨੂੰ ਚੈਲੰਜ ਕਰਨ ਵਾਲਾ ਉਹ ਕੋਈ ਵੀ ਨਹੀਂ ਹੈ। ਉਹਦੇ ਖਜ਼ਾਨੇ, ਰਾਜਿਆਂ ਦੇ ਨਾਲ ਵੱਡੇ ਵੱਡੇ ਖਜ਼ਾਨੇ ਹੁੰਦੇ ਨੇ ਵੀ ਉਹ ਸੱਚ ਖਜ਼ੀਨਾ, ਸਾਚਾ ਸ਼ਾਹੀ, ਤੇਰੀ ਜਿਹੜੀ ਸ਼ਾਹੀ ਠਾੜ ਬਾਟ ਕਹਿ ਲੋ, ਜੋ ਤੇਰਾ ਸ਼ਾਹੀ ਰੁਤਬਾ ਕਹਿ ਲੋ, ਵੀ ਜੋ ਤੂੰ ਇਤਨਾ ਵੱਡਾ ਹੈ ਨਾ, ਉਹ ਜਦੋਂ ਅਸੀਂ ਆਸਾ ਦੀ ਵਾਰ ਵੀ ਪੜ੍ਹਨੇ ਨਾ, ਕਹਿੰਦੇ ਵੀ ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾਜੀਨਿਆਂ, ਸੱਚ ਤੇਰਾ ਪਾਸਾਰਾ। ਉਹਦੇ ਖਜ਼ਾਨੇ ਕਦੀ ਮੁੱਕਦੇ ਹੀ ਨਹੀਂ। ਉਹ ਮਾਲਕ ਸੱਚ ਖਜ਼ੀਨੇ, ਉਹਨੇ ਮਾਲਕ ਨੇ ਸਿਸਟਮ ਐਸਾ ਬਣਾ ਕੇ, ਕਹਿੰਦੇ ਨਾਨਕ ਤੋਟ ਨਾ ਆਵਈ ਤੇਰੇ ਜੁਗ ਹੈ ਭੰਡਾਰ। ਬੰਦੇ ਉਹਨੂੰ ਖਾਈ ਜਾਂਦੇ ਪਏ ਨੇ, ਖਰਚੀ ਜਾਂਦੇ ਪਏ ਨੇ, ਲੇਕਿਨ ਮਾਲਕ ਨੇ ਸਿਸਟਮ ਐਸਾ ਬਣਾ ਦਿੱਤਾ ਹੈ। ਨਾ ਉਹਦਾ ਤਖਤ ਡੋਲਦਾ ਹੈ, ਨਾ ਉਹਦੀ ਬਾਦਸ਼ਾਹੀ ਨੂੰ ਕੋਈ ਚੈਲੰਜ ਕਰਦਾ ਹੈ। ਉਹਦੇ ਖਜ਼ਾਨੇ ਕਦੀ ਨਾ ਮੁੱਕਣ ਵਾਲੇ ਨੇ। ਬਾਕੀਆਂ ਦੇ ਜੇ ਉਹਨੂੰ ਠੀਕ ਤਰੀਕੇ ਨਾਲ ਨਾ ਯੂਜ਼ ਕਰੋ। ਅਸੀਂ ਕਈ ਇਤਿਹਾਸ ਦੀਆਂ ਕਹਾਣੀਆਂ ਸੁਣਨੇ ਆ ਵੀ ਕੋਈ ਰਾਜਾ ਜਿਹੜਾ ਠੀਕ ਨਹੀਂ ਸੀ ਕਰਦਾ ਹੁੰਦਾ, ਉਹਦੇ ਖਜ਼ਾਨੇ ਖਾਲੀ ਹੋ ਗਏ, ਫਿਰ ਉਹਨੂੰ ਜਾ ਕੇ ਇੱਥੇ ਉੱਥੋਂ ਲੁੱਟਣਾ ਪਿਆ, ਵਟਐਵਰ ਜੋ ਵੀ ਕਰਨਾ ਪਿਆ। ਲੇਕਿਨ ਮਾਲਕ ਦਾ ਐਸਾ ਨਹੀਂ। ਅਸੀਂ ਜਪਜੀ ਸਾਹਿਬ ਵਿੱਚ ਪੜ੍ਹਨਾ, ਕਹਿੰਦੇ ਨੇ ਆਸਨ ਲੋਏ ਲੋਏ ਭੰਡਾਰ, ਜੋ ਕੁਝ ਪਾਇਆ
सो एका वार। जितने आसन कह लो टिकाने, लो लो वख वख लो, आसन लोए लोए, भंडार, हर एक जो भंडारे जिहड़े ना उपर पूर पए हुए ने। और कहंदा मालिक ने ऐसा नहीं किया कि उन्होंने आफ्टर कुछ टाइम उन्होंने फिर तो इन्फ्यूज करना पैंदा है। अच्छा हुण कुछ 200 साल 500 साल लाख साल वरत लेता है तो उन्होंने फिर वो भरना पेगा नहीं। कहंदा जो कुछ पाया सो एक मालिक ने सिस्टम ऐसे क्रिएट कर दिते हैं, सारा कुछ वो सिस्टम अंदर। हर साल बरसात जिहड़ी है ना वो समुद्रां तो पानी चढ़ेगा, पहाड़ियां ते जाके गिरेगा, वो पानी फिर वापस समुद्रां वाले पासे टुर पेगा। सारा कह लो सारा सिस्टम उस मालिक ने इन प्लेस, जो कुछ पाया उन्हें सिस्टम्स इन प्लेस रख दिते हैं। जो कुछ पाया सो एका वार। भी सच खजीना, सच खजीना, सच्चा शाही, जो दा शाही रुतबा है, जो दा एक शाही मुकाम है, जो शाही मरतबा है, वो कदी खत्म होने वाला नहीं। ਅਸੀਂ नॉर्मली आम तौर ते दुनियावी तौर ते कहने ब्लू ब्लडेड ਜਿਹੜੇ ਹੁੰਦੇ ਨਾ ਵੱਡੇ ਵੱਡੇ ਰਾਜ ਘਰਾਣਿਆਂ ਨੂੰ ਬਿਲੋਂਗ ਕਰਨ ਵਾਲੇ, ਵੀ ਕਹਿੰਦੇ ਉਹਨਾਂ ਦੀ ਸ਼ਾਹੀ ਠਾੜ ਬੜ ਬੜੀ ਹੁੰਦੀ। ਉਹ ਜਿੱਥੇ ਜਾਣ ਉੱਥੇ ਫਿਰ ਰੈੱਡ ਕਾਰਪਟ ਵਿਛੇਗਾ। ਉਹਨਾਂ ਦੀ ਜਿਹੜੀ ਉਹ ਕਹਿੰਦੇ ਨਹੀਂ ਉਸ ਮਾਲਕ ਦਾ ਜਿਹੜਾ ਬਾਕੀਆਂ ਦੇ ਤੇ ਵਿਦ ਟਾਈਮ ਉਹ ਘੱਟ ਵੱਧ ਹੋ ਸਕਦੇ ਨੇ, ਲੇਕਿਨ ਪਰਮਾਤਮਾ ਦੇ ਪ੍ਰਥਾਈ ਗੁਰੂ ਸਾਨੂੰ ਇਹ ਵੀ ਤੂੰ ਸਮਝ ਲੈ, ਤੂੰ ਕਿਸੇ ਨੂੰ ਆਪਣਾ ਇਸ਼ਟ ਬਣਾਉਣਾ ਚਾਹੁੰਦਾ ਹੈ ਨਾ, ਉਹਦੇ ਕੁਝ ਲੱਛਣ ਜਿਹੜੇ ਨੇ ਨਾ, ਕਿਉਂਕਿ ਸਤਿਪੁਰਖ ਜਿਹਨੇ ਜਾਣੇ ਆ, ਸਤਿਗੁਰ जिसका नाम सतगुरु जिहड़ा है ना वो सतपुरख नूं जानदा है। वो सानू सारे लक्षण जिहड़े ना वो सारे सांझ करदा पिया। कहंदे आपे सच वो सदीव होने वाला है। वो कदी वो आद सच, जुगाद सच, है भी सच, नानक होसी भी सच है। वो कदी आया गया नहीं। वो हमेशा तो नेचर, वो हमेशा वो बरकरार है। धारियो पाओ ने आसरा दिता होया, ਉਹਦੇ ਆਸਰੇ ਹੀ ਸਭ। ਧਾਰਿਆ ਕੀ ਹੈ? ਸਭ ਕੁਛ। ਉਸ ਮਾਲਕ ਨੇ ਸਾਰੀ ਸ੍ਰਿਸ਼ਟੀ ਜਿਹੜੀ ਨਾ ਉਹਦੇ ਮਨੋਂ ਹੁਕਮ ਦੇ ਸੂਤਰ ਵਿੱਚ ਜਿਹੜੀ ਹੈ ਨਾ, ਉਹਦੇ ਹੁਕਮ ਦੇ ਆਸਰੇ ਉਹ ਅੱਜ ਸਾਰੀ ਦੁਨੀਆ, ਅੱਜ ਤੇ ਬੰਦਾ ਕਹੇ ਵੀ ਮੈਂ ਕਿਤੇ ਖਲੋਤਾ ਧਰਤੀ ਤੇ ਖਲੋਤੀ, ਧਰਤੀ ਦੇ ਪੁਲਾੜ ਵਿੱਚ ਘੁੰਮੀ ਜਾਂਦੀ ਪਈ। ਬੰਦਾ ਕਦੀ ਇਮੈਜਿਨ ਕਰੇ ਕਿਸ ਆਸਰੇ ਤੇ ਧਰਤੀ ਖਲੋਤੀ ਹੋਈ ਹੈ। इन्नी जे कोई खलोता है, कोई बिल्डिंग खलोती धरती ते खलोती, कोई जानवर खलोता पहाड़ धरती उत्ते वे, धरती किथे वे? अज असीं देख पाने पे ना धरती कोई स्पेस विच टंगी पई है। ਉਹਦਾ ਆਸਰਾ कौन है? घूमी जाती है, रोज घूमी जाती है। एक दिन विच ही पूरा वो चक्कर कट लैंदी धरती। तकरीबन जे 12,500 किलोमीटर डायमीटर होवे ते इक्वेटर लेवल ते देखो तकरीबन 36 ਤੋਂ 40,000 ਸਰਕਮਫਰੈਂस हो जाएगा किलोमीटर ਉਹਦਾ। एक दिन विच 40,000 किलोमीटर चक्कर कट जाती। बंदा कहे आप ना भी 60 किलोमीटर पर आवर है, 40,000 किलोमीटर पर 24 आवर्स कर दी, किस स्पीड से घूमी जाती थी। ਉਹਦਾ कोई आसरा नहीं, कितने खलोती हुई है, कोई पिवट नहीं, कुछ नहीं। वो परमात्मा ने ਉਹਨੂੰ धारण करके रखा हुआ है। सच धारियो साचा, उस परमात्मा ने अपने सच्चे नियमां दे आसरियां दे नाल सारा कुछ टिका के रखा है। सच्चे सच वरतीजा है, ਉਹਦਾ ਵਰਤਾਰਾ ਹੈ ਨਾ, ਜਿਨ੍ਹਾਂ ਨਿਯਮਾਂ ਦੇ ਰਾਹੀਂ ਉਹ ਸਾਰੀ ਸ੍ਰਿਸ਼ਟੀ ਚਲਾਉਂਦਾ ਪਿਆ। ਜੋ ਵਰਤਾਰਾ ਉਹ ਪਰਮਾਤਮਾ ਚਲਾਈ ਜਾਂਦਾ ਪਿਆ ਨਾ, ਉਹਦੇ ਨਿਯਮ ਸਦੀਵ ਕਾਲ ਵਾਸਤੇ ਜਿਹੜੇ ਨੇ ਨਾ ਉਹ ਟਿਕੇ ਹੋਏ ਨੇ। ਹਾਂਜੀ ਵੀਰ ਜੀ, ਧੰਨਵਾਦ ਵੀਰ ਜੀ। ਬਹੁਤ ਥੋੜੇ ਤਰੀਕੇ ਨਾਲ ਆਪ ਜੀ ਨੇ ਸਮਝਾਉਣ, ਡਿਟੇਲ ਵਿੱਚ ਸਮਝਾਉਣਾ ਕੀਤਾ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। साचा तखत सच्ची पातशाही, सच खजीना साचा साही। इन्हां पदां दे विच असीं हुण चौथे पद विच आ चुके हां। कह जांदे कि जेहड़ी बाद दी जेहड़ी सृष्टि सजी हुई है सब उहदे हुक्म विच चल रहे हैं, उस विच असीं कुछ भी नहीं कर सकदे। पर कहंदे ने कि वो एक होर सृष्टि साडे अंदर है जिस दे असीं बदल सकदे हां। हुण इन्हां 4 पदां दे विच दस्सिया जांदा है कि मन ने पूरी तरह सांझ पा लिती उस एक दे जो साडे अंदर वरत रहा है। सांझ पा लेनी कि भाई उसने उहदे हुक्म नूं मन के उहदे गुणां दे नाल उहदी सिੱਖਿਆ दे नाल एकमित हो चुका है। हुण उसने क्या किया कि साचा तखत सच्ची पातशाही। हुण वो जदों मन दे अंदर उस एक दी जो सदा कायम रहने वाला है, उस अनचेंजेबल जो गुणां दा भरपूर है,
ਉਹ ਜਦੋਂ ਆ ਕੇ ਮਨ ਦੇ ਅੰਦਰ ਪੂਰੀ ਤਰ੍ਹਾਂ ਰਾਜ ਪਾਟ ਪਾ ਲੈਂਦਾ, ਉਹਦਾ ਤਖਤ ਆ ਜਾਂਦਾ ਹੈ, he attains his throne there। ਉੱਥੇ ਆਪਣੇ ਪੂਰੇ ਖਜ਼ਾਨਾ, ਪੂਰੇ ਗੁਣਾਂ ਦੇ ਨਾਲ, ਉਹਦੇ ਪੂਰੇ ਸਿੱਖਿਆ ਦੇ ਨਾਲ ਉਹ ਹੁਣ ਉੱਥੇ ਵਰਤ ਰਿਹਾ। ਰਾਜ ਪਾਟ ਉਸ ਹੁਣ ਪੂਰਾ ਉੱਥੇ ਇੱਕ ਦਾ ਮਨ ਦੇ ਉੱਪਰ ਹੋ ਗਿਆ। ਜਦੋਂ ਮਨ ਦੇ ਉੱਪਰ ਹੋ ਗਿਆ ਤੇ ਫਿਰ ਨਾਲ ਪੂਰੀ ਜਿਹੜੀ ਅੰਦਰ ਦੀ ਸ੍ਰਿਸ਼ਟੀ ਹੈ, ਜਿਹੜੇ ਸਾਰੇ ਇੰਦਰੀਆਂ ਹਨ, ਜਿਹੜੇ ਸਾਰੇ ਜੀ ਜੰਤ ਹਨ, ਉਹਨਾਂ ਸਾਰਿਆਂ ਦੇ ਉੱਪਰ ਜੋ ਖੰਡ ਬ੍ਰਹਮੰਡ ਜੋ ਵੀ ਸਾਡੇ ਅੰਦਰ ਹਨ, ਉਹਨਾਂ ਸਾਰਿਆਂ ਦੇ ਉੱਪਰ ਉਹ ਰਾਜ ਪਾਟ ਪਾ ਕੇ ਉਹ ਸਾਰੇ ਉਹਦੇ ਆਸਰੇ ਦੇ ਉੱਪਰ ਹਨ। ਔਰ ਉਹ ਜੋ ਇੱਕ ਵਰਤ ਰਿਹਾ ਹੈ, ਕਿਉਂਕਿ ਹੁਣ ਰਾਜਾ ਮਨ ਦਾ ਹੋ ਗਿਆ ਇੱਕ। ਪਹਿਲੇ ਕਿਸ ਦਾ ਰਾਜ ਪਾਟ ਸੀ? ਹਉਮੈ ਦਾ। ਹੁਣ ਹੋ ਗਿਆ ਉਸ ਇੱਕ ਦਾ। ਹੁਣ ਜਦੋਂ ਇੱਕ ਦਾ ਹੋ ਗਿਆ, ਹੁਣ ਸਾਰੇ ਜੀ ਜੰਤ ਸ੍ਰਿਸ਼ਟੀਆਂ ਜਿਤਨੇ ਬ੍ਰਹਮੰਡ ਸਭ ਉਸਦੇ ਹੁਕਮ ਦੇ ਅਨੁਸਾਰ ਹੀ ਚੱਲ ਰਹੇ ਹਨ। ਸੱਚੇ ਸੱਚ ਵਰਤੀ ਜਾ ਹੈ। ਹੁਣ ਉਹਦੇ ਸਾਰੇ ਉਹਦੇ ਹੁਕਮ ਦੇ ਅਨੁਸਾਰ ਹੀ ਉਹਦੇ ਆਸਰੇ ਵਿੱਚ ਹੀ ਚੱਲ ਰਿਹਾ ਹੈ। ਹਾਂਜੀ, ਤੁਸੀਂ ਅੰਦਰ ਦੀ ਰਚਨਾ ਬਾਰੇ ਸਮਝਾਣਾ ਕੀਤਾ ਭੂਆ ਜੀ, ਧੰਨਵਾਦ ਆਪ ਜੀ ਦਾ। ਸੱਚ ਤਪਾਵਸ ਸੱਚੇ ਕੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ। ਸੱਚੀ ਕੁਦਰਤ ਸੱਚੀ ਬਾਣੀ, ਸੱਚ ਸਾਹਿਬ ਸੁਖ ਕੀ ਜਾਹੇ। ਸੱਚ ਤਪਾਵਸ ਸੱਚੇ ਕੇਰਾ, ਤਪਾਵਸ ਤੋਂ ਭਾਵੇਂ ਨਿਆਂ। ਸੱਚ ਤਪਾਵਸ, ਤੇਰਾ ਨਿਆਂ ਜਿਹੜਾ ਹੈ, ਤੇਰਾ ਜਿਹੜਾ ਇਨਸਾਫ ਹੈ ਉਹ ਅਟਲ ਹੈ, ਸੱਚ ਹੈ, ਸੱਚ ਦੇ ਆਧਾਰ ਤੇ ਹੈ, ਇੱਕ ਸਮਾਨ ਹੈ ਸਾਰਿਆਂ ਵਾਸਤੇ। ਇਹ ਨਹੀਂ ਕਿ ਰਾਜਾ ਵਾਸਤੇ ਵੱਖਰਾ ਤੇ ਰੰਕ ਵਾਸਤੇ ਵੱਖਰਾ, ਉੱਚੀ ਜਾਤ ਵਾਸਤੇ ਵੱਖਰਾ ਤੇ ਨੀਵੀਂ ਜਾਤ ਵਾਸਤੇ ਵੱਖਰਾ। ਸੱਚ ਤਪਾਵਸ, ਦੁਨਿਆਵੀ ਨਿਆਂ ਤੇ ਬਦਲਦੇ ਰਹਿੰਦੇ ਨੇ। ਅਮੀਰ ਵਾਸਤੇ ਵੱਖਰਾ ਹੈ ਤੇ ਗਰੀਬ ਵਾਸਤੇ ਵੱਖਰੇ, ਉੱਚੀ ਜਾਤ ਵਾਸਤੇ ਵੱਖਰੇ ਤੇ ਨੀਵੀਂ ਜਾਤ ਵਾਸਤੇ ਵੱਖਰੇ। ਰੋਜ਼ਾਨਾ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਨਜ਼ਰ ਆ ਜਾਂਦੇ। ਜੇ ਗਰੀਬ ਦੇ ਨਾਲ ਨਾ ਇਨਸਾਫੀ ਹੋ ਜਾਏ, ਉਹ ਰੋਲਾ ਪਾਉਂਦਾ ਰਹੇ, ਆਵਾਜ਼ਾਂ ਚੁੱਕਦਾ ਰਹੇ, ਕੋਈ ਸੁਣਨ ਵਾਲਾ ਨਹੀਂ। ਜੇ ਕੋਈ ਬੋਲ ਵੀ ਰਿਹਾ ਤੇ ਉਹਦੀ ਵੀ ਕੋਈ ਮੰਨਣ ਵਾਲਾ ਨਹੀਂ। ਹੁਕੂਮਤ ਜਿੱਦੀ ਹੈ, ਰਾਜ ਜਿੱਦਾਂ ਹੈ, ਉਸੀ ਦੀ ਹੁਕੂਮਤ ਚੱਲਣੀ ਹੈ, ਉਸੀ ਦਾ ਇਨਸਾਫ ਚੱਲਣਾ ਹੈ, ਉਸੀ ਦੇ ਮੁਤਾਬਕ ਇਨਸਾਫ ਚੱਲਣਾ ਹੈ। ਇਨਸਾਫ ਵੀ ਪਾਰਸ਼ਲ ਹੁੰਦਾ ਜਾ ਰਿਹਾ ਸੰਸਾਰ ਦੇ ਵਿੱਚ, ਤੇ ਪਰ ਪਰਮਾਤਮਾ ਦਾ ਇਨਸਾਫ ਜਿਹੜਾ ਹੈ ਪਾਰਸ਼ਲ ਨਹੀਂ ਹੈ, ਪਾਰਸ਼ੈਲਿਟੀ ਨਹੀਂ ਕਰਦਾ ਕਿ ਅਮੀਰ ਵਾਸਤੇ ਕਿਸੇ ਹੋਰ ਰੂਪ ਵਿੱਚ ਕਰ ਦੇ ਤੇ ਗਰੀਬ ਵਾਸਤੇ ਕਿਸੇ ਹੋਰ ਰੂਪ ਵਿੱਚ ਕਰ ਦੇ। ਸਾਰੇ ਅਸੀਂ ਸਾਰੇ ਉਸਦੇ ਹੁਕਮ ਵਿੱਚ ਬੱਝੇ ਹੋਏ ਆ। ਸੱਚ ਤਪਾਵਸ ਸੱਚੇ ਕੇਰਾ, ਸੱਚੇ ਦਾ, ਕੇਰਾ ਤੋਂ ਭਾਵੇਂ ਦਾ। ਇਹ ਕੇਰਾ ਅੱਖਰ ਹੈ ਨਾ, ਵੱਖ ਵੱਖ ਰੂਪਾਂ ਵਿੱਚ ਆਉਂਦਾ ਹੈ। ਕੇਰਾ ਤੋਂ ਭਾਵੇਂ ਦਾ, ਕੇਰੀ, ਦੀ, ਕੇਰੇ, ਦੇ, ਤੇ ਸੱਚੇ ਕੇਰਾ, ਸੱਚੇ ਦਾ। ਸੱਚੇ ਦਾ ਇਨਸਾਫ ਅਟਲ ਹੈ, ਸਾਰਿਆਂ ਵਾਸਤੇ ਇੱਕ ਸਮਾਨ ਹੈ। ਸੱਚ ਤਪਾਵਸ ਸੱਚੇ ਕੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ। ਸਾਚਾ ਥਾਨ ਤੋਂ ਭਾਵ ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ। ਸਦੀਵ ਤੇਰੀ ਹੁਕਮ ਵਿੱਚ ਹੀ, ਤੇਰੀ ਹੁਕਮ ਹੀ ਚੱਲਣਾ ਹੈ। ਸਦੀਵ ਤੂੰ ਹੀ ਮਾਲਕ ਹੈ, ਸਦੀਵ ਹੀ ਤੂੰ ਅਟਲ ਹੈ। ਤੇਰਾ ਥਾਨ ਵੀ ਅਟਲ ਹੈ। ਸਾਚਾ ਥਾਨ ਸਦਾ ਪ੍ਰਭ ਤੇਰਾ। ਸੱਚੀ ਕੁਦਰਤ, ਸੱਚੀ ਬਾਣੀ, ਕੁਦਰਤ ਤੋਂ ਭਾਵੇਂ ਸ੍ਰਿਸ਼ਟੀ, ਬਾਣੀ ਤੋਂ ਭਾਵੇਂ ਬਣਤਰ। ਤੇਰੀ ਕੁਦਰਤ ਤੇ ਤੇਰੀ ਕੁਦਰਤ ਦੀ ਬਣਤਰ ਅਟਲ ਨਿਯਮਾਂ ਵਾਲੀ ਹੈ, ਅਟਲ ਨਿਯਮਾਂ ਵਿੱਚ ਬੱਝੀ ਹੋਈ ਹੈ। ਹਰ ਥਾਂ ਤੇ ਤੇਰੇ ਨਿਯਮ ਚੱਲ ਰਹੇ, ਉਸੇ ਮੁਤਾਬਕ ਤੇਰੀ ਕੁਦਰਤ ਤੇ ਤੇਰੀ ਕੁਦਰਤ ਦੀ ਬਣਤਰ ਬੱਝੀ ਹੋਈ ਹੈ। ਸੱਚੀ ਕੁਦਰਤ ਤੇਰੀ ਬਾਣੀ, ਸੱਚ ਸਾਹਿਬ ਸੱਚ ਕੀ ਜਾਹੇ, ਸੁਖ ਕੀ ਜਾਹੇ। ਸੱਚ ਸਾਹਿਬ ਸਦਾ ਤੇਰੇ ਪਰਮਾਤਮਾ ਨੇ ਸੁਖ ਕੀ ਜਾਹੇ। ਦੇਖੋ ਸੁਖ ਕੀ ਜਾਏ, ਅਸੀਂ ਧਿਆਨ ਦਈਏ ਨਾ, ਜਿਹੜਾ ਆਤਮਕ ਆਨੰਦ ਦਾ ਸੋਮਾ ਹੈ ਉਹ ਵੀ ਮੌਜੂਦ ਹੈ, ਉਹ ਵੀ ਸਾਡੇ ਅੰਦਰ ਹੀ ਮੌਜੂਦ ਹੈ। ਸੁਖ ਕੀ ਜਾਏ,
ਅਟਲ ਸੁਖ ਪੈਦਾ ਕੀਤਾ ਹੋਇਆ ਹੈ। ਉਹ ਪਰਮਾਤਮਾ ਨੇ ਆਪਣੀ ਰਚਨਾ ਵਿੱਚ ਅਟਲ ਸੁਖ ਨਾਲ ਸਾਂਝ ਬਣਾਉਣ ਦੀ ਵਿਉਂਤ ਬਣਾਈ ਹੋਈ ਹੈ। ਸੱਚ ਗੁਰੂ ਸਾਹਿਬ ਸਮਝਾਣਾ ਕਰ ਰਹੇ ਹਨ, ਸੁਖ ਕੀ ਜਾਏ, ਅਟਲ ਸੁਖ ਦੀ ਵਿਉਂਤ ਬਣਾਈ ਹੋਈ ਹੈ। ਪਰ ਉਸ ਅਟਲ ਆਤਮਕ ਆਨੰਦ ਦੇ ਨਾਲ ਸਾਡੀ ਸਾਂਝ ਨਹੀਂ ਬਣ ਪਾ ਰਹੀ, ਕਿਉਂਕਿ ਅਸੀਂ ਝੂਠ ਨਾਲ ਰਚੇ ਰਹਿੰਦੇ ਹਾਂ। ਗੁਰੂ ਸਾਹਿਬ ਨੇ ਪੂਰੇ ਇਸ ਪੂਰੇ ਸੋਲੇ ਦੇ ਅੰਦਰ ਅਸੀਂ ਧਿਆਨ ਦਈਏ ਨਾ, ਪਰਮਾਤਮਾ ਦੇ ਗੁਣਾਂ ਦੇ, ਪਰਮਾਤਮਾ ਦੇ ਵਿਸ਼ੇਸ਼ਣ ਨਾਲ ਸਾਂਝ ਬਣਾ ਰਹੇ ਨੇ, ਪਰਮਾਤਮਾ ਦੀ ਗੁਣਾਂ ਨਾਲ ਸਾਂਝ ਬਣਾ ਰਹੇ ਨੇ। ਤੇ ਉਸ ਪਰਮਾਤਮਾ ਦੇ ਗੁਣਾਂ ਨਾਲ ਸਾਡੀ ਇਕਮਿਕਤਾ ਕਿਸ ਤਰ੍ਹਾਂ ਹੋ ਸਕਦੀ ਹੈ, ਉਸ ਬਾਬਤ ਸਾਨੂੰ ਖੋਲ ਕੇ ਧੀਰੇ ਧੀਰੇ ਸਮਝਾਉਣਾ ਕਰ ਰਹੇ ਜੀ। ਇਕਬਾਲ ਵੀਰ ਜੀ। ਸਚਿਤ ਪਾਵਸ ਸੱਚੇ ਕੇਰਾ। ਸੱਚ ਸਦਾ ਰਹਿਣ ਵਾਲਾ, ਅਟਲ ਸਦਾ ਹੋਂਦ ਵਾਲਾ, ਸੱਚੇ ਕੇਰਾ ਸੱਚੇ ਦਾ, ਤੇ ਪਾਵਸ ਨਿਆਉ। ਜਿਹੜਾ ਕੁਦਰਤ ਦੇ ਵਿੱਚ ਪੂਰਾ ਨਿਆਉ ਕਰੇ ਕਰਤਾਰ ਪ੍ਰਮਾਤਮਾ ਜਿਹੜਾ ਹੈਗਾ, ਉਹ ਉਸਦਾ ਜਿਹੜਾ ਨਿਆਉ ਆ ਉਹ ਅਟਲ ਹੈ। ਭਾਵ ਅਸੀਂ ਇਹ ਵੀ ਕਹਿ ਦਿੰਦੇ ਆ ਵੀ ਪ੍ਰਮਾਤਮਾ ਦੀ ਘਰ ਦੇਰ ਹੈ ਅੰਧੇਰ ਨਹੀਂ। ਤੋਂ ਭਾਵ ਉਸ ਪ੍ਰਮਾਤਮਾ ਦਾ ਜਿਹੜਾ ਨਿਆਉ ਆ ਅਟਲ ਹੈ, ਸਦਾ ਹੋਂਦ ਵਾਲਾ, ਸੱਚਾ ਹੈ। ਸਾਚਾ ਥਾਨ ਜਿਸ ਤਖਤ ਤੇ ਉਹ ਬੈਠਦਾ ਹੈ, ਉਹ ਥਾਨ ਵੀ ਸਦਾ ਕਾਇਮ ਰਹਿਣਾ। ਭਾਵ ਉਹ ਜਿਹੜਾ ਰਮਿਆ ਹੋਇਆ ਹੈ ਸਰਵ ਵਿਆਪਕ ਹੈ। ਇਹ ਵੀ ਜਿਹੜੀ ਸਰਵ ਵਿਆਪਕਤਾ ਉਹਦੀ ਸਦੀਵ ਹੋਂਦ ਵਾਲੀ ਹੈ, ਸਦਾ ਰਹਿਣ ਵਾਲੀ ਆ। ਉਹ ਕਿਤੇ ਵੀ ਭੱਜਣ ਵਾਲਾ ਨਹੀਂ, ਜਾਣ ਵਾਲਾ ਨਹੀਂ, ਛੱਡਣ ਵਾਲਾ ਨਹੀਂ। ਉਹ ਰਮਿਆ ਹੀ ਹੈ ਤੇ ਰਮਿਆ ਹੀ ਰਹੇਗਾ। ਸਦਾ ਪ੍ਰਭ ਤੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ। ਹੇ ਪ੍ਰਭੂ ਜੀ, ਜਿਹੜਾ ਇਹਦੇ ਤੁਹਾਡਾ ਸਰਵ ਵਿਆਪਕਤਾ ਦਾ ਥਾਨ ਹੈ, ਸਥਾਨ ਹੈ, ਉਹ ਸਦਾ ਰਹਿਣ ਵਾਲਾ। ਭਾਵ ਤੁਸੀਂ ਸਦਾ ਹੀ ਸਰਵ ਵਿਆਪਕ ਹੋ। ਸੱਚੀ ਕੁਦਰਤ, ਆਪ ਜੀ ਦੀ ਕੁਦਰਤ ਵੀ ਜਿਹੜੀ ਉਹ ਸੱਚੀ ਹੈ, ਸਦੀਵ ਹੈ। ਕੁਦਰਤ ਕਰਕੇ ਵਸਿਆ ਸੋਏ, ਕਿਉਂਕਿ ਆਪ ਜੀ ਦੀ ਕੀਤੀ ਹੋਈ ਹੈ। ਸੱਚੀ ਬਾਣੀ ਬਣਤਰ ਆਪ ਜੀ ਦੀ ਇਸ ਸੰਸਾਰ ਦੀ ਜਿਹੜੀ ਘਾੜਤ ਹੈ, ਉਹ ਘੜਨ ਦਾ ਜਿਹੜੀ ਜੁਗਤ ਹੈ, ਉਹ ਜੁਗਤ ਵੀ ਸੱਚੀ ਹੈ। ਸੱਚੀ ਕੁਦਰਤ, ਸੱਚੀ ਬਾਣੀ, ਸੱਚ ਸਾਹਿਬ ਸੁਖ ਕੀਜੈ ਹੈ। ਸੱਚ ਸਾਹਿਬ ਖਸਮ, ਸੱਚ ਉਸ ਸੱਚੇ ਖਸਮ ਨੇ ਇਸ ਸੰਸਾਰ ਦੇ ਲਈ, ਸੰਸਾਰ ਦੇ ਵਿੱਚ ਅਗਣਤ ਭੰਡਾਰੇ ਦੇ ਕੇ, ਪਦਾਰਥ ਦੇ ਕੇ ਸੁਖ ਕੀਜਾ ਹੈ। ਤਨ ਦੇ ਲਈ ਅਗਣਤ ਭੰਡਾਰੇ ਦੇ ਕੇ ਤੇ ਮਨ ਦੇ ਲਈ ਨਾਮ ਦੀ ਦਾਤ ਦਾ ਪਦਾਰਥ ਦੇ ਕੇ ਇਸ ਸੰਸਾਰ ਦੇ ਵਿੱਚ ਜਿਹੜਾ ਸੁਖ ਵੀ ਹੈ ਉਹ ਪੈਦਾ ਕੀਤਾ ਹੋਇਆ ਹੈ, ਵੰਡਿਆ ਹੋਇਆ ਹੈ। ਉਸ ਨੂੰ ਸੁਖ ਨੂੰ ਸਾਰੇ ਸੰਸਾਰ ਦੇ ਵਿੱਚ ਲੀਨ ਕੀਤਾ ਹੋਇਆ ਜੀ। ਧੰਨਵਾਦ। ਤਨ ਦੇ ਲਈ ਵੀ ਤੇ ਮਨ ਦੇ ਲਈ ਵੀ ਸੁਖ ਜਿਹੜਾ ਹੈ ਉਸ ਪਰਮਾਤਮਾ ਨੇ ਬਣਾਇਆ ਹੋਇਆ ਹੈ, ਅਰੇਂਜ ਕੀਤਾ ਹੋਇਆ। ਧੰਨਵਾਦ ਆਪ ਜੀ ਦਾ ਜੀ। ਅਰਵਿੰਦਰ ਵੀਰ ਜੀ, ਅਸੀਂ ਦੇਖੀ ਜਾਂਦੇ ਵੀ ਕੌਨਸਟੈਂਟਲੀ ਗੁਰੂ ਸਾਨੂੰ ਹੋਰ ਪਰਮਾਤਮਾ ਦੀ ਸੋਝੀ ਕਹਿ ਲੋ, ਉਹ ਕਹਿ ਲੋ ਵੀ ਜੇ ਨਿਸ਼ਾਨੀਆਂ ਢੂੰਡਣਾ ਚਾਹੁੰਦਾ ਰੱਬ ਦੀਆਂ, ਤੂੰ ਜਿਹਨੂੰ ਇਸ਼ਟ ਸਮਝ ਕੇ ਪੂਜਣਾ ਚਾਹੁੰਦਾ, ਉਹਦੇ ਚ ਬਸ ਦੇਖ ਲੈ ਇਹ ਇੰਨਾ ਕੁਝ ਉਹਦੇ ਹੈ ਜਾਂ ਨਹੀਂ ਹੈ। ਅਤੇ ਕਹਿੰਦੇ ਵੀ ਜਿਹੜਾ ਹੋਰ ਅੱਗੇ ਕਹਿੰਦੇ ਵੀ ਸੱਚ ਤੇ ਪਾਵਸ ਸੱਚੇ ਕੇਰਾ। ਉਹ ਪਰਮਾਤਮਾ ਸੱਚੇ ਕੇਰਾ ਤੋਂ ਪਾਓ ਦਾ, ਉਸਦਾ ਪਰਮਾਤਮਾ ਦਾ ਵੀ ਉਹਦਾ ਨਿਆਂ ਹੋਇਆ ਨਾ। ਅਸੀਂ ਉਹ ਜਿਹੜੇ ਬਾਬਰ ਬਾਣੀ ਵਾਲੇ ਜਿਹੜੇ ਸ਼ਬਦ ਅਸੀਂ ਜਿਹਨਾਂ ਨੂੰ ਕਹਿੰਦੇ ਆ, ਉਹ ਉੱਥੇ ਵੀ ਕੋਈ ਪੰਕਤੀ ਆਂਦੀ, ਸੱਚਾ ਸੋ ਸਾਹਿਬ ਸੱਚ ਤਪਾਵਸ ਸਚੜਾ ਨਿਆਉ ਕਰੇਗ ਮਸੋਲਾ। ਸੱਚਾ ਸੋ ਸਾਹਿਬ ਸੱਚ ਤਪਾਵਸ, ਉਹ ਕਦੀ ਅਨਿਆਏ ਕਰਦਾ ਹੀ ਨਹੀਂ। ਉਹ ਮਾਲਕ ਜਿਹੜਾ ਕਹਿੰਦਾ ਹਰ ਕਾ ਏਕ ਅਚੰਭਵ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਇੱਕ ਹੋਰ ਕਹਿੰਦੇ ਨੇ ਆਸਾਂ ਅੰਤੇਸਾ ਕਿਉਂ ਕੀਚੈ, ਜਾਂ ਨਾ ਹੀ ਅਧਰਮ ਮਾਰਦਾ। ਮੈਂ ਜੇ ਉਹ ਕਿਸੇ ਕੋਈ ਬੰਦਾ ਇਹ ਕਹਿ ਦੇਵੇ ਨਾ ਕਿ ਮੈਨੂੰ ਤਕਲੀਫਾਂ ਆਈਆਂ, ਮੈਂ ਤੇ ਕੁਝ ਕੀਤਾ ਹੀ ਨਹੀਂ ਸੀ, ਤੂੰ ਇੱਕ ਭਰੋਸਾ ਲੈ ਕੇ ਆ ਜਾਏ ਰੱਬ ਤੇ
ਉਹ ਕਹਿੰਦੇ ਕਾੜਾ ਅੰਦੇਸ਼ਾ। ਅਸੀਂ ਕਹਿੰਦੇ ਵੀ ਨਹੀਂ ਮੈਂ ਨਹੀਂ ਕੀਤਾ ਸੀ, ਮੈਂ ਕਿਹਾ ਕੀ ਵਿਗਾੜੇ। ਆਮ ਤੌਰ ਤੇ ਅਸੀਂ ਰੱਬ ਨੂੰ ਨਾ ਬੜੇ ਉਲਾਂਭੇ ਦਿੰਦੇ ਹਾਂ। ਉਹ ਕਹਿੰਦੇ ਕਾੜਾ ਅੰਦੇਸ਼ਾ, ਡਰ, ਚਿੰਤਾ, ਫਿਕਰ, ਕਾੜਾ ਕਿਉਂ ਰੱਖਣਾ ਹੈ? ਕਹਿੰਦਾ ਉਹ परमात्मा ਦਾ ਤੇ ਸੁਭਾਅ ਐਸਾ ਹੈ, ਕਹਿੰਦੇ ਜਾਂ ਨਹੀਂ, ਕਹਿੰਦੇ ਕਾੜਾ ਅੰਦੇਸ਼ਾ ਕਿਉਂ ਕੀਜੇ, ਜਾਂ ਨਹੀਂ ਅਧਰਮ ਮਾਰਦਾ। ਉਹ परमात्मा ਜਿਹੜਾ ਹੈ ਨਾ, ਉਹ ਜੋ ਕਰਦਾ ਨਾ, ਉਹ ਕਹਿੰਦਾ ਵੱਡੀ ਵਡਿਆਈ ਜਾਂ ਸੱਚ ਨਿਆਂ, ਉਹਦਾ ਨਿਆਂ ਜਿਹੜਾ ਹੈ ਨਾ, ਉਹ ਅੱਛਾ ਨਿਆਂ ਵੀ ਸੱਚਾ ਕਿਉਂ ਹੈ? ਕਹਿੰਦਾ ਵੱਡੀ ਵਡਿਆਈ ਜਾਣੇ ਆ ਲਾਓ, ਵੱਡੀ ਵਡਿਆਈ ਬੂਝੇ ਸਭ ਪਾਓ। ਉਹ ਤੇਰੇ ਬੋਲਾਂ ਨੂੰ ਵੀ ਪਛਾਣਦਾ ਹੈ, ਉਹ ਤੇਰੇ ਅੰਦਰ ਦੀ ਵੀ ਵੱਡੀ ਵਡਿਆਈ ਜਾਣੇ ਆਲਾਓ। ਆਲਾਓ ਤੋਂ ਮਤਲਬ ਆਲਾਪ ਪਾਓ, ਬੋਲ। ਦੁਨਿਆਵੀ ਅਦਾਲਤ ਵਿੱਚ ਬੋਲਾਂ ਦੇ ਉੱਤੇ ਹੀ ਸਾਰਾ ਕੁਝ, ਜਿਹੜੇ ਗਵਾਹਾਂ ਦੇ ਬੋਲ ਹੁੰਦੇ ਨੇ, ਜੋ ਉਹ ਸਾਰਿਆਂ ਉੱਤੇ ਸਾਰਾ ਕੁਝ ਜਿਹੜਾ ਉਹ ਫੈਸਲੇ ਦਿੱਤੇ ਜਾਂਦੇ ਨੇ। ਲੇਕਿਨ ਉਹ परमात्मा ਕੇਵਲ ਬੋਲਾਂ ਨੂੰ ਨਹੀਂ ਜਾਣਦਾ, ਉਹ ਤੇਰੇ ਅੰਦਰ ਦੀ, ਕਹਿੰਦੇ ਵੱਡੀ ਵਡਿਆਈ ਜਾਣੇ ਆ ਲਾਓ, ਵੱਡੀ ਵਡਿਆਈ ਬੂਝੇ ਸਭ ਭਾਓ। ਉਹ ਤੇਰੇ ਅੰਦਰ ਦੀਆਂ ਵੀ ਸਾਰੀਆਂ ਭਾਵਨਾਵਾਂ ਜਿਹੜਾ ਹੈ ਨਾ ਵੀ ਉਹ परमात्मा ਜਾਣਦਾ ਹੀ ਜਾਣਦਾ। ਔਰ ਗੁਰੂ ਫਿਰ ਸਾਨੂੰ ਇੱਕ ਵਿਸ਼ਵਾਸ ਦਿਲਾਣਾ ਚਾਹੁੰਦੇ ਨੇ, ਕਹਿੰਦੇ ਨੇ ਗੁਰ ਕਹਿਆ ਜੋ ਹੋਏ ਸੋ ਪ੍ਰਭ ਤੇ। ਦੁਨੀਆ ਵਿੱਚ ਜੋ ਵਰਤ ਰਿਹਾ ਹੈ ਨਾ, ਉਹਦਾ ਚਾਲਕ, ਉਹਦਾ ਕਹਿ ਲਓ ਵੀ ਉਹਦਾ ਕੰਟਰੋਲ ਕਰਨ ਵਾਲਾ, ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ, ਤਬ ਕਾੜਾ ਛੋੜ ਅਚਿੰਤ ਹਮ ਸੋਤੇ। ਜੇ ਸਾਰਾ ਕੁਝ ਕਰਨ ਵਾਲਾ ਉਹ परमात्मा ਹੈ, ਔਰ ਜੇ ਉਹ ਨਾ ਹੀ ਅਧਰਮ ਮਾਰਦਾ, ਜੇ ਜੇ ਸਾਨੂੰ ਕੁਝ ਮਿਲਦਾ ਪਿਆ ਤੇ ਸਾਡੇ ਆਪਣੇ ਕੀਤੇ ਕਰਮਾਂ ਦਾ ਮਿਲਦਾ ਪਿਆ। ਕਦੋਂ ਕੀਤਾ, ਕੀ ਕੀਤਾ, ਉਹ ਰੱਬ ਜਾਣੇ। ਕਦੋਂ ਅਸੀਂ ਕਮਾ ਕੇ ਆਏ ਹਾਂ ਕਰਮ, ਸਾਨੂੰ ਨਹੀਂ ਪਤਾ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਬਾਬਾ ਰੇ। ਲੇਕਿਨ ਉਹ परमात्मा, ਉਹ ਤੇਰੀ ਔਕਾਤ ਹੀ ਕੀ ਬੰਦਾ, ਰੱਬ ਤੇਰਾ, ਤੂੰ ਇਹ ਕਹਿਣਾ ਵੀ ਨਾ ਕਿ ਫਲਾਣਾ ਬੰਦਾ ਮੇਰੇ ਨਾਲ ਦੁਸ਼ਮਣੀ ਕਰਦਾ ਪਿਆ, ਬੰਦਾ ਬਹੁਤ ਵੱਡਾ ਹੋਵੇ, ਬੰਦਾ ਕਿ ਤੂੰ ਦੁਸ਼ਮਣੀ ਦੇ ਲਾਇਕ ਨਹੀਂ ਹੈ, ਤੇਰੀ ਔਕਾਤ ਕੀ ਹੈ? ਤੂੰ ਰੱਬ ਦੀ ਗੱਲ ਕਰ, ਸਾਰੀ ਸ੍ਰਿਸ਼ਟੀ ਕਹ ਲੋ, ਧਰਤੀ ਦੀ ਕੋਈ ਹੋਂਦ ਨਹੀਂ ਬਈ ਉਹ ਸਾਰੀ ਜਿਹੜੀ ਜਿਹਨੂੰ ਅਸੀਂ ਵਰਲਡ ਕਹਿ ਰਹੇ ਹਾਂ, ਉਹ ਤੇ ਉਹ ਸਪੈਕ ਜਿਤਨਾ ਵੀ ਨਹੀਂ ਨਜ਼ਰ ਆਉਂਦੀ। ਲੇਕਿਨ ਉਹ ਮਾਲਕ ਦਾ ਸੁਭਾਅ ਹੈ ਕਿ ਉਹ ਜਿਹੜਾ ਨਾ, ਉਹ ਸੱਚਾ ਨਿਆਂ ਜਿਹੜਾ ਨਾ ਵੀ, ਉਹ ਕਹਿੰਦਾ ਸੱਚ ਤਪਾਵਸ ਸੱਚੇ ਕੇਰਾ। ਉਹ ਕਦੀ ਅਨਿਆਏ ਜਿਹੜਾ ਨਾ ਉਹ ਬਿਲਕੁਲ ਕਰਦਾ ਹੀ ਨਹੀਂ। ਫਿਰ ਕਹਿੰਦਾ ਸੱਚਾ ਥਾਨ ਸਦਾ ਪ੍ਰਭ ਤੇਰਾ, ਤੇਰਾ ਟਿਕਾਣਾ। ਇੱਕ ਤਾਂ ਅਸੀਂ ਕਹਿ ਲਈ ਵੀ ਸੱਚੀ ਕੁਦਰਤ ਧਾਰਿਓਨ, ਸੱਚ ਸਿਰਜਿਓਨ ਜਹਾਨ। ਉਸ परमात्मा ਨੇ ਆਪਣੇ ਨਿਯਮਾਂ ਦੇ ਹਿਸਾਬ ਤੇ ਸਾਰੀ ਜੋ ਸ੍ਰਿਸ਼ਟੀ ਬਣਾਈ ਹੋਈ ਹੈ। ਇੱਕ ਉਹ ਸਥਾਨ ਜਿੱਥੇ ਅੱਛਾ ਰੱਬ ਜਾ ਕੇ ਟਿਕਦਾ ਕਿੱਥੇ ਵੇ? ਕਹਿੰਦੇ ਧਨ ਧਨ ਸੁਹਾਵਾ ਸੋ ਸ਼ਰੀਰ ਥਾਨ ਹੈ, ਜਿੱਥੇ ਮੇਰਾ ਗੁਰੂ ਧਰੇ ਵਿਖਾ। ਕਹਿੰਦੇ ਜਿੱਥੇ ਜਾਏ ਬਹੇ ਮੇਰਾ ਸਤਿਗੁਰ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਗੁਰਮਤਿ ਦੇ ਸਿਧਾਂਤ ਜਿਨ੍ਹਾਂ ਹਿਰਦੇ ਰੂਪੀ ਘਰਾਂ ਜਾ ਕੇ ਟਿਕ ਜਾਂਦੇ ਨੇ ਨਾ, ਉਹ ਸਥਾਨ ਜਿਹੜੇ ਨਾ, ਉਹ ਕਹਿੰਦੇ ਸੇ ਮੱਥੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ। ਉਹ ਹਿਰਦੇ ਰੂਪੀ ਸਥਾਨ ਜਿਹੜੇ ਨੇ ਨਾ, ਉਹ ਫਿਰ ਚਲਾਏ ਮਨ ਨਹੀਂ ਹੁੰਦੇ। ਉਹ ਡੀਗਨ ਡੋਲਾ ਵਾਲੇ ਅਵਸਥਾ, ਡੀਗਨ ਡੋਲਾ ਤੋ ਲੋ ਜੋ ਮਨ ਕੇ ਭਰਮ, ਉਹ ਡੀਗਨ ਡੋਲਾ ਵਿੱਚ ਨਹੀਂ ਪੈਂਦੇ। ਕਿਹਨਾਂ ਦੇ ਮਨ? ਕਹਿੰਦੇ ਵੀ ਸੇ ਮੱਥੇ ਨੇ ਚਲ ਸਦਾ ਜਿਨ ਗੁਰ ਧਾਰਿਆ ਹੱਥ। ਜਿੱਥੇ ਗੁਰੂ ਸਿਧਾਂਤ ਆ ਕੇ ਬਹਿ ਜਾਵੇ ਨਾ, ਜਿੱਥੇ ਇੱਕੋ ਅਸੀਂ ਜਿਹੜਾ ਸੁਖਮਨੀ ਸਾਹਿਬ ਉਸ ਦਾ ਕਹਿੰਦੇ ਵੀ ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੈ ਘਟ ਵਸਿਓ ਵਸੈ ਹਰ ਨਾਮ। ਸਾਰੇ ਥਾਨਾਂ ਵਿੱਚੋਂ ਉੱਤਮ ਥਾਨ ਕਿਹੜਾ ਹੈ? ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੈ ਘਟ। ਜਿਸ ਹਿਰਦੇ ਰੂਪੀ ਘਰ ਵਿੱਚ परमात्मा ਦਾ ਨਾਮ ਆ ਕੇ ਟਿਕ ਜਾਵੇ ਨਾ, ਗੁਰੂ ਕਹਿੰਦੇ ਕਿ ਉਹ ਸਭ ਤੋਂ ਵਧੀਆ, ਸਭ ਤੋਂ ਅੱਛਾ ਸਥਾਨ। ਜਿਤ ਘਟ ਵਸੈ ਹੈ ਪਾਰ ਬ੍ਰਹਮ, ਸੋਈ ਸੁਹਾਵਾ ਥਾਂ। ਕਿਹੜਾ ਸਥਾਨ ਸੁਹਾਵਾ ਹੈ? ਕਹਿੰਦੇ ਜਿਤ ਘਟ ਵਸੈ ਪਾਰ ਬ੍ਰਹਮ। ਉਹ ਕਹਿੰਦੇ ਵੀ ਸੱਚਾ ਥਾਨ ਸਦਾ ਪ੍ਰਭ ਤੇਰਾ। ਹੇ परमात्मा, ਤੂੰ ਜਿਨ੍ਹਾਂ ਹਿਰਦੇ ਰੂਪੀ ਘਰਾਂ ਵਿੱਚ ਜਾ ਕੇ ਟਿਕ ਜਾਣਾ ਹੈ ਨਾ, ਉਹ ਵੀ ਹਮੇਸ਼ਾ ਬਿਲਕੁਲ ਉਹ ਨੇਚਲ ਹੋ ਜਾਂਦੇ ਨੇ। ਉਹ ਡਿਗਨ ਡੋਲਾ ਵਾਲੀ ਅਵਸਥਾ। ਤੂੰ ਜੋ ਆਪਣੇ ਨਿਯਮ ਪੈਦਾ ਕੀਤੇ ਨੇ, ਉਹ ਵੀ ਸੱਚੇ ਸੁੱਚੇ ਨੇ, ਉਹਨਾਂ ਨਿਯਮਾਂ ਦੇ ਹਿਸਾਬ ਤੇ ਹੀ ਸਾਰਾ ਕੁਝ ਚੱਲੀ ਜਾਂਦਾ ਪਿਆ। ਔਰ ਤੂੰ ਜਿਨ੍ਹਾਂ ਹਿਰਦੇ ਰੂਪੀ ਸਥਾਨਾਂ ਵਿੱਚ ਜਾ ਕੇ ਬਹਿ ਜਾਣਾ, ਉਹ ਸਥਾਨ ਹਮੇਸ਼ਾ ਵਾਸਤੇ ਉਹ ਟਿਕ ਜਾਂਦੇ ਨੇ। ਸੱਚੀ ਕੁਦਰਤ, ਸੱਚੀ ਬਾਣੀ, ਉਹ ਜੋ ਉਹਨੇ ਮਾਲਕ ਨੇ ਸਾਰੀ ਜੋ ਕੁਦਰਤ ਦੇ ਨਾ, ਇੱਕ ਇਸ ਵਨ ਇਸ ਕ੍ਰੀਏਸ਼ਨ। ਐਂਡ ਨਾਰਮਲੀ ਕੁਦਰਤ ਕਈ ਵਾਰ ਇਵਨ ਆਉਂਦਾ ਹੈ ਫॉर ਕ੍ਰੀਏਟਿਵ ਪੋਟੈਂਸੀ, ਜਿਹਨੂੰ ਕਹਿ ਲਓ ਨਾ ਵੀ ਉਹ
ਇੱਕ ਹੋਰ ਸ਼ਬਦ ਆਉਂਦਾ, ਕਹਿੰਦਾ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਪਾਓ ਮੇਰੇ ਵਿੱਚ ਕੋਈ ਸਮਰੱਥਾ ਨਹੀਂ। ਕੁਦਰਤ ਦਾ ਮਤਲਬ ਹੈ ਕਿਸੇ ਚੀਜ਼ ਨੂੰ ਕ੍ਰੀਏਟ ਕਰਨ ਦੀ ਤਾਕਤ ਰੱਖਣਾ। ਕਹਿੰਦੇ ਕੁਦਰਤ ਕਵਨ ਹਮਾਰੀ, ਮੇਰੀ ਕੋਈ ਕੁਦਰਤ ਹੈ ਹੀ ਨਹੀਂ। ਵੀ ਉਹ ਕਹਿੰਦਾ ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋਂ। ਆਪਣੀ ਕੁਦਰਤ ਪਾਓ, ਆਪਣੀ ਕ੍ਰੀਏਟਿਵ ਪੋਟੈਂਸੀ ਦੇ ਨਾਲ ਉਹ ਸਾਰਾ ਜਹਾਨ ਬਣਾ ਦਿੰਦਾ। ਕੁਦਰਤ ਇਵਨ ਜੋ ਕ੍ਰੀਏਸ਼ਨ, ਉਹਦੇ ਵਾਸਤੇ ਕੁਦਰਤ ਵਰਡ ਆ ਰਿਹਾ। ਕੁਦਰਤ ਵਰਡ ਇਜ਼ ਇਵਨ ਫॉर ਦੀ ਕ੍ਰੀਏਟਿਵ ਪੋਟੈਂਸੀ, ਜਿਹੜਾ ਉਹ ਮਾਲਕ ਜਿਹੜਾ ਜਿਹਦੇ ਕੋਲ ਹੈ। ਕਹਿੰਦੇ ਸੱਚੀ ਕੁਦਰਤ ਸੱਚੀ ਬਾਣੀ ਕੋ, ਕਹਿੰਦਾ ਵੀ ਤੂੰ, ਕਹਿੰਦੇ ਤੂੰ ਆਪੇ ਸੱਚਾ, ਤੇਰੀ ਬਾਣੀ ਸੱਚੀ, ਆਪੇ ਅਲਖ ਅਥਾਹ ਹੈ। ਤੂੰ ਆਪ ਵੀ ਸੱਚਾ ਹੈ, ਤੇਰੇ ਬੋਲ ਜਿਹੜੇ ਨੇ ਉਹ ਵੀ ਸੱਚੇ ਨੇ। ਇਹ ਤੇਰੀ ਬਾਣੀ ਜਿਹੜੀ ਅਸੀਂ ਕਹਿੰਦੇ ਇਹ ਵੀ ਉਹ ਸੱਚੀ ਤਾਂ ਭਾਵੇਂ ਕਿ ਇਹ ਹਮੇਸ਼ਾ ਜਿਹੜੀ ਨਾ ਇਹਦੇ ਸਿਧਾਂਤ ਕਦੀ ਚੇਂਜ ਨਹੀਂ ਹੋਣ, ਕੁਦਰਤ ਦੇ ਨਿਯਮ ਕਦੀ ਬਦਲੀ ਨਹੀਂ ਹੋਣਗੇ। ਸੱਚੀ ਕੁਦਰਤ ਸੱਚੀ ਬਾਣੀ, ਸੱਚ ਸਾਹਿਬ ਸੁਖ ਕੀ ਜਾਏ। ਸੁਖ ਦੀ ਪੈਦਾਇਸ਼ ਹੀ ਤੇਰੇ ਤੋਂ ਹੁੰਦੀ ਹੈ। ਬਹੁਤ ਉਹ ਕਹਿੰਦਾ ਉਸ ਰੱਬ ਨਾਲੋਂ ਟੁੱਟ ਕੇ ਤੂੰ ਕਹਿੰਦਾ ਵੀ ਹੋਰ ਥਾਂ ਸੁਖ ਨਾ ਪਾਲ। ਤੇ ਸੁੱਖਾਂ ਦਾ ਉਹ ਕਹਿੰਦਾ ਗੰਗਾ ਕਿਤੋਂ ਨਿਕਲਦੀ ਹੈ, ਗੰਗੋਤਰੀ ਤੋਂ ਨਿਕਲਦੀ ਹੈ। ਤੇ ਜੇ ਸੁੱਖਾਂ ਦਾ ਕੋਲੋਂ ਮੂਲ ਹੀ ਪਰਮਾਤਮਾ ਹੈ, ਤੂੰ ਰੱਬ ਨੂੰ ਛੁੱਟ ਕੇ ਉਸ ਪਰਮਾਤਮਾ ਤੋਂ ਟੁੱਟਿਆ ਹੋਇਆ, ਜੇ ਤੂੰ ਉਹ ਕਹਿੰਦਾ ਮੂਲ ਬਿਨਾ ਸ਼ਾਖਾ ਕਦੇ ਆਵੇ। ਕਹਿੰਦਾ ਹਰ ਸਿਮਰਨ ਛਾੜ ਪਰਮ ਗਤ ਚਾਵੇ। ਤੂੰ ਰੱਬ ਤੋਂ ਟੁੱਟਿਆ ਹੋਣ ਦੇ ਬਾਵਜੂਦ ਤੂੰ ਚਾਹੁੰਦਾ ਕਿ ਮੇਰੀ ਕੋਈ ਵੱਡੀ ਉੱਚੀ ਅਵਸਥਾ ਬਣ ਜਾਵੇ। ਕਹਿੰਦਾ ਹਰ ਸਿਮਰਨ ਛਾੜ ਪਰਮ ਗਤ ਚਾਵੇ। ਕਹਿੰਦਾ ਮੂਲ ਬਿਨਾ ਸ਼ਾਖਾ ਕਦੇ ਆਵੇ। ਜੇ ਮੂਲ ਹੀ ਨਾ ਜ਼ਿੰਦਗੀ ਜੇ ਸੁਖੀ ਰਹਿਣਾ ਚਾਹੁੰਦਾ ਹੈ ਨਾ, ਕਹਿੰਦਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਸੁੱਖਾਂ ਦਾ ਮੂਲ ਉਹ ਪਰਮਾਤਮਾ। ਅਤੇ ਇਹਦੇ ਪਰਮਾਤਮਾ ਕਹਿ ਲੋ, ਰੱਬੀ ਹੁਕਮ ਕਹਿ ਲੋ, ਹਰ ਨਾਮ ਹਮਾਰਾ ਪ੍ਰਭ ਕਹਿ ਲੋ। ਇੱਥੇ ਹਰ ਨਾਮ ਹਮਾਰਾ ਪ੍ਰਭ, ਅਵਗਤ ਅਗੋਚਰ ਅਬਨਾਸ਼ੀ ਪੁਰਖ ਵਿਧਾਤਾ। ਨਾਮ ਕੀ ਏਕੋ ਨਾਮ ਹੁਕਮ ਹੈ। ਉਹਦੇ ਉਹ ਕਹਿੰਦੇ ਤੇਰੇ ਹੁਕਮਾਂ ਵਿੱਚ ਹੀ ਸਾਰੇ ਸੁਖ ਜਿਹੜੇ ਨੇ ਨਾ, ਉਹ ਤੇਰੇ ਹੁਕਮ ਮੰਨਣ ਵਿੱਚ ਹੀ ਨੇ। ਸੱਚ ਸਾਹਿਬ ਸੁਖ ਕੀ ਜਾਏ, ਸੁੱਖਾਂ ਦੀ ਪੈਦਾਇਸ਼ ਹੀ ਤੇਰੇ ਤੋਂ ਹੁੰਦੀ ਹੈ। ਹਾਂਜੀ ਧੰਨਵਾਦ ਵੀਰ ਜੀ, ਬਹੁਤ ਥੋੜੀ ਡਿਟੇਲ ਆਪ ਜੀ ਨੇ ਰੱਖਣੀ ਕੀਤੀ ਜੀ। ਭੂਆ ਜੀ, ਸੱਚ ਤਪਾਵਸ ਸੱਚੇ ਕੇਰਾ, ਸਾਚਾ ਤਾਨ ਸਦਾ ਪ੍ਰਭ ਤੇਰਾ। ਹੁਣ ਇਹ ਸੱਚੇ ਕੇਰਾ ਕਰ ਹੈਗਾ। ਸੱਚੇ ਨੂੰ ਸੰਬੋਧਨ ਕੀਤਾ ਗਿਆ ਉਸ ਇੱਕ ਨੂੰ ਜੋ ਸੱਚ ਹੈ, ਜੋ ਸਦੀਵੀ ਹੈ, ਜੋ ਕਦੀ ਨਹੀਂ ਬਦਲਦਾ, ਅਨਚੇਂਜੇਬਲ ਹੈ, ਜੋ ਗੁਣਾਂ ਦਾ ਭਰਪੂਰ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ। ਉਹ ਉਸਦਾ ਇਨਸਾਫ, ਜੋ ਉਸਦਾ ਹੁਕਮ ਹੈ, ਉਹ ਅਟਲ ਹੈ। ਕਿਉਂਕਿ ਕਹਿੰਦੇ ਨੇ ਕਿ ਏਕੋ ਨਾਮ ਹੁਕਮ ਹੈ। ਸੱਚ ਕੌਣ ਹੈ? ਨਾਮ ਹੈ। ਤੇ ਉਹ ਹੁਕਮ ਵੀ ਨਾਮ ਹੈ। तो उसका मतलब कि हुक्म जो है, जो दा इंसाफ है, वो भी अटल, वो कभी नहीं बदलता। हुण ये है किथे? मन ने उस नाल पूरी तरह सांझ पा लिती। एक ने अपना तखत उत्थे ही पा लिता मन दे अंदर ही। हुण राजपाट हो गया उस एक दा। हुण वो एक जिहड़ा है वो अपने ही सच्ची बाणी है कि उसदे अपने ही नियम हुक्म दे अनुसार अपने अंदर दी जेहड़ी कुदरत, अंदर दी जेहड़ी सृष्टि, अंदर दे जेरे जी जंत रोम रोम इंद्रियां सारे उदे नियम दे अनुसार ही चल रहे हैं। क्योंकि पहले ये भुलेखे विच सन, हौमे दे विच सन, हुण पूरी तरह उसदे एक दे हुक्म दे अनुसार भी चल पियां। और जदों वो चल पैंदे, जदों उसदे हुक्म दे अनुसार चल रही ते सच साहिब सुख की जाहे। नाम ही सुख है, गुण ही सुख है। जदों पूरी सृष्टि दे अंदर सारे रोम रोम जी जंत इंद्रियां दे अंदर उसदा हुक्म दा पसारा है, उसदे गुणां दा पसारा है, सब उसदे हुक्म दे अंदर चल रहा है, ते सोच लो कि वो सुख ही सुख है। हाँ जी, ਧੰਨਵਾਦ ਭੂਆ ਜੀ। ਉਹ ਪਰਮਾਤਮਾ ਦੇ ਨਾਲ ਇੱਕ ਹੋਇਆ ਹੋਇਆ ਮਨ, ਇੱਕ ਰੂਪ, ਉਸੀ ਦੇ ਹੁਕਮ ਦੇ ਵਿੱਚ ਐਨ ਸਮਝੀਏ ਪਰਮਾਤਮਾ ਦਾ ਹੀ ਹੁਕਮ ਹੁਣ ਅੰਦਰ ਚੱਲਣ ਲੱਗ ਪੈਂਦਾ। ਕਿਸ ਤਰੀਕੇ ਦੇ ਨਾਲ ਮੰਦਰ ਮਨ ਜਿਹੜਾ ਹੈ ਅੰਦਰੋਂ ਸਵਾਰ ਦਿੰਦਾ ਹੈ ਔਰ ਸੱਚ ਦਾ ਵਰਤਾਰਾ ਕਰ ਦਿੰਦਾ ਤੇ ਅੰਦਰ ਸੁੱਖ ਵਰਤਾ ਦਿੰਦਾ। ਧੰਨਵਾਦ ਆਪ ਜੀ ਦਾ। ਆਓ ਇੱਕ ਪਦੇ ਦਾ ਪਾਠ ਹੋਰ ਕਰ ਲਈਏ।
एको आप तू है वड राजा, हुक्म सच्चे के पूरे काजा। अंतर बाहर सब किछ जाने, आपे ही आप पति जाए। एको आप तू है वड राजा, हे परमात्मा इको तू ही है वड्डा राजा है। वड राजा तो पावे जिदी अधीनगी विच सारे हैं, उसी का हुक्म बरत रहा, वो कोई दूजा नहीं है। एको है भाई, एको है साहिब मेरा, एको है, एको आप तू है वड राजा। गुण ये हो और ना ही कोई, उसदे वर्गा दूजा कोई और नहीं है। हुक्म सच्चे के पूरे काजा, उसदे हुक्म सच्चे के, उसदे हुक्म में सारी रचना बजी हुई है, पर उसदा हुक्म की है पूरे काजा। पूरे काजा तो भाव है उसदे हुक्म अटल हैं, उसदे हुक्म जेड़े हैं सारियां वसे एक समान हैं। पूरे काजा, उसदे हुक्म विच ही सारे कार विहार हो रहे हैं। हुक्म सच्चे के पूरे काजा, अंतर बाहर सब किछ जाने। अंदर भी ते बाहर भी सब किछ जाने, सब किछ वो जानदा है, सब कुछ उसदे हुक्म विच वरत रहा है ते सब दी जानकारी उसदे कोल मौजूद है। अंतर बाहर सब किछ जाने, आपे ही आप पति जाए। ते वो परमात्मा आप ही पतीजा है। पतीजा तो पावे पतीज जाना, प्रसन्न हो जाना, संतुष्ट हो जाना। वो परमात्मा आप आपे ही आप प्रसन्न रहता है, आपे ही आप संतुष्ट रहता है। जी इकबाल वीर जी। जी एको आप, एको है भाई, एको है साहिब मेरा, एको है। एको आप तू है वड राजा, वो अकाल पुरख करता जड़ा एको है, वो आप ही आप है, कोई दूजा होर एक नहीं है जड़ा उहदे वर्गा कोई है। वड राजा वो सारी सृष्टि का राजा है, किसी एक पार्ट का राजा नहीं, सारी सृष्टि का राजा। एको एको शब्द विच कई एक ओंकार नूं एको बोलते हैं, जद कि एको एक प्रणामी विशेषण है, जिवें एको आप तू है। हुण एको दे नाल दस्सिया भी एक कौन है, आप तू है, तू आप ही एक है। एको है भाई, एको साहिब मेरा, एक उत्थे भी दस्सिया भी साहिब जिहड़ा है वो एको। एको एक विशेषण है पुलिंग दा, नाम दा, नाउन दा। सो एक ओंकार दा जिहड़ा उच्चारण है कदी भी एको नहीं हो सकता। एको आप तू है, हे मालिक जी, करतार जी, तू इको एक है, की है वड राजा। ये सारे संसार दा तू राजा है, सारे संसार ते राज करने वाला केवल ते केवल तू एक है। हुक्म सच्चे के पूरे काज, हुक्म विच निजम विच शांत विच सच्चे, सच्चे दे निजम विच पूरे काजा। ओदी जिहड़ी काज है, कार है, वो पूरी है, वध घट किछ ना है। ओदा जिहड़ा कर्म है, ਉਹਦਾ ਕੀਤਾ ਹੋਇਆ ਜਿਹੜਾ ਸਾਰਾ ਉਹ ਪੂਰਨ ਰੂਪ ਵਿੱਚ ਆਪਣੇ ਆਪ ਵਿੱਚ ਤਸੱਲੀ ਬਖਸ਼ ਹੈ। ਉਸੇ ਵਿੱਚ ਉਸਦੇ ਕਾਰਜ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵਾਧ ਘਾਟ ਨਹੀਂ ਹੈ, ਭਾਵ ਕਿ ਊਣੀ ਨਹੀਂ ਹੈ। ਪੂਰਨ ਰੂਪ ਵਿੱਚ ਉਹਦਾ ਕੀਤਾ ਹੋਇਆ, ਹੁਕਮ ਦੇ ਵਿੱਚ ਕੀਤਾ ਹੋਇਆ ਸਾਰਾ ਜਿਹੜਾ ਪਸਾਰਾ ਹੈ ਉਹ ਪੂਰਨ ਰੂਪ ਵਿੱਚ ਪੂਰਾ ਹੈ। ਅੰਤਰ ਬਾਹਰ ਸਭ ਕੇ ਜਾਣੇ। ਹੁਣ ਸੰਸਾਰ ਦੇ ਅੰਦਰ ਦੀ और बाहर दी, जीवां दे अंदर दी और बाहर दी सब कुछ जाने। वो आप मालिक सब विद जानदा है, सब दे दिलां दी जानदा है, अंतरजामी है, अंतर बाहर सब कुछ जाने। आपे ही आप पतीजा है, ਤੇ ਜਿਹੜਾ ਉਹਦਾ ਕਾਰਜ ਹੈ ਜੋ ਆਪ ਹੀ ਆਪ, ਭਾਵ ਆਪ ਜੋ ਕਾਰਜ ਕਰਦਾ ਹੈ ਪਤੀਜਾ ਹੈ। ਉਸ ਕਾਰਜ ਨੂੰ ਕੀਤੇ ਹੋਏ ਕਾਰਜ ਤੋਂ ਪਤੀਜਾ ਹੈ, ਵਿਗਸਦਾ ਹੈ, ਪ੍ਰਸੰਨਤਾ ਦੇ ਘਰ ਵਿੱਚ ਰਹਿੰਦਾ ਹੈ। ਆਪਣੇ ਕੀਤੇ ਹੋਏ ਤੇ ਕਦੀ ਦੁਖੀ ਨਹੀਂ ਹੁੰਦਾ, ਆਪਣੇ ਕੀਤੇ ਹੋਏ ਤੇ ਪ੍ਰਸੰਨ ਰਹਿੰਦਾ ਹੈ।
जो कुछ भी उस संसार दी कार करदा है ਉਹ ਉਸ ਕੀਤੇ ਹੋਏ ਨੂੰ ਕੀਤੇ ਵੇਖ ਕੇ ਵਿਗਸਦਾ ਹੈ, ਖਿੜਦਾ ਹੈ, ਪ੍ਰਸੰਨ ਰਹਿੰਦਾ ਹੈ ਜੀ। ਉਹ ਪਰਮਾਤਮਾ ਜੀਵਾਂ ਦੇ ਅੰਦਰ ਤੇ ਬਾਹਰ ਦੀ ਸਭ ਕੁਝ ਜਾਣਦਾ ਹੈ। ਅਸੀਂ ਧਿਆਨ ਦਈਏ ਨਾ, ਚਿੱਤਰ ਗੁਪਤ ਦਾ ਜ਼ਿਕਰ ਬਹੁਤ ਵਾਰੀ ਆਉਂਦਾ ਹੈ ਗੁਰਬਾਣੀ ਵਿੱਚ ਵੀ, ਚਿੱਤਰ ਗੁਪਤ। ਪਰ ਚਿੱਤਰ ਗੁਪਤ ਨੂੰ ਅਸੀਂ ਜਿਹੜਾ ਹੈ ਵੱਖ ਰੂਪ ਵਿੱਚ ਅਸੀਂ ਪ੍ਰਗਟ ਕਰ ਦਿੱਤਾ। ਚਿੱਤਰ ਗੁਪਤ ਕੋਈ ਮੁੰਸ਼ੀ ਬੈਠੇ ਹਨ ਜਿਹੜੇ ਸਾਡਾ ਹਿਸਾਬ ਲਿਖਦੇ ਰਹਿੰਦੇ ਹਨ, ਪਰ ਗੁਰੂ ਸਾਹਿਬ ਅੰਤਰ ਬਾਹਰ ਦਾ ਜਦੋਂ ਜ਼ਿਕਰ ਕਰਦੇ ਹਨ ਨਾ, ਚਿੱਤਰ ਤੇ ਗੁਪਤ, ਚਿੱਤਰ ਜਿਹਨੂੰ ਅਸੀਂ ਤੱਕ ਸਕੀਏ, ਗੁਪਤ ਜਿਹੜਾ ਨਜ਼ਰ ਨਹੀਂ ਆਉਂਦਾ। ਚਿੱਤਰ ਇੰਜ ਲੈ ਲਈਏ ਜਿਹੜੇ ਅਸੀਂ ਕਰਮ ਕਰ ਰਹੇ ਹਾਂ ਸਾਰਿਆਂ ਨੂੰ ਨਜ਼ਰ ਆਉਂਦੇ ਨੇ, ਦੇਖ ਸਕਦੇ ਹਨ, ਤੇ ਗੁਪਤ ਅਸੀਂ ਤੱਕ ਲਈਏ ਜਿਹੜੇ ਸਾਡੇ ਮਨ ਦੇ ਫੁਰਨੇ ਹਨ, ਮਨ ਦੇ ਵਿਚਾਰ ਹਨ, ਮਨ ਦੇ ਵਿੱਚ ਜਿਹੜੇ ਫੁਰਨੇ ਉੱਠ ਰਹੇ ਹਨ, ਤੇ ਅੰਤਰ ਬਾਹਰ ਸਭ ਕੁਝ ਜਾਣੇ। ਚਿੱਤਰ ਵੀ ਜਾਣਦਾ ਹੈ ਤੇ ਗੁਪਤ ਵੀ ਜਾਣਦਾ ਹੈ। ਉਹ ਪਰਮਾਤਮਾ ਸਭ ਕੁਝ ਜਾਣਦਾ ਹੈ। ਧੰਨਵਾਦ ਇਕਬਾਲ ਵੀਰ ਜੀ। ਜੀ ਪਰਵਿੰਦਰ ਵੀਰ ਜੀ। ਗੁਰੂ ਸਾਹਿਬ ਸਾਨੂੰ ਅੱਗੇ ਹੋਰ ਸਾਂਝ ਜਿਹੜੇ ਪਾਈ ਜਾਂਦੇ, ਕਹਿੰਦੇ ਨੇ ਵੀ ਏਕੋ ਆਪ ਤੂੰ ਹੈ ਵਡ ਰਾਜਾ। ਕਹਿੰਦੇ ਨੇ ਵੀ ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ। ਗੁਰੂ ਸਾਨੂੰ ਇੱਕ ਭਰੋਸਾ, ਇੱਕ ਵਿਸ਼ਵਾਸ, ਰੱਬ ਵਰਗਾ ਉਹ ਕੋਈ ਨਾ ਕੋਈ ਹੈ, ਨਾ ਕੋ ਕਹਿੰਦੇ ਗੁਣ ਇਹੋ ਹੋਰ ਨਹੀਂ ਕੋਈ, ਨਾ ਕੋ ਹੋਵਾ ਨਾ ਕੋ ਹੋਏ। ਇਹ ਵਿਸ਼ਵਾਸ ਸਾਨੂੰ ਗੁਰੂ ਦਵਾਨਾ ਚਾਹੁੰਦੇ ਨੇ। ਉਹ ਇੱਕੋ ਹੈ, ਉਹਦੇ ਵਰਗਾ, ਉਹਦੀ ਤੁਲਨਾ ਵਰਗਾ ਵੀ ਉਹਦਾ ਕੋਈ ਹੋ ਹੀ ਨਹੀਂ ਸਕਦਾ। ਕਹਿੰਦੇ ਤੁਧ ਜੇਵੜ, ਕਹਿੰਦੇ ਕੋਈ ਹੋਵੇ ਤਾਂ, ਕਹਿੰਦੇ ਤੁਧ ਜੇਹਾ ਤੂੰ ਹੈ ਹੋਈ। ਮੈਨੂੰ ਲਾਈਨ ਤੋਂ ਪੂਰੇ ਯਾਦ ਨਹੀਂ ਨੇ। ਕਹਿੰਦੇ ਤੇਰੇ ਵਰਗਾ ਕੋਈ ਹੋਵੇ, ਕਹਿੰਦੇ ਤੁਧ ਜੇਵੜ ਤੂੰ ਹੈ ਹੋਈ। ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ, ਏਕੋ ਆਪ। ਹੋਰ ਕਹਿੰਦੇ ਤੂੰ ਹੈ ਵਡ ਰਾਜਾ, ਵੀ ਰਾਜਨ ਮੈਂ ਤੂੰ ਰਾਜਾ ਕਹੀਏ, ਭੂਮਨ ਮੈਂ ਭੂਮਾ ਰਾਜਾ। ਕੋਈ ਸਕਦੇ ਕੋ ਬਾਦਸ਼ਾਹ ਸ਼ਾਹ ਸਭ ਬਸ ਕਰਦੀ ਨੇ। ਉਹ ਮਾਲਕ ਇਤਨਾ ਵੱਡਾ ਹੈ ਕਿ ਕੋਈ ਜਿਹੜੇ ਕਹਿੰਦੇ ਵੀ ਬੜੇ ਦੁਨਿਆਵੀ ਰਾਜੇ ਜਿਹੜੇ ਨੇ ਨਾ, ਇਹ ਤੇ ਭੂਪਤ ਸਭ ਦਿਵਸ ਚਾਰ ਕੇ ਨੇ। ਉਹ ਕਹਿੰਦੇ ਨਹੀਂ ਚਲ ਰਾਜ ਸਦਾ ਤਿਸ ਕੇਰਾ, ਉਹਦਾ ਰਾਜ ਤੇਰਾ, ਉਹ ਕਹਿੰਦੇ ਰਾਜ ਤਾਂ ਤੇਰਾ ਸਦਾ ਨੇਚਲ, ਉਹ ਕਦੀ ਆਉਂਦਾ ਜਾਂਦਾ ਨਹੀਂ ਤੇਰਾ। ਕਹਿੰਦੇ ਵੀ ਤੂੰ ਹੈ ਵਡ ਰਾਜਾ, ਉਹ ਤੇਰੀ ਹੁਕੂਮਤ, ਤੇਰਾ ਰਾਜ ਉਹ ਹਮੇਸ਼ਾ ਹਮੇਸ਼ਾ, ਤੇਰੇ ਵਰਗਾ ਹੋਰ ਕੋਈ ਹੈ ਨਹੀਂ, ਵੀ ਉਹ ਏਕੋ ਆਪ, ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਤੇਰੀ ਉਹ ਹੋਰ ਕੋਈ ਹੈ ਨਹੀਂ। ਔਰ ਤੇਰਾ ਰਾਜ ਜਿਹੜਾ ਨਾ ਹਮੇਸ਼ਾ ਕਾਇਮ ਰਹਿੰਦਾ ਹੈ। ਕਹਿੰਦੇ ਹੁਕਮ ਸੱਚੇ ਕਹਿ ਪੂਰੇ ਕਾਜਾ, ਹੁਕਮ ਦੇ ਮੰਮੇ ਨੂੰ ਸਿਹਾਰੀ ਪਾਓ, ਹੁਕਮ ਵਿੱਚ ਚੱਲਿਆ। ਕਹਿੰਦਾ ਇਹਨਾਂ ਆਪਣੇ ਜੀਵਨ ਨੂੰ ਪਰਮਾਤਮਾ ਦੇ ਹੁਕਮ ਵਿੱਚ ਲਿਆਂਦਿਆਂ, ਕਹਿੰਦਾ ਤੇਰੀ ਜ਼ਿੰਦਗੀ ਦੇ ਕਾਜ ਜਿਹੜੇ ਨੇ ਨਾ, ਹੁਕਮ ਸੱਚੇ ਕਹਿ, ਤੇਰੀ ਜ਼ਿੰਦਗੀ ਦਾ ਕਾਜ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਵੀ ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਉਹ ਕਾਜ ਕਿਵੇਂ ਪੂਰਾ ਹੋਏਗਾ? ਉਹ ਕਹਿੰਦੇ ਹਰ ਨਾਮ ਹਿਰਦੇ ਪਰੋਇਆ, ਸਭ ਕਾਜ ਹਮਾਰਾ ਹੋਵਾ। ਵੀ ਉਹ ਗੁਰੂ ਨੇ ਵੀ ਕਹਿੰਦੇ ਸ਼ੀਕਰ ਕਾਰਜ ਲਿਓ ਸਵਾਦ, ਜਿਸ ਪਰਪਸ ਵਾਸਤੇ ਜਿਸ ਜਲ ਨਿਧ ਕਾਰਨ ਤੁਮ ਜਗੇ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਅਦਰਵਾਈਜ਼ ਕਹਿੰਦੇ ਘੜੀ ਮੌਤ ਕਾ ਪਾਉਣਾ, ਕਾਜ ਤੂੰ ਆਇਆ ਸੀ ਕਾਜ ਸਵਾਰਨ ਨੂੰ, ਲੇਕਿਨ ਉਹ ਅੱਛਾ ਉਹ ਅਸੀਂ ਦੂਜੇ ਸ਼ਬਦ ਪੜ੍ਹਨੇ ਆ, ਕਹਿੰਦੇ ਹਰ ਕਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਜਿਹੜਾ ਮੇਰਾ ਜ਼ਿੰਦਗੀ ਦਾ ਕਾਜ ਸਵਰਨਾ ਸੀ ਨਾ, ਉਹਦੇ ਵਾਸਤੇ ਮੈਨੂੰ ਪਰਮਾਤਮਾ ਦਾ ਨਾਮ ਰੂਪੀ ਕਪੜਾ, ਪਰਮਾਤਮਾ ਹੀ ਮੇਰੀ ਸ਼ੋਭਾ ਹੋਵੇ, ਇਹਦੇ ਨਾਲ ਮੇਰੀ ਜ਼ਿੰਦਗੀ ਦਾ ਜਿਹੜਾ ਨਾ ਵੀ ਉਹ ਫਿਰ ਗੁਰੂ ਕਹਿੰਦੇ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ। ਤੈਨੂੰ ਇਹ ਕਾਰਜ ਜਿਹੜਾ ਨਾ ਤੈਨੂੰ ਆਪ ਕਰਨਾ ਪਏਗਾ। ਹਰ ਨਾਮ ਹਿਰਦੇ ਪਰੋਆ, ਸਭ ਕਾਜ ਹਮਾਰਾ ਹੋਵਾ। ਜਦੋਂ ਉਹ ਪਰਮਾਤਮਾ ਦਾ ਨਾਮ ਕਹਿੰਦੇ ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਂ ਤੇ ਕਾਜ ਸਰੈ। ਉਹ ਪਰਮਾਤਮਾ ਦਾ ਨਾਮ ਜਪਿਆ ਕਰ। ਕਹਿੰਦੇ ਹਰ ਨਾਮ ਹਿਰਦੇ ਪਰੋਆ, ਜਦੋਂ ਉਹ ਨਾ ਅਸੀਂ ਕਹਿੰਦੇ ਵੀ ਕਹਿੰਦੇ ਹੁਕਮ ਸੱਚੇ ਇੱਕ ਹੈ, ਇੱਕੋ ਨਾਮ ਹੁਕਮ ਹੈ। ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਨੇ ਆ, ਉਹਦੇ ਹੁਕਮਾਂ ਦੇ ਅਨੁਕੂਲ ਚੱਲਨੇ ਆ, ਤੇ ਸਾਡੇ ਜੀਵਨ ਦਾ ਜੋ ਮਨੋਰਥ ਸੀ ਨਾ,
ਉਹ ਪੂਰਾ ਹੋ ਜਾਂਦਾ ਹੈ। ਹੁਕਮ ਸੱਚੇ ਕਹਿ ਪੂਰੇ ਕਾਜ। ਤੇਰਾ ਕਾਜ ਜਿਹੜਾ ਸੀ ਨਾ, ਜਿਸ ਕਾਜ ਵਾਸਤੇ ਤੂੰ ਆਇਆ ਸੀ, ਉਹ ਕਾਜ ਤੇਰਾ ਜਦੋਂ ਤੂੰ ਰੱਬੀ ਹੁਕਮਾਂ ਵਿੱਚ ਟਿਕਿਆ ਰਹੇਗਾ ਨਾ, ਤੇਰਾ ਕਾਰਜ ਉਹ ਪੂਰਾ ਹੋ ਜਾਏਗਾ। ਅੰਤਰ ਬਾਹਰ ਸਭ ਕੁਝ ਜਾਣੇ। ਉਹ ਮਾਲਕ ਐਸਾ ਹੈ ਜੋ ਕਹਿੰਦਾ ਤੂੰ ਕਰਤਾ ਸਭ ਕੁਝ ਜਾਣਦਾ, ਜੋ ਜੀਆਂ ਅੰਦਰ ਵਰਤਾ। ਤੂੰ ਸਾਰਿਆਂ ਦੇ ਅੰਦਰ ਬੈਠੇ ਹੋਏ ਹੈ। ਤੈਨੂੰ ਮਤਲਬ ਉਹ ਕੋਈ ਬੰਦੇ ਭੁਲੇਖਾ ਹੋਵੇ ਕਿ ਉਹ ਕਹਿੰਦਾ ਦੇ ਕੇ ਵਾੜ ਅਨਕ ਪਰਦੇ ਮੈਂ ਪਰਦਾਰਿਆਂ ਸੋ ਫਾਕੇ, ਵੀ ਉਹ ਕਹਿੰਦਾ ਜਦ ਚਿੱਤਰਗੁਪਤ ਜब पूछा ਲੇਖਾ पूछे तो कहना कौन पर्दा तेरा टाके। ਜਦੋਂ ਰੱਬ ਨੇ ਤੇਰਾ ਨਿਆਂ ਕਰਨਾ, ਰੱਬ ਤੇਰੇ ਕਹਿੰਦਾ ਵੀ ਅੰਤਰ ਬਾਹਰ ਸਭ ਕੁਝ ਜਾਣੇ। ਉਹ ਮਾਲਕ ਤੇਰੇ ਅੰਦਰ ਦੀ ਬਾਹਰ ਦੀ ਸਾਰੀ ਖੇਡ ਨੂੰ ਜਾਣਦਾ ਹੈ। ਕਹਿੰਦਾ ਆਪੇ ਹੀ ਆਪ ਭਤੀਜਾ ਹੈ। ਉਹ ਆਪਣਾ ਸਾਰਾ ਇਹ ਤਮਾਸ਼ਾ ਖੇਡ ਕੇ ਕਹਿੰਦੇ ਵੀ ਕਰ ਆਸਨ ਡਿਠੋ ਚਾਓ, ਬੜੇ ਚਾਅ ਦੇ ਨਾਲ ਇਹ ਸਾਰਾ ਜਿਹੜਾ ਖੇਡ ਤਮਾਸ਼ਾ ਜਿਹੜਾ ਹੈ ਨਾ, ਉਹ ਸਾਰਿਆਂ ਵਿੱਚ ਬੈਠ ਕੇ ਵੀ ਉਹ ਪਰਮਾਤਮਾ ਜਿਹੜਾ ਇਹ ਸਾਰਾ ਖੇਡ ਵਰਤਾ ਕੇ ਵੀ ਆਪ ਹੀ ਸਾਰਿਆਂ ਵਿੱਚ ਬੈਠ ਕੇ ਉਹ ਭਤੀਜ ਰਿਹਾ। ਹਾਂਜੀ जी विजय, धन्यवाद आप जी का। हाँ जी भूआ जी। एको आप तू है वड राजा, हुक्म सचे के पूरे काजा। ਜਦੋਂ ਉਹ ਇੱਕ ਜੋ ਨਾਮ ਜਿਸਨੂੰ ਕਹਿੰਦੇ ਹਾਂ, ਜੋ ਗੁਣਾਂ ਦਾ ਭਰਪੂਰ ਹੈ, ਜਿਸਨੂੰ ਅਸੀਂ ਹੁਕਮ ਵੀ ਕਹਿੰਦੇ ਹਾਂ, ਉਹ ਜਦੋਂ ਮਨ ਵਿੱਚ ਆ ਕੇ ਪੂਰੀ ਸ੍ਰਿਸ਼ਟੀ ਦੇ ਅੰਦਰ ਉਹਦਾ ਵਰਤਾਵਾ ਹੋ ਜਾਂਦਾ ਹੈ, ਫਿਰ ਕਹਿੰਦੇ ਨੇ ਕਿ ਹੁਣ ਉਹ ਸਭ ਜਗ੍ਹਾ ਤੇ ਇੱਕੋ ਹੀ ਇੱਕ ਹੈ। ਜੋ ਹਉਮੈ ਸੀ ਉਹ ਬਹੁਤ ਪਿੱਛੇ ਛੁੱਟ ਗਈ, ਖਤਮ। ਹੁਣ ਖਾਲੀ ਇੱਕੋ ਇੱਕ ਹੈ ਹਰ ਜਗ੍ਹਾ ਦੇ ਅੰਦਰ, ਮਨ ਦੇ ਅੰਦਰ ਪੂਰੀ ਸ੍ਰਿਸ਼ਟੀ, ਜੀ ਜੰਤ, ਰੋਮ ਇੰਦਰੀਆਂ ਦੇ ਅੰਦਰ ਪੂਰਾ ਦਾ ਪਸਾਰਾ ਹੋ ਗਿਆ। ਔਰ ਹੁਣ ਹੁਕਮ ਸੱਚੇ ਕਹਿ ਪੂਰੇ ਕਾਜਾ। ਉਸਦਾ ਕਾਜ ਕੀ ਸੀ ਕਿ ਸਾਰਿਆਂ ਨੂੰ ਇੱਕ ਨਾਲ ਜੋੜਨਾ। ਹੁਣ ਜਦੋਂ ਮਨ ਦੇ ਅੰਦਰ ਪੂਰੀ ਸ੍ਰਿਸ਼ਟੀ ਦੇ ਅੰਦਰ ਉਸਦਾ ਵਰਤਾਵਾ ਹੋ ਗਿਆ ਤਾਂ ਉਹਦਾ ਕਾਜ ਪੂਰਾ ਹੋ ਗਿਆ, ਕਿਉਂਕਿ ਸਭ ਇੱਕ ਦੇ ਨਾਲ ਜੁੜ ਗਏ। ਪਰ ਜਦੋਂ ਇੱਕ ਦੇ ਨਾਲ ਜੁੜ ਗਏ ਤੇ ਸਮਝੋ ਸਭ ਦੇ ਅੰਦਰ, ਸਾਰੀ ਜੀ ਜੰਤ, ਰੋਮ ਦੇ ਅੰਦਰ ਉਹ ਇੱਕ ਹੈਗਾ ਜੋ ਸਭ ਕੁਝ ਜਾਣਦਾ ਹੈ, ਔਰ ਉਹ ਹੁਣ ਸੰਤੁਸ਼ਟ ਹੋ ਕੇ ਬੈਠ ਗਿਆ। ਕਿਉਂ? ਕਿਉਂਕਿ ਉਸ ਦਾ ਹੀ ਪਸਾਰਾ, ਉਸ ਦਾ ਹੀ ਤਖਤ, ਉਸ ਦਾ ਹੀ ਰਾਜਪਾਟ ਪੂਰੀ ਤਰ੍ਹਾਂ ਰਮਿਆ ਹੋਇਆ ਹੈ। ਹਾਂਜੀ धन्यवाद भूआ जी। हाँ जी, पूरी अंदर दी सृष्टि दी बनतर बारे आप जी समझाना कर दियो। धन्यवाद आप जी का। अज 3 पदियां दे पाठ होए हैं ते अरविंदर वीर जी आप जी नु बेनती, आप जी 3 पदियां दे पाठ गायन कर लिया जे ते फिर उपरंत सवाल जवाब आरंभ होने। सा चाह तखत सच्ची पातशाही, सच खजीना सा चाह शाही, आपे सच तारियो सब साचा, सच्चे सच वरती जाहे, सच तपावस सच्चे केरा, साचा थान सदा प्रभ तेरा, सच्ची कुदरत सच्ची बाणी, सच साहिब सुख की जाहे, एको आप तू है वड राजा, हुक्म सच्चे कै पूरे काजा, अंतर बाहर सब किछ जाने, आपे ही आप पति जाहे। वाहिगुरु जी का खालसा, वाहिगुरु जी की फतेह। होइयां बेअंत भुलां दी खिमा। वाहिगुरु जी का खालसा, वाहिगुरु जी की फतेह।
ਹਰਪ੍ਰੀਤ ਵੀਰ ਜੀ ਚੈਟ ਬਾਕਸ ਵਿੱਚ ਇੱਕ ਸਵਾਲ ਪਾਇਆ ਹੈ। ਆਪ ਜੀ ਪਲੀਜ਼ ਸਕਰੀਨ ਤੇ ਸ਼ੇਅਰ ਕਰ ਦਿਓ ਜੀ। Is it necessary that every truly spiritually enlightened person will be our person too? ਉਹਨਾਂ ਨੇ ਜਿਹੜਾ ਪੂਰੀ ਤਰ੍ਹਾਂ ਤੋਂ ਸਪਿਰਚੁਅਲ ਹੋ ਗਿਆ ਕਿ ਉਹ ਰਿਲੀਜੀਅਸ ਬੰਦਾ ਵੀ ਹੋਏਗਾ, ਇਸ ਬਾਬਤ ਹਰਵਿੰਦਰ ਜੀ ਨੇ ਸਵਾਲ ਪੁੱਛਣਾ ਕੀਤਾ ਹੈ ਕੈਨੇਡਾ ਤੋਂ। ਇਸ ਦੋਨੋਂ ਦੀ ਬਰੀਕੀ ਬਾਰੇ ਵੀ ਉਹਨੇ ਗੱਲ ਕੀਤੀ ਜਾਣੀ ਹੈ, ਦੋਨੋਂ ਵਿੱਚ ਕੀ ਫਰਕ ਹੈ ਉਸ ਬਾਬਤ ਵੀ ਗੱਲ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਇੱਕ ਸ਼ਨੀਵਾਰ ਦੇ ਪ੍ਰੋਗਰਾਮ ਬਾਰੇ ਮੈਂ ਆਪ ਜੀ ਨਾਲ ਸਾਂਝ ਪਾਉਣਾ ਚਾਹ ਰਿਹਾ। ਸ਼ਨੀਵਾਰ ਨੂੰ ਗੁਰਦੀਪ ਵੀਰ ਜੀ ਨੇ ਹੁਕਮ ਵਿਸ਼ੇ ਉੱਤੇ ਸਾਡੇ ਨਾਲ ਸਾਂਝ ਪਾਉਣੀ ਹੈ, ਤੇ ਸੈਟਰਡੇ ਨੂੰ ਵੀ ਬੇਨਤੀ ਹੈ ਸਾਰਿਆਂ ਨੂੰ ਕਿ ਜ਼ਰੂਰ ਹਾਜ਼ਰੀ ਭਰਿਆ ਜਾਏ। ਜੀ ਹਰਵਿੰਦਰ ਵੀਰ ਜੀ ਆਪ ਜੀ ਆਰੰਭ ਕਰੋਗੇ ਇਸ ਵਿਸ਼ੇ ਤੇ। ਜਿਹੜਾ ਮੇਰੇ ਖਿਆਲ ਨਾਲ ਤੇ ਜਿਹੜਾ ਵੀਰ ਜੀ ਗੱਲ ਪੁੱਛਣਾ ਚਾਹੁੰਦੇ ਨੇ ਨਾ, ਮੇਰੇ ਖਿਆਲ ਨਾਲ ਹੀ ਇਜ਼ ਟਾਕਿੰਗ ਅਬਾਊਟ ਇੰਸਟੀਟਿਊਸ਼ਨਲਾਈਜ਼ਡ ਰਿਲੀਜਨ। ਹਰਵਿੰਦਰ ਜੀ ਸੌਰੀ ਮੈਂ ਆਪ ਜੀ ਨੂੰ ਇੰਟਰਰਪਟ ਕਰ ਰਿਹਾ। ਹਾਂਜੀ ਸਵਾਲ ਆਇਆ ਨਾ, ਮੈਨੂੰ ਇੱਕ ਗੱਲ ਯਾਦ ਆਈ ਹੈ। ਮੇਰੇ ਇੱਕ ਫਰੈਂਡ ਹੈਗਾ, ਉਹਦੀ ਆਪਣੀ ਡਾਟਰ ਨਾਲ ਗੱਲ ਹੋ ਰਹੀ ਸੀ, ਤੇ ਉਹ ਜਦੋਂ ਬੱਚੇ ਨੂੰ ਪਾਠ ਕਰਨ ਬਾਰੇ ਜਾਂ ਕਿਸੇ ਬਾਰੇ ਉਹ ਕਹਿੰਦਾ ਸੀ ਨਾ, ਤੇ ਬੱਚਾ ਕਹਿੰਦਾ ਸੀ ਪਾਪਾ ਆਈ ਐਮ ਸਪਿਰਿਚੁਅਲ, ਆਈ ਐਮ ਨਾਟ ਰਿਲੀਜੀਅਸ। ਤੇ ਬਈ ਇਹਦਾ ਥੋੜਾ ਨਾ ਫਰਕ ਦੱਸੋ ਲੋਕਾਂ ਨੂੰ ਸਪਿਰਿਚੁਅਲ ਤੇ ਰਿਲੀਜੀਅਸ ਬਾਰੇ ਨਾ। ਬੱਚੇ ਆਏ ਕਹਿੰਦੇ ਨੇ ਵੀ ਆਈ ਐਮ ਸਪਿਰਿਚੁਅਲ, ਆਈ ਐਮ ਨਾਟ ਰਿਲੀਜੀਅਸ। ਮੈਂ ਪਾਠ ਕਰਨ ਵਾਸਤੇ ਨਾ ਕਿਆ ਕਰਾਂ, ਮੈਂ ਸਪਿਰਿਚੁਅਲ ਹੈਗਾ, ਮੈਂ ਠੀਕ ਹੈਗਾ। ਪਲੀਜ਼ ਆਪ ਜਿਹੜਾ ਇਹਦੇ ਵਾਸਤੇ ਜਾਣਨਾ ਪਾਓ ਥੋੜਾ ਜਿਹਾ। ਇੱਕ ਮੇਰੇ ਖਿਆਲ ਨਾਲ ਤੇ ਜੋ ਪਰਪਸ ਹੈ ਨਾ ਸਾਡਾ, ਇੱਕ ਜਿਹੜਾ ਰਿਲੀਜੀਓਸਿਟੀ ਦਾ ਪਰਪਸ ਸੀ ਸਪਿਰਿਚੁਅਲਿਟੀ, ਤੇ ਜਿਹੜੇ ਬੱਚੇ ਮੁਨਕਰ ਨੇ ਨਾ, ਬੱਚੇ ਮੁਨਕਰ ਨੇ ਇੰਸਟੀਟਿਊਸ਼ਨਲਾਈਜ਼ਡ ਰਿਲੀਜਨ ਤੋਂ। ਦੇਖੋ ਅਸੀਂ ਜਦੋਂ ਇੱਕ ਆਮ ਤੌਰ ਤੇ ਦੇਖਾਂਗੇ ਨਾ ਵੀ ਅੱਜ ਦੁਨਿਆਵੀ ਤੌਰ ਤੇ ਵੀ ਅਸੀਂ ਕਹਿੰਦੇ ਅਸੀਂ ਬੱਚਿਆਂ ਨੂੰ ਸਕੂਲ ਕਿਉਂ ਭੇਜਣੇ ਪਏ ਆ, ਅਸੀਂ ਨੌਲੇਜ ਲੈਣ ਵਾਸਤੇ ਬੱਚਿਆਂ ਨੂੰ ਭੇਜਣੇ ਪਏ ਆ। ਨੌਲੇਜ ਇਜ਼ ਫਾਰ ਮੋਰ ਇੰਪੋਰਟੈਂਟ। ਜਿਹੜਾ ਤੁਹਾਨੂੰ ਜਿਹੜਾ ਅੱਜ ਸਾਡੇ ਕੁਦਰਤਨ ਕਹਿ ਲਓ, ਜਿਹੜੇ ਹਾਲਾਤ ਵੀ ਐਸੇ ਬਕਾਇਦਾ ਹੈ ਵੀ, ਅਸੀਂ ਜਦੋਂ ਦੇਖਾਂਗੇ ਨਾ ਵੀ ਸਾਡੇ ਜਿਹੜੇ ਕੇਂਦਰ ਜਿਹੜੇ ਨੇ ਨਾ, ਉਹ ਮਾਨੋ ਜਿੱਥੋਂ ਗਿਆਨ ਮਿਲਣਾ ਸੀ ਨਾ, ਉੱਥੋਂ ਕੇਵਲ ਤੇ ਕੇਵਲ ਸਾਨੂੰ ਕਰਮ ਕਾਂਡੀ ਬਣਾਇਆ ਜਾ ਰਿਹਾ। ਉੱਥੇ ਕਿਹਨਾਂ ਚੀਜ਼ਾਂ ਨੂੰ ਜਿਹੜਾ ਨਾ ਉਹ ਪ੍ਰਮੋਟ, ਕਿਹਨਾਂ ਚੀਜ਼ਾਂ ਨੂੰ ਸਾਨੂੰ ਨਾ ਸਮਟਾਈਮਸ ਵੀ ਹੈਵ ਅ ਵੈਰੀ ਨੀ ਜਰਕ ਸੌਰਟ ਆਫ ਰਿਐਕਸ਼ਨ। ਅੱਛਾ ਇਹਨੂੰ ਛੱਡ ਦੋ, ਫਿਰ ਇਹਨੂੰ ਨਹੀਂ, ਹਰ ਚੀਜ਼ ਨੂੰ ਜਦ ਤੱਕ ਉਹਦੇ ਡੂੰਘਾਈ ਵਿੱਚ ਨਹੀਂ ਸਮਝਾਂਗੇ ਨਾ, ਪਰਪਸ ਤੇ ਜਿਹੜਾ ਹੈ ਨਾ, ਦੇਖੋ ਸਾਨੂੰ ਜੁੜਨਾ ਗਿਆਨ ਦੇ ਨਾਲ ਹੈ, ਲੇਕਿਨ ਗਿਆਨ ਦੇ ਪ੍ਰਧਾਨ ਵਾਸਤੇ ਜਿਹੜਾ ਹੈ ਨਾ, ਤੁਹਾਨੂੰ ਇੰਸਟੀਟਿਊਟਸ ਕ੍ਰੀਏਟ ਕਰਨੇ ਪੈਂਦੇ ਨੇ। ਜਦੋਂ ਅਸੀਂ ਗੁਰਬਾਣੀ ਵਿੱਚੋਂ ਵੀ ਦੇਖਾਂਗੇ ਨਾ, ਇੱਕ ਉਹ ਜਿਹੜੇ ਸਿੱਧ ਗੋਸ਼ਟ ਜਿਹੜੀ ਬਾਣੀ ਹੈ ਨਾ, ਉਹਦੇ ਅੰਦਰ ਜਿਹੜੇ ਸਿੱਧ ਨੇ ਨਾ ਵੀ ਉਹ ਗੁਰੂ ਸਾਹਿਬ ਨੂੰ ਸਵਾਲ ਕਰਦੇ ਪਏ ਨੇ, ਕਹਿੰਦੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਤੂੰ ਇਹ ਉਦਾਸੀਆਂ ਵਾਲਾ ਰੂਪ ਧਾਰਨ ਕਰ ਲਿੱਤਾ ਹੈ, ਤੂੰ ਆਪਣਾ ਘਰ ਛੱਡ ਕੇ ਆ ਗਿਆ ਹੈ। ਹਲੇ ਗੁਰਮਤਿ ਦਾ ਸਿਧਾਂਤ ਥੋੜੀ ਨਾ ਘਰ ਛੱਡ ਕੇ ਚਲੇ ਜਾਣਾ, ਵੀ ਦੇਸ਼ ਛੋੜ ਪ੍ਰਦੇਸੇ ਤਾਂ ਆਇਆ, ਪੰਚੰਡਾਲ ਨਾਲੇ ਲਿਆਇਆ, ਗੁਰਮਤਿ ਦਾ ਸਿਧਾਂਤ ਤੇ ਨਹੀਂ ਹੈ। ਲੇਕਿਨ ਗੁਰੂ ਸਾਹਿਬ ਅਸੀਂ ਫਿਰ ਵੀ ਦੇਖਣਾ ਕਿ ਉਦਾਸੀਆਂ ਤੇ ਗਏ ਨੇ। 13 ਸਾਲ ਦੀ ਉਦਾਸੀ, 4 ਸਾਲ ਦੀ, 2 ਸਾਲ ਦੀ, ਜਿਹੜੀ ਵੀ ਉਦਾਸੀਆਂ ਦੇ ਗੁਰੂ ਸਾਹਿਬ ਗਏ ਨੇ। ਤੇ ਸਿੱਧ ਵੀ ਨਾ ਗੁਰੂ ਸਾਹਿਬ ਨੂੰ ਸਵਾਲ ਕਰਦੇ ਪਏ ਨੇ, ਕਹਿੰਦੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਤੂੰ ਇਹ ਭੇਖ ਕਿਉਂ ਧਾਰਨ ਕੀਤਾ ਹੋਇਆ। ਵੀ ਜੇ ਅਸੀਂ ਦੇਖਣਾ ਵੀ ਜਿਹੜਾ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਜਦੋਂ ਗੁਰੂ ਸਾਹਿਬ ਜਿਹੜਾ ਮੱਕਾ ਵਾਲੇ ਪਾਸੇ ਗਏ, ਉਹਨਾਂ ਨੇ ਉਕੰਜੇ ਕੱਪੜੇ ਪਾ ਲਿੱਤੇ, ਤੇ ਉਹ ਸਿੱਧ ਜਿਹੜੇ ਨਾ ਸਵਾਲ ਕਰਦੇ ਪਏ ਨੇ। ਗੁਰੂ ਸਾਹਿਬ ਦਾ ਜਵਾਬ ਬੜਾ ਵਧੀਆ ਹੈ, ਕਹਿੰਦਾ ਗੁਰਮੁਖ ਖੋਜਤ ਭਏ ਉਦਾਸੀ। ਮੈਂ ਤੇ ਗੁਰਮੁਖਾਂ ਦੀ ਖੋਜ ਕਰਨੀ ਸੀ। ਮੈਂ ਤੇ ਇੱਕ ਮਾਨੋ ਨਾ ਜਿਸ ਨੌਲੇਜ ਦਾ ਇੰਸਟੀਟਿਊਸ਼ਨਲਾਈਜੇਸ਼ਨ ਨਹੀਂ ਹੁੰਦਾ ਨਾ, ਉਹ ਸਮਾਂ ਪਾ ਕੇ ਨਾ ਮਰ ਜਾਂਦੀ। ਜੇ ਉਹਦੀ ਦੇਖ ਸੰਭਾਲ ਨਹੀਂ ਹੋਏਗੀ ਨਾ, ਅਸੀਂ ਸੰਸਥਾ ਦੇ ਨਾਲ ਬਿਲਕੁਲ ਨਹੀਂ ਜੁੜਨਾ। ਸੰਸਥਾ ਇੱਕ ਸਾਧਨ ਹੈ, ਸੰਸਥਾ ਇਜ਼ ਅ ਟੂਲ। ਲੇਕਿਨ ਅੱਜ ਇੱਕ ਬੰਦਾ ਅੱਜ ਸਵਾਲ ਕਰੇ ਕਿ ਸਕੂਲ ਜਾਣ ਤੋਂ ਬਿਨਾਂ ਪੜ੍ਹਾਈ ਨਹੀਂ ਹੋ ਸਕਦੀ। ਬੰਦਾ ਜੇ ਉਹਨੂੰ ਲੌਜੀਕਲ ਐਂਡ ਤੇ ਜਿਹੜਾ ਪ੍ਰਦੀਪ ਜੀ ਵੀ ਕਹਿ ਰਹੇ ਨੇ ਕਿ ਵੀ ਮੈਂ ਸਪਿਰਿਚੁਅਲ ਹੋਣਾ ਚਾਹੁੰਦਾ ਵਾਂ, ਬੰਦਾ ਕਹੇਗੀ ਕਿ ਸਕੂਲ ਜਾਣ ਤੋਂ ਬਿਨਾਂ ਪੜ੍ਹਾਈ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਘਰ ਬੱਚੇ ਨੂੰ ਵੀ ਪੜ੍ਹਾਇਆ ਜਾ ਸਕਦਾ, ਪੜ੍ਹਾਇਆ ਜਾ ਸਕਦਾ, ਲੇਕਿਨ ਸਮ ਥਿੰਗਸ ਬਿਕਮ ਹਾਈਪੋਥੈਟੀਕਲ, ਕਿਉਂਕਿ ਤਕਰੀਬਨ 100% ਬੱਚਾ ਸਕੂਲ ਵਿੱਚ ਜਾ ਰਿਹਾ। 100% ਕਹਿ ਲਓ, 95 ਕਹਿ ਲਓ, 98% ਕਹਿ ਲਓ,
ਕਿਸੇ ਸੰਸਥਾ ਦੀ ਨਾ ਆਪਣੀ ਲੋੜ ਹੈ, ਲੇਕਿਨ ਸੰਸਥਾ ਗਿਆਨ ਨਹੀਂ ਹੈ। ਸੰਸਥਾ ਵਿੱਚੋਂ ਗਿਆਨ ਮਿਲਣਾ ਸੀ। ਇਹ ਜਿਹੜਾ ਗੁਰੂ ਸਾਹਿਬ ਨੇ ਗੁਰਮੁਖ ਖੋਜਤ ਭਏ ਉਦਾਸੀ, ਮੈਂ ਤੇ ਗੁਰਮੁਖਾਂ ਨੂੰ ਇਕੱਠਾ ਕਰਨਾ ਸੀ। ਵੀ ਉਹ ਇੱਕ ਹੋਰ ਥਾਂ ਦੇ ਗੁਰੂ ਸਾਹਿਬ ਨੇ ਕਹਿੰਦੇ ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿਦਾ ਭਾਲਕ ਹੈ। ਮੈਂ ਤੇ ਧਰਮਸਾਲ, ਧਰਮ ਦੀ ਸ਼ਾਲਾ ਜਿੱਥੋਂ ਧਰਮ ਦੇ ਬਾਰੇ ਸਿਖਲਾਈ ਦਿੱਤੀ ਜਾਵੇ। ਮੈਂ ਕੀ ਕੀਤਾ, ਮੈਂ ਸਾਰੇ ਜਿਹੜੇ ਗੁਰਮੁਖ ਸਨ ਉਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਢੂੰਡਿਆ ਹੈ। ਮੈਂ ਕਿਉਂਕਿ ਅਸੀਂ ਜਦੋਂ ਅਸੀਂ ਦੇਖਦੇ ਪਏ ਨਾ ਜਿਹੜੀ ਐਲੋਪੈਥਿਕ ਮੈਡੀਸਿਨ ਜਿਹੜੀ ਹੈ, ਅਸੀਂ ਕਈ ਵਾਰ ਸੁਣਨੇ ਆ ਕਿ ਜਿਹੜਾ ਐਂਸ਼ੀਅੰਟ ਇੰਡੀਆ ਸੀ ਨਾ, ਉਹਦੇ ਅੰਦਰ ਸਾਇੰਸ ਵਾਸ ਵੈਰੀ ਹਾਈਲੀ ਡਿਵੈਲਪਡ, ਲੇਕਿਨ ਉਹ ਚਲਦੀ ਕਿਵੇਂ ਸੀ, ਬਸ ਕੇਵਲ ਸੀਨਾ ਬਸੀਨਾ। ਪਿਓ ਨੇ ਪੁੱਤਰ ਨੂੰ ਕਿਹਾ ਅੱਗੇ, ਉਹਦਾ ਇੰਸਟੀਟਿਊਸ਼ਨਲਾਈਜੇਸ਼ਨ ਨਹੀਂ ਕੀਤਾ ਗਿਆ ਸੀ ਸ਼ਾਇਦ, ਉਹਦਾ ਗੁੱਡ ਕਲਾਸੀਫਿਕੇਸ਼ਨ। ਜਦੋਂ ਅਸੀਂ ਦੇਖਦੇ ਹਾਂ ਵੀ ਗੁਰੂ ਸਾਹਿਬ ਨੇ ਅੱਜ ਅਸੀਂ ਵਾਈ ਡੂ ਵੀ ਫੀਲ ਸੋ ਪ੍ਰਾਊਡ, ਅਸੀਂ ਜਦੋਂ ਕਹਿੰਦੇ ਹਾਂ ਕਿ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਫੇਰ ਕਰਨੀ ਆਲਮੋਸਟ ਇੰਪੋਸੀਬਲ ਹੈ। ਜੇ ਇਹ ਕੰਪਾਈਲੇਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਅਰਜਨ ਦੇਵ ਜੀ ਨਾ ਕਰਦੇ, ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਬਾਣੀ ਸੀ, ਅੱਜ ਅਸੀਂ ਦੇਖਦੇ ਪੁਣੇ ਵੀ ਹੈਡ ਅ ਸੈਮੀਨਾਰ, ਇੱਥੇ ਕਈ ਸਾਲ ਪਹਿਲੇ ਦੀ ਗੱਲ ਪਿਆ ਕਰਨਾ, ਮੈਂ ਤਕਰੀਬਨ 10-12 ਸਾਲ ਪਹਿਲੇ ਦੀ ਗੱਲ ਪਿਆ ਕਰਨਾ ਪਿਆ, ਤੇ ਉੱਥੇ ਪੁਣੇ ਯੂਨੀਵਰਸਿਟੀ ਤੋਂ ਕੋਈ ਜਿਹੜੇ ਬੰਦੇ ਆਏ ਸਨ ਜੋ ਭਗਤ ਨਾਮਦੇਵ ਜੀ ਦੇ ਬਾਣੀ ਦੇ ਬਾਰੇ ਜਿਹੜਾ ਨਾ ਉਹ ਕਹਿੰਦੇ ਪਏ ਸਨ। ਉਹਨਾਂ ਦਾ ਕਹਿਣਾ ਸੀ, ਕਹਿੰਦੇ ਨੇ ਵੀ ਕੰਸੀਡਰ ਗੁਰੂ ਗ੍ਰੰਥ ਸਾਹਿਬ ਐਜ਼ ਦੀ ਮੋਸਟ ਆਥੈਂਟਿਕ ਸੋਰਸ ਫॉर ਭਗਤ ਨਾਮਦੇਵ ਜੀ ਦੀ ਬਾਣੀ। ਪਾਓ ਅੱਜ ਅਸੀਂ ਉਹ ਕਬੀਰ ਸਾਹਿਬ ਬਾਰੇ ਵੀ ਦੇਖਦੇ ਹਾਂ ਨਾ, ਜਦੋਂ ਕਬੀਰ ਸਾਹਿਬ, ਕਬੀਰ ਟਾਈਟਲ ਦੇ ਹੇਠਾਂ ਬਹੁਤ ਸਾਰੀ ਬਾਣੀ ਅਦਰਵਾਈਜ਼ ਹੀ ਉਚਾਰਨ ਕੀਤੀ ਗਈ ਹੈ, ਕਿਉਂਕਿ ਸ਼ਾਇਦ ਉਹਨੂੰ ਨਾ ਇੱਕ ਸੰਸਨੀਕਰਨ ਨਹੀਂ ਕੀਤਾ ਗਿਆ, ਉਹਨੂੰ ਪ੍ਰੋਪਰਲੀ ਉਹਨੂੰ ਸੰਭਾਲਿਆ ਨਹੀਂ ਗਿਆ। ਅੱਜ ਅਸੀਂ ਜਿਤਨੇ ਅਸੀਂ ਤਕਰੀਬਨ ਇੱਥੇ ਬੈਠੇ ਆ ਨਾ, ਜਿਹੜੇ ਬਾਣੀ ਨਾਲ ਪੜ੍ਹਨੇ, ਸੁਣਨੇ, ਵਿਚਾਰਨੇ ਪਏ ਆ, ਕਦੀ ਨਾ ਅਸੀਂ ਆਈ ਐਮ ਨੋਟ ਸੇਇੰਗ 100%, ਲੇਕਿਨ ਤਕਰੀਬਨ ਸ਼ਾਇਦ 70-80% ਨਾ ਬਚਪਨ ਵਿੱਚ ਅਸੀਂ ਗੁਰਦੁਆਰਿਆਂ ਵਿੱਚ ਕੋਈ ਛੋਟਾ ਕੰਪੀਟੀਸ਼ਨ ਸੀ, ਮੈਨੂੰ ਯਾਦ ਹੈ, ਆਈ ਵਾਸ ਇਨ ਸ਼ਾਇਦ ਮੇਬੀ 4th-5th, 10 ਰੁਪਏ ਦਾ ਇਨਾਮ ਸੀ ਜਪਜੀ ਸਾਹਿਬ ਦੀਆਂ 5 ਪੌੜੀਆਂ ਸੁਣਾਉਣ ਵਾਸਤੇ। maybe that was one of the seeds ਜੋ ਇੱਕ ਸੰਸਥਾ ਦੇ ਰਾਹੀਂ ਪਿਰੋਇਆ ਗਿਆ, ਜੋ ਅੰਦਰ ਪਾਇਆ ਗਿਆ। ਉਹ ਅੱਗੇ ਕੀ ਫਲੀਫੂਤ ਹੋਏਗਾ ਗੱਲ ਵੱਖਰੀ ਹੈ। ਹਾਂ, ਸੰਸਥਾ is always run, we should not have a knee jerk sort of an approach ਕਿ ਨਹੀਂ ਇੱਥੇ ਨਹੀਂ ਕਰਦੇ, ਛੱਡੋ ਇਹਨੂੰ ਹੀ ਬੰਦ ਕਰ ਦਿਓ। ਉਹਦੇ ਆਪਣੇ ਰੋਲ ਨੂੰ ਐਨਾਲਾਈਜ਼ ਕਰੋ। ਸੰਸਥਾ ਗਿਆਨ ਨਹੀਂ ਹੈ, ਬਿਲਕੁਲ ਗਿਆਨ ਨਹੀਂ ਹੈ। ਹੁਣ ਮੇਰੇ ਹਿਸਾਬ ਨਾਲ ਤੇ ਆਈ ਫੀਲ ਕਿ ਸੱਚੀ ਭਗਤੀ ਜਿਹੜੀ ਹੈ ਨਾ, ਉਹ ਹੈ। ਦੇਖੋ, ਸੰਸਥਾਵਾਂ ਦੀ ਸਾਨੂੰ ਲੋੜ ਹੈ। ਜੇ ਅੱਜ ਸਾਨੂੰ ਗੁਟਕੇ ਚਾਹੀਦੇ ਨੇ, ਜਾਂ ਅਸੀਂ ਕਿਸੇ ਨਾਲ ਵਿਚਾਰ ਕਰਨਾ ਚਾਹੁੰਦੇ ਹਾਂ, ਸਾਡੇ ਮਨ ਵਿੱਚ ਕੋਈ ਵਿਚਾਰ ਆਈਏ, ਅਸੀਂ ਉਹਨੂੰ ਸਾਂਝ ਕਰਨਾ ਚਾਹੁੰਦੇ ਹਾਂ, ਅਸੀਂ ਜਾਵਾਂਗੇ ਕਿਤੇ? ਅਸੀਂ ਅਸੀਂ ਕਹਿ ਰਹੀ ਸਾਡਾ ਅੱਜ ਦਾ ਵੀ ਪਲੇਟਫਾਰਮ ਕੀ ਹੈ? ਅੱਜ ਤੇ ਰੱਬ ਕੀਤਾ ਇੱਕ ਸੋਰਸ, ਸਾਡੇ ਕੋਲ ਸਾਧਨ ਮਿਲ ਗਿਆ ਸਾਨੂੰ, ਅੱਜ ਅਸੀਂ ਲੇਕਿਨ ਹੈ ਤੇ ਇਹ ਵੀ ਇੱਕ ਪਲੇਟਫਾਰਮ ਹੀ ਹੈ, ਇੱਕ ਛੋਟੀ ਜਿਹੀ ਸੰਸਥਾ ਹੈ ਕਹਿ ਲਓ। ਇਹਨੂੰ ਚਲਾਉਣ ਵਾਲੇ ਵੱਖਰੇ ਬੰਦੇ ਨੇ, ਹਰ ਬੰਦੇ ਦੀ ਆਪਣੀ ਆਪਣੀ ਡਿਊਟੀ ਹੈ, ਬਈ ਉਹਨਾਂ ਨੇ ਇਹ ਕੰਮ ਕਰਨਾ ਹੈ, ਉਹ ਕੰਮ ਕਰਨਾ ਹੈ। ਸੰਸਥਾ ਆਪਣੇ ਆਪ ਵਿੱਚ ਗਿਆਨ ਨਹੀਂ ਹੈ। ਅਸੀਂ ਉਪਾਸ਼ਕ ਗਿਆਨ ਦੇ ਹਾਂ। ਸੰਸਥਾ ਇਜ਼ ਅ ਟੂਲ। ਇਹਨੂੰ ਬੜਾ ਗੁਰੂ ਗ੍ਰੰਥ ਸਾਹਿਬ ਦੀ ਸਪਿਰਿਚੁਅਲਿਟੀ ਕੈਨ ਬੀ ਡਿਸਕਸਡ। ਅਸੀਂ ਸਾਡੇ ਸੰਸਨਿਕ ਰੂਲ ਨੇ ਨਾ, ਵੀ ਅਸੀਂ ਕਿਉਂ ਗੁਰੂ ਗ੍ਰੰਥ ਸਾਹਿਬ ਅੰਦਰ ਕਿੱਥੇ ਨਹੀਂ ਲਿਖਿਆ ਹੋਇਆ ਕਿਸੇ ਨੇ ਪਗੜੀ ਪਾਣੀ? ਗੁਰੂ ਗ੍ਰੰਥ ਸਾਹਿਬ ਅੰਦਰ ਕਿੱਥੇ 5 ਕਕਾਰਾਂ ਦਾ ਕੋਈ ਜ਼ਿਕਰ ਨਹੀਂ? ਇਹ ਸੰਸਥਾ ਦੇ ਨਿਯਮ ਨੇ। ਸੰਸਥਾ ਵੱਖ-ਵੱਖ ਸਮਿਆਂ ਦੇ ਉੱਤੇ ਵੱਖ-ਵੱਖ ਨਿਯਮ ਬਣਾ ਸਕਦੀ। ਸੋ ਦਿਸ ਇਜ਼ ਜਸਟ ਅ ਸੋਰਸ ਆਫ ਇੱਕ ਡਿਸਪਲਿਨ ਵਿੱਚ ਚੱਲਣ ਵਾਸਤੇ ਗੱਲ ਹੈ। ਅਲਟੀਮੇਟਲੀ ਯੂ ਹੈਵ ਟੂ, ਸੰਸਥਾ ਦਾ ਪਰਪਸ ਸੀ ਇਨ ਜੁਆਇਨਿੰਗ ਯੂ ਟੂ ਸਪਿਰਿਚੁਅਲਿਟੀ। ਸੋ ਸਾਨੂੰ ਇਸ ਕਲੈਰਿਟੀ ਦੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਨਾ, ਵੀ ਅਲਟੀਮੇਟਲੀ ਹੈਵ ਟੂ ਕਮ ਡਾਊਨ ਟੂ ਸਪਿਰਿਚੁਅਲਿਟੀ। ਪਰਪਸ ਜਿਹੜਾ ਹੈ ਨਾ, ਉਹ ਕੇਵਲ ਕਿਉਂਕਿ ਜਿਹੜਾ ਬਹੁਤਾ ਜਿਹੜਾ ਗੁਰਦੁਆਰਿਆਂ ਦੇ ਕਬਜ਼ਾ, ਸੰਸਥਾਵਾਂ ਦੇ ਉੱਤੇ ਝਗੜੇ ਸਾਰੇ ਸੰਸਥਾਵਾਂ ਦੇ ਨੇ। ਸੰਸਥਾਵਾਂ ਦੀ ਸੰਭਾਲ ਨੂੰ ਲੈ ਕੇ ਹੀ ਸਾਰੇ ਝਗੜੇ ਨੇ। ਔਰ ਆਮ ਤੌਰ ਤੇ ਜਿਹੜੇ ਸੰਸਥਾ ਦਾ ਸੰਭਾਲ ਮੰਗਦੇ ਪਏ ਨੇ, ਉਹਨਾਂ ਕੋਲ ਸਪਿਰਿਚੁਅਲਿਟੀ ਤੇ ਹੈ ਹੀ ਨਹੀਂ। ਸੋ ਉਸ ਪੱਖੋਂ ਦੇਖੀ ਨਾ, ਬੰਦੇ ਨੇ ਸੰਸਥਾ ਦੇ ਨਾਲ ਬਹੁਤ ਜ਼ਿਆਦਾ ਇਨਵੋਲਵ ਨਹੀਂ ਹੋਣਾ ਚਾਹੀਦਾ। ਸੰਸਥਾ ਇੱਕ ਸਾਧਨ ਜ਼ਰੂਰ ਹੈ, ਔਰ ਮੇਰੇ ਹਿਸਾਬ ਨਾਲ ਆਈ ਫੀਲ ਜਿਹੜੀ ਸੱਚੀ ਭਗਤੀ ਹੈ ਹੀ ਉਹ, ਜਿਹੜਾ ਅਸੀਂ ਕੋਸ਼ਿਸ਼ ਕਰੀਏ, ਔਰ ਵਿਗੜਨ ਵਾਲੀ ਹੈ।
ऐसा नहीं है कि जे एक संस्था आज बनाई है ना जी SGPC कदी 100 साल पहला बनी सी ना, बड़ी वधिया संस्था सी। टाइम पा के क्योंकि उन्हें चलाने वाले बंदे ने ਉਹਦੇ ਉੱਤੇ ਉਹਨਾਂ ਦਾ ਇਨਫਲੂਐਂਸ ਜਿਹੜਾ ਹੈ ਨਾ, ਉਹਨਾਂ ਦਾ ਡਾਇਰੈਕਟ ਇਨਫਲੂਐਂਸ, ਉਹਨਾਂ ਉੱਤੇ ਜਿਨ੍ਹਾਂ ਦਾ ਇਨਫਲੂਐਂਸ ਚੱਲਦਾ ਹੈ, ਜਿਨ੍ਹਾਂ ਦੇ ਦਬਾਅ ਹੇਠਾਂ ਉਹ ਆ ਜਾਂਦੇ ਨੇ, ਜੋ ਸੰਸਥਾ ਚਲਾਉਂਦੇ ਹੁੰਦੇ ਨੇ, ਉਹ ਵਿਗੜਨਾ ਹੀ ਵਿਗੜਨਾ। ਸੋ ਸਾਡੇ ਜੀਵਨ ਦੀ, ਕਿਉਂਕਿ ਸੰਸਥਾ ਸਾਡੀ ਲੋੜ ਹੈ, ਜੇ ਸੰਸਥਾ ਵਿੱਚ ਨਹੀਂ ਜਾਵਾਂਗੇ, ਸਾਨੂੰ ਸੰਸਥਾ ਇਜ਼ ਅ ਟੂਲ। ਸੋ ਸਾਡੀ ਭਗਤੀ ਜਿਹੜੇ ਇੱਕ ਪਾਸੇ ਕਈ ਵਾਰ ਕਹਿੰਦੇ ਕਿ ਉਹ ਕਹਿੰਦਾ ਵੀ ਇੱਕ ਪਾਸੇ ਗੁਰੂ ਕਹਿੰਦਾ ਕਾਇ ਜਪੋਰੇ ਕਾਇ ਤਪੋਰੇ, ਉਹ ਦੂਜੇ ਪਾਸੇ ਗੁਰੂ ਕਹਿੰਦਾ ਵੀ ਉਹ ਕਹਿੰਦਾ ਕਹੋ ਨਾਨਕ ਹਮ ਨੀਚ ਕਰਮਾਂ ਤੋਂ ਪਹਿਲਾਂ ਕਹਿੰਦੇ ਨੇ ਵੀ ਉਹ ਜਪ ਤਪ ਨਾ ਕਮਾਇਆ, ਕਹਿੰਦਾ ਸੇਵਾ ਸਾਧਨਾ ਜਾਣਿਆ, ਕਹੋ ਨਾਨਕ ਹਮ ਨੀਚ ਕਰਮਾਂ। ਮੈਂ ਜਪ ਤਪੱਸਿਆ ਕਿਹੜੀ ਕਰਨੀ ਹੈ? ਕਹਿੰਦਾ ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। ਗੁਰਮਤ ਦੇ ਗਿਆਨ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਨੂੰ ਕੋਈ ਨਾ, ਇਹ ਸਾਡਾ ਪਲੇਟਫਾਰਮ ਕੀ ਹੈ? ਗੁਰਮਤ ਦੇ ਪ੍ਰਚਾਰ ਪ੍ਰਸਾਰ ਵਾਸਤੇ ਇੱਕ ਹਿੱਲਾ ਵਸੀਲਾ ਹੈ। ਸਾਡੀਆਂ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਨਾ, ਹੋ ਸਕਦਾ ਸਮਾਂ ਪਾ ਕੇ ਸਾਡਾ ਪਲੇਟਫਾਰਮ ਹੀ ਖਰਾਬ ਹੋ ਜਾਵੇ, ਹੋ ਸਕਦਾ ਹੈ। ਬੁੱਧੋ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਨਾਲ ਵੀ ਹੋਇਆ ਇਹ ਕੁਛ ਹੀ ਹੈ। ਤੋ ਸੱਚੀ ਭਗਤੀ ਇੱਕ ਹਿਸਾਬ ਨਾਲ ਹੈ ਹੀ ਉਹ ਕਿ ਤੁਸੀਂ ਸੰਸਥਾਵਾਂ ਨੂੰ ਹੋ ਸਕੇ, ਕਿਉਂਕਿ ਇਟਸ ਅ ਬਿਗ ਪਲੇਸ ਜਿੱਥੇ ਇੱਕ ਤੇ ਤੁਹਾਡਾ ਜੋ ਮਟੀਰੀਅਲ ਹੈ ਉਹ ਸੇਫ ਤੇ ਪਿਆ ਰਹੇਗਾ। ਅਸੀਂ ਕਹਿ ਰਹੇ ਹਾਂ ਕਿ ਅੱਜ ਜੇ ਇਹ ਗੁਰੂ ਗ੍ਰੰਥ ਸਾਹਿਬ ਜਿਸ ਸਰੂਪ ਵਿੱਚ ਸਾਡੇ ਕੋਲ ਅੱਜ ਹੈ, ਜੇ ਨਾ ਹੁੰਦੇ, ਜਿਸ ਤਰ੍ਹਾਂ ਅਸੀਂ ਕਬੀਰ ਬਾਣੀ ਹੁੰਦੇ, ਭਗਤ ਨਾਮਦੇਵ ਜਿਹੜੇ ਨੇ ਮਾਸਟਰਾਂ ਦੇ ਨੇ ਬੇਸਿਕਲੀ, ਉਹਨਾਂ ਦੇ ਨਾਮ ਦੇ ਵੀ ਬਹੁਤ ਸਾਰੀਆਂ ਹੋਰ ਦੂਜੀਆਂ ਜਿਹੜੀਆਂ ਰਚਨਾਵਾਂ ਹੋਣਗੀਆਂ। ਲੇਕਿਨ ਜਿਹੜਾ ਪ੍ਰੋਫੈਸਰ ਯੂਨੀਵਰਸਿਟੀ ਵਾਲਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਇਜ਼ ਆਵਰ ਮੋਸਟ ਆਥੈਂਟਿਕੇਟ ਸੋਰਸ ਫॉर ਭਗਤ ਨਾਮਦੇਵ ਜੀ ਦੀ ਬਾਣੀ ਆਲਸੋ। ਕਿਉਂ? ਉਹਨੂੰ ਕਹਿ ਲਓ ਉਹਦਾ ਅੱਛੀ ਤਰ੍ਹਾਂ ਕੰਪਾਈਲੇਸ਼ਨ ਕਰ ਦਿੱਤੀ ਗਈ ਕਿਸੇ ਸਮੇਂ ਦੇ ਉੱਤੇ। ਉਹਨਾਂ ਜਿਹੜਾ ਕਹਿ ਰਿਹਾ ਵੀ ਨੰਬਰ ਪਾ ਦਿੱਤੇ ਕਿ ਉਹਦੀ ਨੰਬਰਿੰਗ ਕਰ ਦਿੱਤੀ ਗਈ, ਟੋਟਲ ਨੰਬਰ ਕਰ ਦਿੱਤੀ ਗਈ, ਉਹ ਲਾਸਟ ਜੁਮਲਾ ਜਿਹਨੂੰ ਕਹਿੰਦੇ ਨੇ ਉਹ ਲਗਾ ਦਿੱਤਾ ਗਿਆ। ਕਿਉਂ ਕੀਤਾ ਗਿਆ? ਗਿਆਨ ਦੇ ਆਪਣੇ ਆਪ ਉਹਦੀ ਥੋੜੀ ਜਿਹੀ ਲੋੜ ਵੀ ਹੈ। ਸੋ ਦੋਨੋਂ ਪੱਖ ਜਿਹੜੇ ਨੇ ਸਾਨੂੰ ਸੋ ਅਲਟੀਮੇਟਲੀ ਇਟ ਵਿਲ ਕਮ ਡਾਊਨ ਟੂ ਸਪਿਰਿਚੁਅਲਿਟੀ। ਇਟ ਵਿਲ ਨਾਟ ਰੀਅਲੀ ਮੈਟਰ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਗੋਡੇ ਤੇ ਬੈ ਕੇ ਦੇਖ ਲੈਂਦੇ ਹੋ ਨਹੀਂ ਲੈਂਦੇ। ਉਹਦਾ ਨਾ ਇਹ ਬਾਕੀ ਜਿਹੜਾ ਨਾ ਉਹਦਾ ਬਹੁਤ ਸਾਰੇ ਸਾਨੂੰ ਕਰਮ ਕਾਂਡਾਂ ਵਿੱਚ ਉਲਝਾਇਆ ਗਿਆ ਜਿਹੜਾ ਜਾ ਰਿਹਾ ਹੈ। ਇਹ ਨਗਰ ਕੀਰਤਨ ਨਿਕਲਦੇ ਨੇ ਰੋਡ ਦੇ ਉੱਤੇ, ਅਸੀਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਟੁਰੀ ਫਿਰਨੇ ਆ। ਸਹੀ ਭਗਤੀ ਹੈ ਕਿ ਯੂ ਕੁਐਸਚਨ ਦਿਸ। ਵੀ ਵਾਂਟ ਇੰਸਟੀਟਿਊਸ਼ਨ, ਸਾਨੂੰ ਉਹਦੀ ਲੋੜ ਹੈ, ਲੇਕਿਨ ਅਸੀਂ ਆਵਾਜ਼ ਚੁੱਕਣੀ ਸਿੱਖੀਏ ਕਿ ਜੋ ਅਸੀਂ ਕਰਨੇ ਪਏ ਆ ਸੰਸਥਾ ਵਿੱਚ ਅੱਜ, ਜੇ ਅਸੀਂ ਸਿੱਖੇ ਉਸ ਤੋਂ ਹੀ ਆ। ਅਸੀਂ ਤਕਰੀਬਨ ਜਿਤਨੇ ਸਿੱਖੇ ਆ ਨਾ, ਕਿਤੇ ਨਾ ਕਿਤੇ ਸਾਡੇ ਜੀਵਨ ਵਿੱਚ ਸੰਸਥਾ ਦਾ ਕੋਈ ਨਾ ਕੋਈ ਰੋਲ ਰਿਹਾ। ਤੋ ਸਾਡਾ ਇਹ ਫਰਜ਼ ਵੀ ਬਣਦਾ ਹੈ, ਸਾਡੀ ਇਹ ਸੱਚੀ ਭਗਤੀ ਵੀ ਹੈ ਕਿ ਅਸੀਂ ਹਰ ਉਸ ਚੀਜ਼ ਨੂੰ ਕੁਐਸਚਨ ਕਰੀਏ ਜੋ ਸਾਨੂੰ ਸਮਝ ਆਵੇ ਕਿ ਇਹ ਮੂਲ ਸਿਧਾਂਤ ਦੇ ਨਾਲ ਮੇਲ ਨਹੀਂ ਖਾਂਦਾ। ਵੀ ਜੇ ਗੁਰਦੁਆਰਿਆਂ ਵਿੱਚ ਜੇ ਗੁਰਦੁਆਰਿਆਂ ਨੂੰ ਦੁੱਧ ਨਾਲ ਧੋਤਾ ਜਾ ਰਿਹਾ, ਦਰਬਾਰ ਸਾਹਿਬ ਦੁੱਧ ਨਾਲ ਧੋਤਾ ਜਾ ਰਿਹਾ, ਅੱਜ ਦਰਬਾਰ ਸਾਹਿਬ ਬੀਬੀਆਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾ ਰਿਹਾ। ਸਾਡੀ ਭਗਤੀ ਜਾ ਕੇ ਵਾਹਿਗੁਰੂ 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 2-2 ਘੰਟੇ 4-4 ਘੰਟੇ ਕਰਨਾ ਨਹੀਂ ਹੈ। ਬੰਦਾ ਉੱਥੇ ਜਾ ਕੇ ਆਵਾਜ਼ ਚੁੱਕ ਕੇ ਕਿਉਂ ਨਹੀਂ? ਗੁਰਮਤਿ ਦਾ ਕਿਹੜਾ ਸਿਧਾਂਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਕਿਹੜਾ ਸਿਧਾਂਤ ਹੈ ਜਿਹੜਾ ਕਹਿੰਦਾ ਕਿ ਬੀਬੀਆਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾ ਸਕਦਾ? ਉਲਟ ਗੁਰੂ ਗ੍ਰੰਥ ਸਾਹਿਬ ਵਿੱਚ ਇਕੁਆਲਿਟੀ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਜਾ ਰਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੰਸਥਾ ਦੀ ਲੋੜ ਹੈ। ਇਟ ਸ਼ੁਡ ਨਾਟ ਬੀ ਅ ਨੀ ਜਗ ਸੋਰਟ ਆਫ ਦਿਸ ਥਿੰਗ ਕਿ ਜਦੋਂ ਸੰਸਥਾ ਇਟ ਇਜ਼ ਲੋੜ ਦਾ ਮਤਲਬ ਇਹ ਨਹੀਂ ਹੈ ਕਿ ਸਾਡਾ ਦਾਰੋਮਦਾਰ ਸੰਸਥਾ ਨਹੀਂ। ਸਾਡਾ ਦਾਰੋਮਦਾਰ ਉਹ ਸਪਿਰਿਚੁਅਲਿਟੀ ਹੀ ਹੈ, ਇਹ ਰੱਬੀ ਗਿਆਨ ਹੀ ਹੈ ਸਾਡਾ। ਲੇਕਿਨ ਸਾਡੀ ਭਗਤੀ ਜਿਹੜੀ ਹੈ ਨਾ, ਕਿਉਂਕਿ ਸੰਸਥਾ ਗਿਆਨ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਨੂੰ ਕੋਈ ਸੰਸਥਾ ਦੀ ਲੋੜ ਹੈ। ਸੋ ਇਹਨੂੰ ਜਦੋਂ ਅੱਛੀ ਤਰ੍ਹਾਂ ਬੈਠ ਕੇ ਐਨਾਲਿਟਿਕਲੀ ਜਦੋਂ ਉਹਨਾਂ ਲਈ ਦੇयर ਆਰ 2 ਅਪਰੋਚਸ। ਵਨ ਇਜ਼ ਐਨਾਲਿਟਿਕਲੀ ਕਿਸੇ ਚੀਜ਼ ਨੂੰ ਐਨਾਲਾਈਜ਼ ਕਰੋ, ਵਨ ਇਜ਼ ਨੀ ਜਰਕ ਅਪਰੋਚਮੈਂਟ। ਛੱਡੋ ਪਰਾਂ, ਇਹ ਸਾਨੂੰ ਚਾਹੀਦੀ ਨਹੀਂ, ਇਹ ਨਹੀਂ ਕਰਨਾ ਜੀ, ਸਾਨੂੰ ਗੁਰਦੁਆਰਿਆਂ ਦੀ ਲੋੜ ਨਹੀਂ, ਇਹਨੂੰ ਬੰਦ ਕਰ ਦਿਓ ਬੰਦ ਕਰ ਦਿਓ। ਨਹੀਂ, ਨੀ ਜਰਕ ਅਪਰੋਚ ਨਹੀਂ, ਐਨਾਲਿਟਿਕਲ। ਦੇਖੋ ਪ੍ਰੋਬਲਮ ਆ ਗਈ ਨਾ, ਬੰਦਾ ਕਹਿੰਦਾ ਹੱਥ ਤੇ ਕੋਈ ਫੋੜਾ ਹੋ ਜਾਂਦਾ, ਉਂਗਲੀ ਥੋੜਾ ਕੱਢ ਦਿੰਦਾ। ਦੇਖੋ ਉਹਦਾ ਇਲਾਜ ਕਰੋ। ਉਹਦੇ ਇਲਾਜ ਵਾਸਤੇ ਤੁਹਾਨੂੰ ਉਹਨਾਂ ਨੂੰ ਗੁਰੂ ਕਹਿੰਦਾ ਬੋਲ ਸੁਧਰਮੜੀਆ ਮੌਨ ਕਦ ਧਾਰੀ ਰਾਮ। ਤੁਹਾਨੂੰ ਬੋਲਣਾ ਪਏਗਾ, ਆਵਾਜ਼ ਚੁੱਕਣੀ ਪਏਗੀ। ਇਹ ਗੁਰਮਤਿ ਦਾ ਸਿਧਾਂਤ ਹੈ, ਇਹ ਗੁਰਮਤਿ ਦੀ ਭਗਤੀ ਹੈ। ਔਰ ਇਹ ਸਾਨੂੰ ਰੱਜ ਕੇ ਕਰਨੀ ਚਾਹੀਦੀ। ਇਹਨਾਂ ਨੂੰ ਲੋਕ ਲਾਜ ਛੱਡ ਕੇ ਨਾ ਇਹ ਵਾਲੀ ਭਗਤੀ ਜਿਹੜੀ ਨਾ ਸਾਨੂੰ ਨਹੀਂ ਇਹ ਨਗਰ ਕੀਰਤਨ ਨਿਕਲਦੇ ਨੇ, ਉਹ ਬ੍ਰੈਡ ਪਕੌੜੇ ਵੰਡੀ ਜਾਂਦੇ ਪਏ ਆ, ਅਸੀਂ ਤੋਂ 5 ਪੈਰਾਂ ਨੂੰ ਨੰਗੇ ਪੈਰੀ ਟੁੱਟੀ ਜਾਂਦੇ। ਬੰਦਾ ਸਵਾਲ ਕਰੇ, ਜਿਵੇਂ ਜਿਵੇਂ ਕਰਾਂਗੇ ਨਾ ਉਵੇਂ ਉਵੇਂ। ਔਰ ਇਹ ਡਾਇਨਾਮਿਕ ਪ੍ਰੋਸੈਸ ਹੈ, ਇਹ ਕਦੀ ਵੀ
ਕਿਉਂਕਿ ਦਿਸ ਇਜ਼ ਆਲਵੇਜ਼ ਰਨ ਬਾਈ men and women। ਇਹ ਕਦੀ ਵੀ 100% ਸਹੀ ਨਹੀਂ ਹੋਣਗੇ, ਲੇਕਿਨ ਸਾਡਾ ਉਹ ਗਿਰਦੇ ਰਹੇਗੇ। ਆਪਣੇ ਸੰਸਥਾ ਜਿਹੜੀ ਹੈ ਨਾ, ਉਹਨੂੰ ਬੰਦੇ ਚਲਾਉਂਦੇ ਪਏ ਨੇ, ਉਹ ਆਪਣੇ ਮਿਆਰ ਤੋਂ ਹਮੇਸ਼ਾ ਗਿਰਦੀ ਰਹੇਗੀ। ਸੱਚੀ ਭਗਤੀ ਉਹ ਹੀ ਹੈ ਕਿ ਉਹਨੂੰ ਉਹ ਸਟੈਂਡਰਡ ਤੇ ਚੁੱਕ ਕੇ ਉਹਦੀ ਸੰਸਥਾ ਸਾਡੀ ਰਿਕੁਆਇਰਮੈਂਟ ਹੈ, ਟੂਲ ਹੈ ਸਾਡੇ ਵਾਸਤੇ। ਕੁਝ ਕੰਮ ਕਰਨਾ ਹੈ ਸਾਨੂੰ, ਉਹ ਟੂਲ ਹੈ ਸਾਡੇ ਵਾਸਤੇ, ਬੰਦਿਆਂ ਨੂੰ ਇਕੱਠਾ ਕਰਨਾ, ਜਿਹੜਾ ਮਰਜ਼ੀ ਸੰਸਥਾ ਹੋਵੇ। ਸੋ ਇਹ ਸਾਡੀ ਭਗਤੀ ਹੋਣੀ ਚਾਹੀਦੀ ਕਿ ਉਸ ਸੰਸਥਾ ਨੂੰ ਅਸੀਂ ਫਿਰ ਤੋਂ ਉਸ ਮਿਆਰ ਤੇ ਚੁੱਕ ਕੇ ਆਪਣੀ ਕੁਰਬਾਨੀ ਦੇ ਕੇ ਵੀ ਲੈ ਕੇ। ਦਿਸ ਇਜ਼ ਵਾਟ ਆਈ ਕੁਡ ਅੰਡਰਸਟੈਂਡ ਫਰੋਮ ਇਟ, ਮੈਂ ਜੋ ਸ਼ੇਅਰ ਕੀਤਾ ਹੈ। ਬਾਕੀ ਹੋਰ ਇਨਪੁਟ ਜਿਹੜੇ ਨੇ ਜੀ ਹਰਵਿੰਦਰ ਵੀਰ ਜੀ, ਵੈਰੀ ਵੈਲ ਐਕਸਪਲੇਨਡ। ਐਕਚੁਅਲੀ ਚ ਰਿਲੀਜੀਅਸ ਉਹਨਾਂ ਨੇ ਵਰਡ ਜਿਹੜਾ ਇਸਤੇਮਾਲ ਕੀਤਾ ਹੈ ਨਾ, ਉਹ ਰਿਲੀਜਨ ਤੋਂ ਅਸੀਂ ਲੈ ਲਈਏ। ਰਿਲੀਜਨ ਦਾ ਭਾਵ ਕੀ ਹੈ? ਅਸੀਂ ਸੋਚੀਏ ਅਗਰ ਅਸੀਂ ਰਿਲੀਜਨ ਦਾ ਪਰਪਸ ਕੀ ਹੈ ਕਿ ਹਰ ਮਨੁੱਖ ਸਪਿਰਿਚੁਅਲ ਹੋ ਜਾਏ, ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਰਪਸ ਤੇ ਸੀ ਕਿ ਹਰ ਮਨੁੱਖ, ਹਰ ਰਿਲੀਜਨ ਦਾ ਪਰਪਸ ਇਹੀ ਹੋਏ। ਜਿੰਨੇ ਵੀ ਰਿਲੀਜਨ ਹਨ ਸਾਰਿਆਂ ਦਾ ਪਰਪਸ ਇਸੇ ਪਰਪਸ ਤੋਂ ਬਣੇ ਸਨ ਕਿ ਲੋਕ ਸਪਿਰਿਚੁਅਲ ਹੋ ਜਾਣ। ਲੇਕਿਨ ਨਤੀਜਾ ਕੀ ਨਿਕਲਿਆ? ਨਤੀਜਾ ਇਹ ਨਿਕਲਿਆ ਰਿਲੀਜਨ ਜਿਹੜੇ ਕੇਵਲ ਤੇ ਕੇਵਲ ਭੇਖ ਬਣ ਕੇ ਰਹਿ ਗਏ। ਅਸੀਂ ਭੇਖ ਬਣਾ ਦਿੱਤੇ, ਭਾਵੇਂ ਕੋਈ ਵੀ ਰਿਲੀਜਨ ਹੋਏ। ਅੱਜ ਉਹ ਸਾਰੇ ਦੇ ਸਾਰੇ ਭੇਖ ਬਣ ਕੇ ਰਹਿ ਗਏ। ਅਸੀਂ ਰਿਲੀਜਨ ਜਿਹੜਾ ਹੈ ਬਾਹਰ ਲੈ ਲਈਏ ਤੇ ਸਪਿਰਿਚੁਅਲ ਅੰਦਰ ਲੈ ਲਈਏ। ਗੁਰੂ ਸਾਹਿਬ ਬਾਣੀ ਵਿੱਚ ਵੀ ਕਹਿੰਦੇ ਨੇ ਨਾ, ਸਿਮਰਿਤ ਸ਼ਾਸਤਰ ਪੁਣ ਪਾਪ ਵਿਚਾਰਦੇ, ਤੱਤੇ ਸਾਰ ਨਾ ਜਾਣੀ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੇ ਸਾਰ ਨਾ ਜਾਣੀ। ਤੀਹੀ ਗੁਣੀ ਸੰਸਾਰ ਭ੍ਰਮ ਸੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ। ਜਿਸ ਨੂੰ ਅੰਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ। ਰਿਲੀਜਨ ਦਾ ਪਰਪਸ ਸੀ ਕਿ ਅਸੀਂ ਸਪਿਰਿਚੁਅਲੀ ਜਾਗਰਿਤ ਹੋ ਜਾਈਏ, ਪਰ ਉਹ ਕਿਧਰੇ ਨਾ ਕਿਧਰੇ ਅਸੀਂ ਭਟਕ ਗਏ। ਸਾਰੇ ਰਿਲੀਜਨ ਕਿਧਰੇ ਨਾ ਕਿਧਰੇ ਭਟਕ ਗਏ, ਭਟਕੇਵੇਂ ਵਿੱਚ ਪੈ ਗਏ, ਭੇਖਾਂ ਤੱਕ ਸੀਮਿਤ ਰਹਿ ਗਏ ਜਾਂ ਕਰਮ ਕਾਂਡਾਂ ਤੱਕ ਸੀਮਿਤ ਰਹਿ ਗਏ। ਕੇਵਲ ਕਰਮ ਕਾਂਡਾਂ ਨੂੰ ਅਸੀਂ ਧਰਮ ਸਮਝ ਬੈਠੇ ਤੇ ਅਸੀਂ ਉੱਤਰ ਤੱਕ ਹੀ ਉਨੀ ਝਗੜਿਆਂ ਵਿੱਚ ਅਸੀਂ ਪਏ ਰਹਿ ਗਏ। ਤੇ ਗੁਰੂ ਸਾਹਿਬ ਦੀ ਬਾਣੀ ਵੀ ਸਾਨੂੰ ਸਮਝਾਉਂਦੀ ਹੈ, ਸਗਲ ਧਰਮ ਮੇਂ ਸ਼੍ਰੇਸ਼ਟ ਧਰਮ ਹਰਿ ਕਾ ਨਾਮ ਜਪ ਨਿਰਮਲ ਕਰਮ। ਕਹਿੰਦੇ ਸਾਰੇ ਧਰਮਾਂ ਵਿੱਚੋਂ ਸ਼੍ਰੇਸ਼ਟ ਧਰਮ, ਉਹਨਾਂ ਨੇ ਕਿਸੇ ਇੱਕ ਧਰਮ ਦਾ ਜ਼ਿਕਰ ਨਹੀਂ ਕੀਤਾ ਜਿਨ੍ਹਾਂ ਨੂੰ ਅਸੀਂ ਧਰਮ ਸਮਝੀ ਬੈਠੇ ਹਾਂ। ਅਸੀਂ ਭੇਖ ਨੂੰ ਧਰਮ ਸਮਝੀ ਬੈਠੇ ਹਾਂ। ਭੇਖ ਧਰਮ ਨਹੀਂ ਹੈ, ਮਾਫੀ ਚਾਹੁੰਦਾ, ਭੇਖ ਧਰਮ ਨਹੀਂ ਹੈ। ਸਗਲ ਧਰਮ ਮੇਂ ਸ਼੍ਰੇਸ਼ਟ ਧਰਮ ਹਰਿ ਕਾ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪਣਾ ਕਰ, ਇਹ ਤੇਰਾ ਪਵਿੱਤਰ ਕਰਮ ਹੋਣਾ ਚਾਹੀਦਾ ਹੈ। ਇਹ ਅਸੀਂ ਜਿਹੜਾ ਹੈ ਕਰਮ ਕਰਨਾ ਹੈ, ਹਰੀ ਦਾ ਨਾਮ ਨੂੰ ਜਪਣਾ ਹੈ, ਇਹ ਕੰਮ ਕਰਨਾ ਹੈ। ਪਰ ਅਸੀਂ ਬਾਹਰਲੇ ਝਗੜਿਆਂ ਵਿੱਚ ਪੈ ਗਏ, ਬਾਹਰਲੇ ਅਸੀਂ ਕਰਮ ਕਾਂਡਾਂ ਦੇ ਝਗੜਿਆਂ ਵਿੱਚ ਪੈ ਗਏ। ਸਾਨੂੰ ਉਹ ਪਸੰਦ ਹਨ ਜਿਹੜੇ ਸਾਡੇ ਰੂਪ ਵਰਗੇ ਹਨ, ਸਾਨੂੰ ਉਹ ਪਸੰਦ ਹਨ ਜਿਹੜੇ ਸਾਡੇ ਵਰਗੀਆਂ ਗੱਲਾਂ ਕਰਦੇ ਹਨ। ਸਾਨੂੰ ਉਹ ਪਸੰਦ ਨਹੀਂ ਜਿੱਦਾਂ ਰੂਪ ਸਾਡੇ ਵਰਗਾ ਨਹੀਂ। ਸਾਨੂੰ ਉਹ ਪਸੰਦ ਨਹੀਂ ਜਿਹੜੇ ਸਾਡੀ ਵਰਗੀਆਂ ਗੱਲਾਂ ਨਹੀਂ ਕਰਦੇ। ਤੇ ਅਸੀਂ ਅਸਲ ਧਰਮ ਦੇ ਪਰਪਸ ਤੋਂ ਭਟਕ ਗਏ। ਜਦੋਂ ਧਰਮ ਦਾ ਪਰਪਸ ਸਮਝ ਆ ਜਾਏਗਾ ਤਦ ਸਾਡਾ ਜਿਹੜਾ ਹੈ ਸਪਿਰਿਚੁਅਲਿਟੀ ਵੱਲ, ਸਾਡੇ ਸਾਰੇ ਜਿੰਨੇ ਵੀ ਭੇਖ ਹਨ, ਅਸੀਂ ਸਪਿਰਿਚੁਅਲਿਟੀ ਵੱਲ ਤੁਰਾਂਗੇ। ਤੇ ਸਪਿਰਿਚੁਅਲਿਟੀ ਨੂੰ ਅਸੀਂ, ਮੇਰੇ ਖਿਆਲ ਨਾਲ ਧਰਮ ਦੀ ਵੀ ਵਿਸ਼ੇਸ਼ਤਾ ਹੈ, ਜ਼ਰੂਰਤ ਹੈ, ਲੇਕਿਨ ਉਹ ਕਿਧਰੇ ਨਾ ਕਿਧਰੇ ਭਟਕ ਗਏ ਸਾਰੇ ਦੇ ਸਾਰੇ। ਉਹਨਾਂ ਦੀ ਕਰਨੀਆਂ ਭਟਕ ਗਈਆਂ, ਉਹਨਾਂ ਦੇ ਸਿਧਾਂਤ ਭਟਕ ਗਏ ਕਿਧਰੇ ਨਾ ਕਿਧਰੇ। ਇਸੀ ਵਜ੍ਹਾ ਕਰਕੇ ਅਸੀਂ ਭੁਲੇਖੇ ਵਿੱਚ ਪੈ ਗਏ। ਇਹ ਵਿਸ਼ਾ ਜਿਹੜਾ ਨਾ, ਭੂਆ ਜੀ ਦਾ ਬੜਾ ਖੂਬਸੂਰਤੀ ਨਾਲ ਭੂਆ ਜੀ ਇਸ ਨੂੰ ਖੋਲ ਸਕਦੇ ਹਨ। इकबाल वीर जी, आप जी 2 मिनट लिए अगर आप जी कुछ साझ पानी चाहो इस बारे, आप जी पा दो फिर जी। भूआ जी करो, पहला मैं बात करता जी। हाँ प्रदीप वीर जी, आप जी कुछ कह रहे थे। हाँ, मैं कह रविंदर वीर जी अपने विचार देना चाहते सी। जी रविंदर वीर जी, आप जी साझ पा दिया जी, फिर उसके बाद फिर भूआ जी दे कोल विचार। रविंदर वीर जी, आप जी ने अपनी ऑडियो आप अनम्यूट करनी पड़ेगी जी।
हाँ विजी, जो है सवाल है बच्चे ने पूछा है ना कि ਰਿਲੀਜਨ और स्पिरिचुअलिटी ਦਾ ਜੋ ਡਿਫਰੈਂਸ ਹੈ ਨਾ, ਉਹਦਾ ਮੇਨ ਕਾਰਨ ਹੈ ਕਿ ਜੋ ਅਸੀਂ ਵੱਡੇ ਆਪਣੇ ਜੀਵਨ ਜੀਣੇ ਪਏ ਆ। ਮੈਂ 40-50 ਸਾਲ ਤੋਂ ਜਪਜੀ ਸਾਹਿਬ ਦਾ ਪਾਠ ਕਰਨਾ ਪਿਆ, ਲੇਕਿਨ ਮੇਰੇ ਜੀਵਨ ਵਿੱਚੋਂ ਦੀ ਜਪਜੀ ਸਾਹਿਬ ਰਿਫਲੈਕਟ ਨਹੀਂ ਹੋ ਰਿਹਾ। ਤੇ ਫਿਰ ਬੱਚੇ ਸਮਝਦੇ ਨੇ ਕਿ ਫਿਰ ਇਹ ਜੋ ਹੋ ਰਿਹਾ ਹੈ ਨਾ, ਇਹ ਵੇਸਟ ਆਫ ਟਾਈਮ ਐਂਡ ਐਫਰਟ ਹੋ ਰਿਹਾ ਹੈ। ਤਾਂ ਕਰਕੇ ਉਹ ਉਹਦੇ ਉੱਪਰ ਕੁਐਸਚਨ ਕਰਦੇ ਪਏ ਨੇ। ਸਾਨੂੰ ਥੋੜਾ ਆਪ ਸੋਚਣਾ ਪਏਗਾ ਕਿ ਜੋ ਅਸੀਂ ਇੱਕ ਰੋਲ ਮਾਡਲ ਬਣ ਕੇ ਬੱਚਿਆਂ ਨੂੰ ਦਿਖਾ ਰਹੇ ਹਾਂ, ਆਪਣੇ ਜੋ ਜੀਵਨ ਜੀ ਰਹੇ ਹਾਂ, ਕਿ ਉਹ ਵਾਕਈ ਜਿਕਨ ਸਾਨੂੰ ਗੁਰਬਾਣੀ ਬਣੀ ਹੈ ਕਿ ਵਾਕਈ ਅਸੀਂ ਆਪਣੇ ਜੀਵਨ ਅੰਦਰ ਗੁਰਬਾਣੀ ਨੂੰ ਢਾਲਿਆ ਹੈ। ਜਿਕਨ ਸਾਨੂੰ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਓਕਨ ਜੀਏ ਹਾਂ। ਅਸੀਂ ਬਹੁਤ ਸਾਰੀ ਜਗ੍ਹਾ ਤੇ ਸੱਚਾਈ ਨੂੰ ਐਡਮਿਟ ਕਰਨ ਤੋਂ ਮੁਨਕਰ ਹੋ ਜਾਂਦੇ ਆ, ਜਾਂ ਮਤਲਬ ਡਰਨੇ ਆ ਅਸੀਂ ਵੀ। ਜਿਕਨ ਨਿਤਨੇਮ ਵਾਲਾ ਜਿਹੜਾ ਕਨਸੈਪਟ ਹੈ, ਅਸੀਂ ਕਹਿੰਦੇ ਆ ਕਿ ਬਈ ਸਵੇਰੇ 5 ਬਾਣੀਆਂ ਪੜ੍ਹਨੀਆਂ ਨੇ ਜਾਂ ਜੋ ਵੀ ਜਿਤਨੀਆਂ ਵੀ ਪੜ੍ਹਨੀਆਂ ਨੇ, ਤੇ ਜਿੰਨਾ ਟਾਈਮ ਅਸੀਂ ਉਹਦੇ ਉੱਤੇ ਲਗਾਵਾਂਗੇ, ਸਾਡੇ ਕੋਲ ਉਹਦੇ ਇਲਾਵਾ ਹੋਰ ਟਾਈਮ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਬਾਣੀ ਪੜ੍ਹਨ ਦਾ। ਤੇ ਉਹਦੇ ਕਾਰਨ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਗਿਆਨ ਹੈ ਉਹ ਤੋਂ ਬਹੁਤ ਮਤਲਬ 5-7% ਨਾਲ ਹੀ ਜੁੜੇ ਹੋਏ ਆ। ਜਦ ਅਸੀਂ ਇਹ ਵਿਚਾਰ ਕਰਨੇ ਪਏ ਆ ਬਾਣੀ ਦੀ, ਤੇ ਵੀ ਕਮ ਅਕ੍ਰੋਸ ਕਿ ਗੁਰੂ ਸਾਹਿਬ ਨੇ ਕਿਤਨੇ ਐਸਪੈਕਟਸ ਤੋਂ ਸਾਡੇ ਜੀਵਨ ਨੂੰ ਕਵਰ ਕੀਤਾ ਹੈ, ਲੇਕਿਨ ਕਿ ਸਾਡੀਆਂ ਸੰਸਥਾਵਾਂ, ਸਾਡੇ ਗੁਰਦੁਆਰੇ ਇੱਕ ਚੀਜ਼ ਨੂੰ ਮੈਂ ਤੇ ਕਦੀ ਇੱਕ ਸ਼ਬਦ ਸੁਣੇ ਹੀ ਨਹੀਂ ਗੁਰਦੁਆਰੇ ਜਿਹੜੇ ਅਸੀਂ ਅੱਜ ਪੜ੍ਹਨੇ ਪਏ ਆ, ਕਿ ਇਹ ਸਾਡੀ ਜ਼ਿੰਦਗੀ ਅੰਦਰ ਜ਼ਰੂਰੀ ਨਹੀਂ ਸਨ। ਲੇਕਿਨ ਸਾਡੇ ਅੰਦਰ ਫਿਰ ਵੀ ਹਿੰਮਤ ਨਹੀਂ ਹੈ ਕਿ ਅਸੀਂ ਜਾ ਕੇ ਗੁਰਦੁਆਰੇ ਕਹਿ ਸਕੀਏ ਕਿ ਤੁਸੀਂ ਇਹ। ਗੁਰੂ ਨਾਨਕ ਦੇਵ ਜੀ ਨੇ ਜੋ ਗੱਲ ਉਹਨਾਂ ਨੂੰ ਸਹੀ ਲੱਗੀ, ਜੇ ਕੋਈ ਜੈਨੀਆਂ ਦੇ ਪ੍ਰਥਾਈ ਕੋਈ ਗੱਲ ਗਲਤ ਸੀ ਤਾਂ ਉਹਨਾਂ ਨੇ ਕਹੀ। ਕਬੀਰ ਜੀ ਨੇ, ਉਹਨਾਂ ਨੇ ਜਿੱਥੇ ਵੀ ਉਹਨਾਂ ਨੂੰ ਲੱਗਿਆ ਕਿ ਬਈ ਪੰਡਤ ਹੈ, ਬ੍ਰਾਹਮਣ ਹੈ, ਕੁਝ ਗਲਤ ਕੰਮ ਕਰ ਰਿਹਾ ਹੈ, ਉਹਨਾਂ ਨੇ ਹਿੰਮਤ ਕਰਕੇ ਉਹਦੇ ਮੂੰਹ ਤੇ ਉਹ ਗੱਲ ਕਹੀ। ਲੇਕਿਨ ਸਾਡੇ ਵਿੱਚ ਉਹ ਹਿੰਮਤ ਨਹੀਂ ਰਹੀ। ਅਸੀਂ ਕਾਗਜ਼ ਦੇ ਸ਼ੇਰ ਬਣ ਕੇ ਰਹਿ ਗਏ ਆ, ਆਪਣਾ ਨਾਮ ਤੇ ਸਿੰਘ ਅਖਵਾਨੇ ਆ, ਲੇਕਿਨ ਅਸੀਂ ਡਰੇ ਹੋਏ ਆ ਕਿ ਜੇ ਮੈਂ ਇਹ ਗੱਲ ਕੀਤੀ ਤੇ ਗੁਰਦੁਆਰੇ ਦਾ ਪ੍ਰਧਾਨ ਮੇਰਾ ਭਰਾ ਹੈ, ਉਹ ਨਾਰਾਜ਼ ਹੋ ਜਾਏਗਾ, ਉਹ ਮੇਰਾ ਰਿਸ਼ਤੇਦਾਰ ਹੈ, ਉਹ ਨਾਰਾਜ਼ ਹੋ ਜਾਏਗਾ, ਜਦੋਂ ਮੈਨੂੰ ਲੋੜ ਪਏਗੀ ਤੇ ਮੈਂ ਕੀ ਕਰਾਂਗਾ। ਇਹ ਸਭ ਚੀਜ਼ਾਂ ਦੇ ਕਾਰਨ ਇਹ ਸਭ ਚੀਜ਼ਾਂ ਸਾਡੇ ਬੱਚੇ ਦੇਖਦੇ ਪਏ ਨੇ। ਉਹ ਫਿਰ ਉਹ ਸਾਨੂੰ ਉਸੇ ਕੈਟੇਗਰੀ ਅੰਦਰ ਪਾਉਂਦੇ ਪਏ, ਜਿਹੜੇ ਜਿਸ ਤਰ੍ਹਾਂ ਬੰਦੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਬਨਾਰਸ ਕੇ ਠੱਗ ਵਾਲੇ ਕੈਟੇਗਰੀ ਅੰਦਰ ਸਾਨੂੰ ਸਮਝਦੇ ਨੇ ਬੱਚੇ। ਅਸੀਂ ਇਹ ਗੱਲ ਨੂੰ ਬੱਚਿਆਂ ਨਾਲ ਗੱਲ ਕਰਾਂਗੇ, ਸਾਨੂੰ ਸਮਝ ਆਏਗੀ ਕਿ ਸਾਨੂੰ ਬੱਚੇ ਕਿਸ ਕੈਟੇਗਰੀ ਅੰਦਰ ਗਿਣਦੇ ਨੇ। ਉਹ ਤੁਹਾਨੂੰ ਭੇਖੀ ਹੋਰ ਇਹੀ ਸਮਝਦੇ ਨੇ, ਤੁਹਾਨੂੰ ਸਿੱਖ ਨਹੀਂ ਸਮਝਦੇ। ਬਸ ਜੀ, ਮੈਂ इतना ही ऐड करना चाहता था। थैंक यू रविंदर ਵੀਰ ਜੀ, ਬਹੁਤ ਸੋਹਣੀ ਗੱਲ ਕੀਤੀ ਆਪ ਜੀ ਨੇ। ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਇਹਦੇ ਵਿੱਚ ਐਡ ਕਰਨਾ ਚਾਹ ਰਿਹਾ ਆਪ ਜੀ ਦੇ ਵਿਚਾਰਾਂ ਦੇ ਵਿੱਚ। ਜਪਜੀ ਸਾਹਿਬ ਆਪ ਜੀ ਨੇ ਕਿਹਾ ਸਾਡੇ ਕਰਮਾਂ ਵਿੱਚੋਂ ਰਿਫਲੈਕਟ ਨਹੀਂ ਹੋ ਰਹੀ, ਪਰ ਮੈਂ ਗੱਲ ਨਾਲ ਐਡ ਕਰਨਾ ਚਾਹਾਂਗਾ, ਜੇ ਜਪਜੀ ਸਾਹਿਬ ਨਹੀਂ ਪੜਿਆ ਹੁੰਦਾ ਤੇ ਹੋ ਸਕਦਾ ਹੈ ਅਸੀਂ ਸਾਡਾ ਜੀਵਨ ਹੋਰ ਨਿਵਾਨ ਨੂੰ ਹੁੰਦਾ, ਪੂਰੀ ਤਰ੍ਹਾਂ ਤੋਂ ਨਹੀਂ ਰਿਫਲੈਕਟ ਹੋ ਪਾ ਰਹੀ, ਉਸ ਗੱਲ ਤੋਂ ਮੈਂ ਸਹਿਮਤ ਹਾਂ। ਲੇਕਿਨ ਅਗਰ ਨਹੀਂ ਪੜ੍ਹ ਵੀ ਨਹੀਂ ਰਹੇ ਹੁੰਦੇ ਤੇ ਸ਼ਾਇਦ ਜੀਵਨ ਹੋਰ ਵੀ ਨਿਵਾਣ ਵਾਲਾ ਹੁੰਦਾ। ਤੇ ਜ਼ਰੂਰਤ ਹੈ ਜਿਹੜੀ ਗੱਲ ਆਪ ਜੀ ਨੇ ਕਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਟੱਡੀ ਹੈ ਉਹ ਰੈਗੂਲਰ ਤੌਰ ਤੇ ਕਰਨੀ ਚਾਹੀਦੀ ਹੈ। ਔਰ ਸਾਨੂੰ ਇਹ ਚੀਜ਼ ਬਿਲਕੁਲ ਉਹਨਾਂ ਨੂੰ ਰਿਕੁਐਸਟ ਭੇਜਣੀ ਚਾਹੀਦੀ ਹੈ ਸੰਸਥਾ ਤੇ ਵੀ, ਕਿ ਜਿਸ ਤਰ੍ਹਾਂ ਨਿਤਨੇਮ ਦੀ ਬਾਣੀਆਂ ਆਪ ਜੀ ਕਹਿੰਦੇ ਹੋ ਅੰਮ੍ਰਿਤ ਛਕਾਉਣ ਵੇਲੇ, ਤੇ ਉਹਨੂੰ ਉਹਦੇ ਵਿੱਚ ਇੱਕ ਆਪਸ਼ਨ ਦੇ ਸਕਦੇ ਹੋ ਕਿ ਅੱਧਾ ਘੰਟਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਗਰ ਕਰ ਲੈ, ਹਾਂ ਅੰਮ੍ਰਿਤ ਵੇਲੇ ਕਰ ਲੈ, ਤਾਂ ਵੀ ਉਹ ਵੀ ਅਲਾਉਡ ਹੈ। ਦੋਨੋਂ ਵਿੱਚੋਂ ਇਸ ਤਰ੍ਹਾਂ ਦੀ ਆਪਸ਼ਨ ਵੀ ਅਗਰ ਐਡ ਕਰ ਦਿੱਤੀ ਜਾਏ ਤੇ ਮੈਨੂੰ ਲੱਗਦਾ ਹੋਰ ਅੱਛੀ ਗੱਲ ਹੋ ਜਾਏਗੀ। ਮੀਨੂ ਸਕਸੈਨਾ ਜੀ ਨੂੰ ਬੇਨਤੀ ਹੈ, ਫਿਰ ਅਵਨੀਤ ਕੌਰ ਜੀ ਨੇ ਵੀ ਫਿਰ ਕੋਈ ਗੱਲ ਕਰਨੀ ਹੈ ਤੇ ਪਹਿਲਾਂ ਮੀਨੂ ਜੀ ਆਪ ਜੀ ਸ਼ੇਅਰ ਕਰਿਆ ਜੇ। ਜੀ ਬਾਪੂ ਮੱਕਨ ਜੀ। ਜੀ ਹਾਂਜੀ, ਜਿਹੜੀ ਜੋ ਵੀਰ ਜੀ ਨੇ ਗੱਲ ਕਹੀ ਹੈ ਨਾ, ਇਹ ਪ੍ਰਾਤਨ ਸਿੰਘ ਤੇ ਗੁਰੂ ਸਾਹਿਬਾਨ ਜੋ ਗੱਲ ਕਰਦੇ ਸੀ ਬਿਲਕੁਲ ਦਲੇਰੀ ਨਾਲ, ਉਹ ਮਤਲਬ ਖੁੱਲ੍ਹ ਕੇ ਕਰਦੇ ਸੀ। ਕਾਰਨ ਇਹ ਸੀ ਕਿ ਉਹਨਾਂ ਨੇ ਦੋ ਚੀਜ਼ਾਂ ਜਿਹੜੀਆਂ ਨਾ ਆਪਣੀ ਜ਼ਿੰਦਗੀ ਤੋਂ ਕੱਢ ਦਿੱਤੀਆਂ ਸੀ, ਡਰ ਵੀ ਕੱਢ ਦਿੱਤਾ ਸੀ ਤੇ ਲਾਲਚ ਵੀ ਕੱਢ ਛੱਡਿਆ ਸੀ। ਸਾਡੇ ਕੋਲ ਅੱਜ ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਜਾਂ ਡਰ ਵੱਸ ਨਹੀਂ ਬੋਲਦੇ ਤੇ ਜਾਂ ਅਸੀਂ ਲਾਲਚ ਵੱਸ ਨਹੀਂ ਬੋਲਦੇ। ਇਹ ਸਾਡੇ ਜਿਹੜੀ ਪ੍ਰਾਤਨ ਸਿੰਘਾਂ ਕੋਲ ਗੁਣ ਸੀ, ਸਾਡੇ ਕੋਲ ਇਹ ਔਗਣ ਅੱਜ ਕੋਲ ਅਸੀਂ ਲੈ ਕੇ ਬੈਠੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਬਾਪੂ ਜੀ, ਇਹ ਮੁੱਢ ਹੈ ਬਿਲਕੁਲ
ਇਸ ਚੀਜ਼ ਦਾ ਸਿਧਾਂਤ ਹੀ ਕਹਿ ਲਓ, ਗੁਰਮਤ ਦਾ ਸਿਧਾਂਤ ਹੀ ਹੈ ਲਾਲਚ ਤੇ ਡਰ। ਧੰਨਵਾਦ ਬਾਪੂ ਜੀ। ਇਕਬਾਲ ਵੀਰ ਜੀ। ਹਾਂਜੀ ਵੀ ਸਤਵੀਰ ਜੀ, ਜਦੋਂ ਅਸੀਂ ਇਹ ਗੱਲ ਕਰਦੇ ਨੇ ਵੀ ਬੱਚੇ ਸਾਡੇ ਸਾਨੂੰ ਕਹਿੰਦੇ ਵੀ ਅਸੀਂ ਸਪਿਰਚੁਅਲ ਹੈਗੇ ਆ, ਸਾਨੂੰ ਧਰਮੀ ਹੋਣ ਦੀ ਲੋੜ ਨਹੀਂ, ਧਰਮ ਤੋਂ ਬਿਨਾਂ ਸਪਿਰਚੁਅਲਤਾ ਆ ਹੀ ਨਹੀਂ ਸਕਦੀ, ਅਧਿਆਤਮਿਕਤਾ ਆ ਹੀ ਨਹੀਂ ਸਕਦੀ। ਜਿੰਨਾ ਚਿਕਰ ਅਧਿਆਤਮਿਕਤਾ ਕੀ ਹੈ, ਹੁਣ ਧਰਮ ਕੀ ਹੈ? ਹਰ ਕੋ ਨਾਮ ਜਪ ਨਿਰਮਲ ਕਰਮ, ਦੋਨੇ ਗੱਲਾਂ ਆਉਂਦੀਆਂ। ਹਰ ਕੋ ਨਾਮ ਜਪ, ਹਰੀ ਪ੍ਰਮਾਤਮਾ ਦੇ ਗੁਣਾਂ ਨੂੰ ਗਾ, ਨਿਰਮਲ ਕਰਮ। ਗੁਣਾਂ ਤੋਂ ਜਿਹੜੀ ਸਿੱਖਿਆ ਮਿਲਦੀ ਉਹਨੂੰ ਹਿਰਦੇ ਵਿੱਚ ਧਾਰ ਕੇ ਆਪਣੇ ਤਨ ਦੇ ਰਾਹੀਂ ਉਹ ਨਿਰਮਲ ਕਰਮ ਕਰ। ਜਿਹੜੇ ਬੱਚੇ ਅੱਜ ਇਹ ਗੱਲ ਕਰਦੇ ਹਨ ਕਿ ਅਸੀਂ ਸਪਿਰਚੁਅਲ ਹਾਂ, ਅਸੀਂ ਸੱਚ ਬੋਲਦੇ ਹਾਂ ਜਾਂ ਅਸੀਂ ਅਧਿਆਤਮਿਕਤਾ ਦੇ ਪੜਾਅ ਤੇ ਚੱਲਦੇ ਹਾਂ, ਪਰ ਜਦੋਂ ਉਹਨਾਂ ਨੂੰ ਹਰ ਕੋ ਨਾਮ ਜਪ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਮੁਨਕਰ ਹੁੰਦੇ ਆ। ਅੱਜ ਦੀ ਪਨੀਰੀ ਜਿਹੜੀ ਹੈਗੀ ਆ ਉਹ ਉਦਮ ਕਰਕੇ ਰਾਜੀ ਨਹੀਂ, ਬਣਿਆ ਬਣਾਇਆ ਖਾਣ ਨੂੰ ਤੇਰ ਆ। ਕਿਉਂਕਿ ਜਦੋਂ ਜੀਵਨ ਦੇ ਪੜਾਅ ਦੇ ਵਿੱਚ ਸ਼ੁਰੂਆਤੀ ਕੰਮ ਕਰਨਾ ਹੈ ਤਾਂ ਉਹਦਾ ਫਲ ਮਿਲਣਾ ਹੈ। ਹੁਣ ਇਹ ਜਿਹੜੇ ਸਾਡੇ ਨਿਆਣੇ ਬੱਚੇ ਹੈਗੇ ਆ, ਇਹਨਾਂ ਨੂੰ ਬਣਿਆ ਬਣਾਇਆ ਫਲ ਮਿਲਦਾ ਪਿਆ ਸਾਰਾ ਕੁਝ। ਜਿਹੜਾ ਗਰੀਬ ਹੁੰਦਾ, ਜਦੋਂ ਉਹ ਗਰੀਬ ਨੂੰ ਕੁਝ ਮਿਲਦਾ ਨਹੀਂ, ਫਿਰ ਉਹ ਉਦਮ ਕਰਦਾ, ਉਦਮ ਕਰਕੇ ਉਹ ਫਲ ਪ੍ਰਾਪਤ ਕਰਦਾ, ਕੁਛ ਨਾ ਕੁਛ ਆਪਣੇ ਜੋਗਾ ਬਣਾ ਲੈਂਦਾ। ਜਿੰਨਾ ਚਿਕਰ ਇਹ ਜਿਹੜਾ ਜੀਵ ਹੈ ਗੁਣ ਲੈ ਕੇ ਪ੍ਰਮਾਤਮਾ ਦੀ ਸਿਫਤਲਾ ਕਰਕੇ ਗੁਣ ਨਹੀਂ ਲਵੇਗਾ, ਕਿਉਂਕਿ ਗੁਣ ਉਹਨੂੰ ਉੱਥੇ ਹੀ ਮਿਲਣੇ ਹਨ, ਉਹਨਾਂ ਚਿਕਰ ਸਪਿਰਚੁਅਲ ਨਹੀਂ ਹੋ ਸਕਦਾ, ਅਧਿਆਤਮਿਕਤਾ ਵਾਲਾ ਗੁਣ ਉਹਨਾਂ 'ਚ ਨਹੀਂ ਆ ਸਕਦਾ। ਇਸੇ ਕਰਕੇ ਕਿਉਂਕਿ ਨਿਰਮਲ ਕਰਮ ਤੇ ਹਰ ਕੋ ਨਾਮ ਜਪ, ਦੋਨੇ ਗੱਲਾਂ ਸਾਨੂੰ ਤਨ ਔਰ ਮਨ ਦੇ ਵਿੱਚ ਲੈ ਕੇ ਆਉਣੀਆਂ ਪੈਣੀਆਂ, ਤਾਂ ਜਾ ਕੇ ਸਪਿਰਚੁਅਲਤਾ ਅਧਿਆਤਮਿਕਤਾ ਮਿਲਦੀ ਆ। ਪਰ ਸਾਡਾ ਅੱਜ ਦਾ ਜਿਹੜਾ ਨੌਜਵਾਨ ਹੈ, ਰਾਤ ਨੂੰ 12 ਵਜੇ 1 ਵਜੇ ਜਾ ਕੇ ਸੌਂਦਾ ਤੇ 11 ਵਜੇ ਉੱਠਦਾ ਸਵੇਰੇ। ਉਹਨਾਂ ਦਾ ਆਪਣਾ ਉਦਮ ਬਿਲਕੁਲ ਨਹੀਂ ਹੈ, ਐਸ਼ਪ੍ਰਸਤੀ ਜ਼ਿੰਦਗੀ ਜੀਂਦੇ ਹਨ। ਬੜੇ ਬੜਿਆਂ ਦੇ ਕੋਈ ਵਿਰਲੇ ਵਾਂਝੇ ਹੀ ਹਨ ਜਿਹੜੇ ਉਦਮ ਕਰਕੇ ਹਰ ਕੋ ਨਾਮ ਜਪ ਕਰਦੇ ਹਨ, ਤੇ ਨਿਰਮਲ ਕਰਮ ਦੀ ਜਿਹੜੇ ਨਾਮ ਨਹੀਂ ਜਪਦੇ ਉਹ ਨਿਰਮਲ ਕਰਮ ਦੀ ਦੁਹਾਈ ਤਾਂ ਦਿੰਦੇ ਹੈ, ਪਰ ਉਹ ਨਿਰਮਲ ਕਰਮ ਲੈਂਦੇ ਕਿੱਥੋਂ ਆ? ਬਿਲਕੁਲ ਨਹੀਂ। ਠੀਕ ਹੈ, ਉਹਨਾਂ ਨੂੰ ਸੋਝੀ ਹੋ ਜਾਂਦੀ ਆ, ਗੁਣ ਕਹਿ ਗੁਣੀ ਸਮਾਵਣਿਆ, ਗੁਣ ਉਨਾ ਚਿਕਰ ਨਹੀਂ ਮਿਲਣੇ ਜਿੰਨਾ ਚਿਕਰ ਗੁਣਾਂ ਨੂੰ ਗਾਇਆ ਨਾ ਜਾਵੇ। ਜਿੰਨਾ ਚਿਕਰ ਜੀਵ ਗੁਰੂ ਦੀ ਸ਼ਰਨ ਨਹੀਂ ਪੈਂਦਾ ਉਹ ਗੁਣਾਂ ਦਾ ਧਾਰਨੀ ਨਹੀਂ ਹੋ ਸਕਦਾ। ਹਾਂ, ਜਾਣਕਾਰ ਜ਼ਰੂਰ ਬਣ ਸਕਦਾ, ਗੁਣ ਉਹਦੇ ਹਿਰਦੇ 'ਚ ਨਹੀਂ ਟਿਕਦੇ। ਗੁਰੂ ਹੀ ਇੱਕ ਐਸੀ ਹਸਤੀ ਹੈ ਜਿਹੜਾ ਗੁਣ ਗਾਉਂਦਾ, ਉਸ ਗੁਣ ਗਾਉਂਦਿਆਂ ਹੋਇਆਂ ਤੇ ਉਹ ਨਦਰ ਦੀ ਮਹਿਰਾਮਤ ਆਪਣੀ ਦਿੰਦਾ ਤੇ ਉਸ ਗੁਣਾਂ ਨੂੰ ਉਸਦੇ ਹਿਰਦੇ ਵਿੱਚ ਵਸਾਉਂਦਾ ਹੈ। ਜਿਹੜੀ ਜਨਰੇਸ਼ਨ ਅੱਜ ਦੀ ਹੈ ਉਹ ਇਹ ਕਰਮ ਨਹੀਂ ਕਰਦੀ, ਬਿਲਕੁਲ ਨਹੀਂ ਕਰਦੀ। ਮੈਂ ਨਹੀਂ ਦੇਖਦਾ, ਇੰਨੇ ਨੌਜਵਾਨ ਹੈਗੇ ਬਿਰਲੇ ਹਨ ਜਿਹੜੇ ਕੁਛ 1-ਅੱਧਾ% ਜਿਹੜੇ ਲੱਗਦੇ। ਇਸੇ ਕਰਕੇ ਉਹ ਧਰਮ ਦੇ ਵਿਖਾਵੇ ਤੋਂ, ਧਰਮ ਦਾ ਵਿਖਾਵੇ ਨੂੰ ਬਹਾਨਾ ਬਣਾ ਕੇ, ਕਿਉਂਕਿ ਸਾਡਾ ਧਰਮ ਦਾ ਵਿਖਾਵਾ ਸਾਨੂੰ ਧਰਮ ਕਹਿੰਦਾ ਹੀ ਨਹੀਂ ਹੈਗਾ, ਉਹ ਵੇਸ ਦਾ ਖੰਡਨ ਕਰਦਾ ਹੈ। ਧਰਮ ਦੇ ਵਿੱਚ ਬਾਣੇ ਦਾ ਕੋਈ ਪ੍ਰਮਾਣ ਨਹੀਂ ਹੈ, ਉਹ ਖੰਡਨ ਕੀਤਾ, ਮੰਡਨ ਨਹੀਂ ਹੈ, ਖੰਡਨ ਕੀਤਾ। ਇਸ ਕਰਕੇ ਜਿਨ੍ਹਾਂ ਨੇ ਬਾਣਾ ਬਣਾ ਕੇ ਧਰਮ ਬਣਾ ਦਿੱਤਾ, ਉਸਨੂੰ ਪੇਸ਼ ਕਰ ਦਿੱਤਾ ਹੈ, ਤੇ ਨਿਆਣਿਆਂ ਨੂੰ ਬਹਾਨਾ ਮਿਲ ਗਿਆ ਉਹਨੂੰ ਖੰਡਨ ਕਰਨ ਦਾ ਵੀ ਤੁਸੀਂ ਧਰਮੀ ਲੋਕ। ਉਹ ਵੀ ਸਾਡੇ ਕੱਪੜੇ ਦੇਖਦੇ ਆ ਵੀ ਜਿਹੜਾ ਕੱਪੜਿਆਂ ਵਾਲਾ ਭੇਖ ਵਾਲਾ ਬੰਦਾ ਹੈ, ਪੁੱਠੇ ਕੰਮ ਕਰਦਾ ਹੈ ਤੇ ਉਹ ਤੇ ਨਿਸ਼ਾਨਾ ਸਾਧਦਾ, ਜਿਹੜਾ ਕੱਪੜਿਆਂ ਤੋਂ ਬਿਨਾਂ ਪੁੱਠੇ ਕੰਮ ਕਰਦਾ ਹੈ ਉਹਨੂੰ ਕੋਈ ਦੇਖਦਾ ਹੀ ਨਹੀਂ। ਸੋ ਅੱਜ ਦੀ ਜਨਰੇਸ਼ਨ ਆਪਣੇ ਉਦਮ ਦੇ ਵਿੱਚ, ਸ਼ਰਮਖੰਡ ਦੇ ਵਿੱਚ ਬਹੁਤ ਪਿੱਛੇ ਹੈ। ਧਰਮਖੰਡ ਦਾ ਉਹਨਾਂ ਨੂੰ ਗਿਆਨ ਨਹੀਂ ਹੈ, ਧਰਮ ਹੈ ਕੀ ਚੀਜ਼। ਤੇ ਵਿਦਵਤਾ ਦੀ ਜ਼ਰੂਰ, ਸਪਿਰਚੁਅਲਿਟੀ ਦੀ ਜ਼ਰੂਰ ਗੱਲ ਕਰਦੇ ਆ। ਠੀਕ ਹੈ, ਕਈ ਅਜੀਬ ਜਿਹੜੇ ਬੱਚੇ ਜਿਹੜੇ ਹੈਗੇ ਆ ਵੀ ਹਾਂ ਅਧਿਆਤਮਕ ਭਾਵ ਸੱਚਾਈ ਵੱਲ ਜਾਂਦੇ ਹਨ, ਪਰ ਉਹ ਸੱਚਾਈ ਨੂੰ ਆਪਣੇ ਕਰਮਾਂ ਦੇ ਵਿੱਚ, ਅਮਲੀ ਜੀਵਨ ਵਿੱਚ ਲਿਆਉਣ 'ਚ ਵੀ ਬਹੁਤ ਪਿੱਛੇ ਹਨ। ਬੜੇ ਸਵਾਰਥੀ ਹਨ, ਹਰ ਕੰਮ ਲਈ ਆਪਣਾ ਲੋੜਦਾ, ਭੈਣ ਭਰਾ ਵੀ ਸਾਂਝ ਪਾ ਕੇ ਰਾਜੀ ਨਹੀਂ ਹੈ। ਇਹ ਸਿਰਫ ਨਵੀਂ ਜਨਰੇਸ਼ਨ ਦਾ ਬਹਾਨਾ ਧਰਮ ਤੋਂ, ਕਿਉਂਕਿ ਇਹ ਨਵੀਂ ਜਨਰੇਸ਼ਨ
ਰਸਾਂ ਕਸਾਂ ਦੇ ਵਿੱਚ ਜੀਵਨ ਤੋਂ ਲੈ ਕੇ ਬਚਪਨ ਜਨਮ ਤੋਂ ਲੈ ਕੇ ਕਿਹੜੇ ਪੜਾਅ ਦੇ ਵਿੱਚ ਉਹਨਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ। ਇੰਨੀਆਂ ਸਹੂਲਤਾਂ ਸਾਡੇ ਕੋਲ ਨਹੀਂ ਸੀ ਜਿੰਨੀਆਂ ਅੱਜ ਉਸ ਨਵੇਂ ਬੱਚੇ ਤੋਂ ਲੈ ਕੇ ਜਦ ਤੱਕ ਵੀ ਉਹਦਾ ਹੁਣ ਤੱਕ ਜੀਵਨ ਬਣ ਚੁੱਕਾ ਹੈ ਉਦੋਂ ਤੱਕ ਦਾ। तो धर्म तो बिना अध्यात्मिकता आ ही नहीं सकती। ये गुरबाणी का प्रमाण गुण कह गुणी समावने, जिन्ना चिकर गुणा नूं गावांगे नहीं गुण हिरदे च टिकने नहीं है। छिण भुंगर हुंदे हन, पता लग गया गल कर लई, जे कोई देखदा तां गल कर लई, नहीं देखदा तां ओही कर्म करते आ सारा। तो ये बहाना है। रंग लाउणा जे बच्चिआं नूं तो शुरू तो लाउणा पवेगा, नहीं तो ये बड़े होके बाद विच रंग नहीं इन्हां नूं चढ़ना। जिन्ना मर्जी जोर ला लो जी, कोई भागां वाला है। रंग लाउण दा इक्को एक होर मेरे आखिरी पॉइंट, रंग लाउण दा इक्को एक पॉइंट है, जे ओह जीव अपने तन दे नाल सेवा करन लग पैंदा, चाहे लोक भलाई दे काम हन ते चाहे गुरु दरबारां दे विच सांझे हथीं सेवा करन दे काम हन, तां उन्हां दा मन निर्मल पवित्र होवेगा ते पुत्र होण दे नाल गुरु दे सिद्धांत गुरमत विच गुणी सावणियां वाले सिद्धांत अपनाउण तां इन्हां दा जीवन जे रसां कसां विच जी इन्हां नूं वेल शुरू सेड तो ही रस मिल गए हन, ये अपना जीवन बर्बाद कर लैणगे। जी वेल सेड। वाहिगुरू जी का खालसा वाहिगुरू जी की बहुत बड़े अच्छे तरीके नाल विचार दिते वीर जी आप जी ने। हाँ, एक चीज सानू समझण दी लोड़ है, ਜਦੋਂ ਧਰਮ ਦੀ ਗੱਲ ਹੁੰਦੀ ਹੈ ਨਾ ਤੇ ਧਰਮ ਦੇ ਵਿੱਚ ਦਿਖਾਵੇ ਵਾਲਾ ਧਰਮ ਨਹੀਂ, ਧਰਮ ਦੇ ਜਿਹੜੇ ਮੁੱਢ ਸਿਧਾਂਤ ਹਨ ਉਸ ਦੇ ਬਾਬਤ ਗੱਲ ਹੁੰਦੀ ਹੈ। ਧੰਨਵਾਦ ਇਕਬਾਲ ਵੀਰ ਜੀ। नीनू सुक्सेना जी, आप जी प्लीज अपना शेयर करिए थे विचार। हाँ जी, मेरे हिसाब से तो जो ये बाहर के धर्म बनाए हैं ना, इसकी वजह से इतने ज्यादा झगड़े और इतने ज्यादा आपस में नफरत और बैर होती है कि सिर्फ हमें एक ही धर्म मानना चाहिए, वो इंसानियत का धर्म, कि सबका जो कॉमन है परमात्मा ने जो बनाया। और बानी में जो मुझे जो याद है, कहा है राती रोती थीती वार, पवन पानी अग्नि पताल, तिसवेश धरती थाप रखी धर्मसाल। जो धर्म है वो इंसान का शरीर है, हम इस शरीर से ही अपना धर्म कमा सकते हैं। तो धर्म की बजाय रिलीजियस होने के बजाय स्पिरिचुअल होना इसलिए भी ज्यादा, मतलब मेरे हिसाब से तो दोनों एक ही हैं। स्पिरिचुअल, हर कोई स्पिरिचुअल बीइंग हो सकता है। बाहर आउटर हम अगर छोड़ दें तो सब हमारे सारा सबको भगवान ने एक जैसा शरीर दिया है। अगर हम आउटर अपने धर्म छोड़ दें तो हम स्पिरिचुअल हो जाएं, तो मुझे लगता है कि ये जो धरती है वो और अच्छी बन जाएगी, सारे लड़ाई झगड़े खत्म हो जाएंगे। और जितना मैंने आज तक 1074 अंक तक गुरबानी पढ़ी है, मुझे कहीं भी धर्म गुरु नाम नहीं ही सुनाई दिया। हर जगह सतगुरु दिखाई दिया, गुरु या सतगुरु, ज्ञान या सच का ज्ञान। हर जगह मुझे अगर वर्ड मिला तो सतगुरु या गुरु, ज्ञान या सच का ज्ञान, कहीं धर्म का ज्ञान नहीं कि जो धर्म आपस में बांट दे, जो धर्म इंसान को इंसान से बांट दे, वो धर्म कहीं भी मुझे गुरबानी में नजर नहीं आया। और अगर हम ऐसे धर्म की बातें करेंगे कि ये धर्म वो धर्म, तो हम आपस में नफरत और कटुता लेंगे और प्रेम खत्म हो जाएगा, अंदर दिल में प्रेम खत्म हो जाएगा, तो हम परमात्मा को नहीं पा पाएंगे। हमें परमात्मा को पाने के लिए अपने मन में सिर्फ और सिर्फ हर एक के लिए प्रेम लाना होगा। और जब वो प्रेम आ जाएगा तो वो शायद परमात्मा अपने आप है ही अंदर, वो अपने आप दिख जाएगा। बस मैं इतना ही कहना चाहती हूँ कि रिलीजन, बच्चों को रिलीजन से जोड़ने से अच्छा बस इतना जोड़ लें कि हाँ, सारे इंसान एक ही हैं, उस परमात्मा के बनाए हुए हैं। और वो परमात्मा ने कोई भी धर्म नहीं बनाया, सिर्फ एक ही धर्म बनाया, इंसानियत। ये हमने बना दिए छोटे छोटे धर्म, और इसकी वजह से लड़ी जा रहे हैं और आपस में बटी जा रहे हैं। थैंक यू। वेल सेड मीनू जी, बहुत बहुत खूबसूरत बात की आपने, जिधर धर्म का परपस भी आप जी ने समझा दिता कि असल धर्म का परपस की सी कि असी सारे एक दूजे नाल प्रेम कर सकीए। लेकिन असी बाहरले भेख दे उत्ते लड़ाई झगड़ियां विच पै गए, बाहरले कर्म कांडां दे विच फस के असी फजूल दे झगड़ियां विच पै गए। हाँ, थैंक यू। गुरप्रीत वीर जी, आप जी कुछ कहना चाह रहे सी? वीर जी गल मैं भी ऐड करना चाहूंगा थोड़ी जी। हाँ जी प्लीज वीर जी, मैं सॉरी नाम नहीं थोड़ा देख पा रहा। हरप्रीत सिंह जी, जी प्लीज शेयर करो।
हेलो। हाँ जी हाँ जी वीर। जसविंदर सिंह बोल रहे हैं वीर जी, जसविंदर सिंह। अच्छा सॉरी जसविंदर वीर जी, प्लीज शेयर करो अपने व्यूज जी। ਮੇਰੇ ਖਿਆਲ ਨਾਲ ਜਿਹੜੇ ਗੁਰਦੁਆਰੇ ਨੇ, ਸੰਸਥਾਵਾਂ ਨੇ, ਪੂਨੇ ਵਾਲੇ ਵੀਰ ਜੀ ਨੇ ਬਹੁਤ ਸਹੀ ਦੱਸਿਆ, ਇਹ ਵੀ ਜ਼ਰੂਰੀ ਨੇ। ਔਰ ਜਿੰਨੇ ਜਿੰਨੇ ਖੋਜਣਾ ਹੈ, ਉਹ ਇੱਕ ਖੋਜ ਕਰਨ ਦੀ ਸ਼ੁਰੂਆਤ ਦੇ ਜਗ੍ਹਾ ਹੈ। ਇੱਥੋਂ ਦੀ ਸਾਨੂੰ ਸ਼ੁਰੂਆਤ ਹੋਣੀ ਹੈ, ਇੱਥੋਂ ਦੀ ਸਾਨੂੰ ਰੁਝਾਵ ਪੈਦਾ ਹੋਣਾ ਕਿ ਅਸੀਂ ਕਿਹੜੇ ਪਾਸੇ ਤੁਰਨਾ ਹੈ। ਔਰ ਜਿੰਨਾ ਜਿੰਨਾ ਕੋਈ ਗਹਿਰਾ ਜਾਏਗਾ, ਜਿੱਦਾਂ ਇਕਬਾਲ ਵੀਰ ਜੀ ਨੇ ਕਿਹਾ ਕਿ ਅਗਰ ਹੱਥੀਂ ਸੇਵਾ ਕਰੇਗਾ ਤੇ ਉਹਦੇ ਨਿਮਰਤਾ ਆਏਗੀ ਤੇ ਫਿਰ ਉਹ ਅਗਲੀ ਪੌੜੀ ਤੇ ਚੜਨ ਦੀ ਕੋਸ਼ਿਸ਼ ਕਰੇਗਾ। ਬਿਲਕੁਲ ਕਈ ਵਾਰ ਅਸੀਂ ਲੋਕ ਕਹਿ ਦਿੰਦੇ ਹਾਂ ਆਪਣੇ ਗਰੁੱਪ ਵਿੱਚ, ਕਈ ਵਾਰੀ ਚੱਲ ਜਾਂਦਾ ਕਿ ਗੁਰਦੁਆਰੇ ਕਈ ਕਰਮਕਾਂਡ ਨੇ, ਠੀਕ ਗੱਲ ਹੈ ਕਰਮਕਾਂਡ ਨੇ, ਲੇਕਿਨ ਕਰਮਕਾਂਡ ਉਹਦੀ ਉਹਨਾਂ ਨੂੰ ਕਦੋਂ ਪਤਾ ਲੱਗੇਗਾ, ਕਦੋਂ ਸੋਝੀ ਪਏਗੀ ਕਿ ਉਹ ਕਰਮਕਾਂਡ ਨੇ? ਜਦੋਂ ਬਾਰ-ਬਾਰ ਜਾਣਗੇ, ਜਦੋਂ ਗੁਰੂ ਨਾਲ ਪਿਆਰ ਪਏਗਾ, ਜਦੋਂ ਹੋਰ ਨੇੜਤਾ ਆਵੇਗੀ ਗੁਰੂ ਨਾਲ, ਜਦੋਂ ਗੁਰੂ ਨਾਲ ਨੇੜਤਾ ਆਵੇਗੀ, ਜਦੋਂ ਬਾਣੀ ਦਾ ਸਾਨੂੰ ਸਮਝ ਲੱਗੇਗੀ, ਜਦੋਂ ਸਾਡੇ ਅੰਦਰ ਨਿਵਾਸ ਹੋਏਗਾ, ਜਦੋਂ ਸਾਡੇ ਆਚਰਣ ਵਿੱਚ, ਜੀਵਨ ਵਿੱਚ ਉਹਦਾ ਬਦਲਾਵ ਆਏਗਾ। ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ, ਕੋਈ ਦੁਰਾਏ ਨਹੀਂ ਹੈ। ਅੱਖਾਂ ਵੇਖਣ ਦੇ ਨਜ਼ਰੀਏ 'ਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ, ਹੱਥਾਂ ਦੇ ਕੰਮ ਕਰਨ ਦੇ ਨਜ਼ਰੀਏ 'ਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ, ਪੈਰਾਂ ਦੇ ਚੱਲਣ ਦੇ ਉਹਦੇ 'ਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ, ਔਰ ਕਰਮ ਕਰਨ 'ਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ। ਡੈਫੀਨੇਟਲੀ ਆਉਂਦਾ ਹੈ, ਡੈਫੀਨੇਟਲੀ ਆਉਂਦਾ ਹੈ। ਔਰ ਨਿਮਰਤਾ ਵੀ ਗੁਰਦੁਆਰੇ ਜਾ ਕੇ ਆਉਂਦੀ ਹੈ ਕਿ ਉਹਦੇ 'ਚ, ਜਿੱਦਾਂ ਹੁਣ ਮੀਨੂ ਜੀ ਕਹਿ ਰਹੇ ਸੀ ਕਿ ਸਾਨੂੰ ਧਰਮ ਨੇ ਇਹ ਸਿਖਾਉਣਾ ਹੈ, ਇਹ ਸਿਖਾਉਣਾ ਹੈ, ਠੀਕ ਗੱਲ ਹੈ, ਸਿਖਾਉਣਾ ਹੈ, ਲੇਕਿਨ ਕੁਛ ਇਹਦਾ ਮਿਸਯੂਜ਼ ਕਰ ਜਾਂਦੇ ਨੇ, ਪਰਸਨਲ ਫਾਇਦੇ ਲਈ ਕੁਛ ਬੰਦੇ ਕਰ ਜਾਂਦੇ ਨੇ। ਔਰ ਇਹ ਸੰਸਾਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਜਿੱਦਾਂ ਹਰਵਿੰਦਰ ਵੀਰ ਜੀ ਪੂਰੇ ਵਾਲੇ ਕਹਿ ਰਹੇ ਸੀ। ਇਹਨਾਂ 'ਚ ਦੂਜੇ ਤਰ੍ਹਾਂ ਦੇ ਬੰਦੇ ਵੀ ਨੇ, ਉਹਨਾਂ ਨੇ ਵੀ ਜੀਣਾ ਹੈ। ਮਾਇਆ ਇਸੇ ਨੂੰ ਕਿਹਾ ਹੈ ਕਿਉਂਕਿ ਕੁਛ ਰੋਲ ਮਾਇਆ ਦਾ ਵੀ ਹੈ। ਕੋੜਾ ਹੈ ਤੇ ਮਿੱਠਾ ਹੈ, ਦਿਨ ਹੈ ਤੇ ਰਾਤ ਹੈ, ਪਿਆਰ ਹੈ ਤੇ ਗੁੱਸਾ ਹੈ। ਸੋ ਲੜਾਈ ਝਗੜੇ ਨੇ। ਸੋ ਗੁਰੂ ਨੇ ਦੋਨੋਂ ਚੀਜ਼ਾਂ ਬਣਾਈਆਂ ਨੇ, ਦਿਨ ਰਾਤ ਬਣਾਈਆਂ ਨੇ। ਸੋ ਇਹ ਹਰ ਚੀਜ਼ ਨੂੰ ਅਸੈਪਟ ਕਰਦੇ ਹੋਏ ਅੱਗੇ ਵਧਾਂਗੇ ਤਾਂ ਅਸੀਂ ਜ਼ਿਆਦਾ ਅੱਛੀ ਤਰ੍ਹਾਂ ਸਮਝ ਪਾਵਾਂਗੇ ਮੇਰੇ ਖਿਆਲ ਨਾਲ। ਕਹਿਣ ਨੂੰ ਬਹੁਤ ਸਾਰੀਆਂ ਹੋਰ ਗੱਲਾਂ ਨੇ, ਪਰ ਟਾਈਮ ਥੋੜਾ ਜਿਹਾ ਘੱਟ ਹੈ, ਥੋੜਾ ਜਿਹਾ ਹੋਰ ਮੇਰੇ ਕੋਲ ਸ਼ਬਦ ਘੱਟ ਨੇ ਤੇ ਇਹਦੇ ਲਈ ਮਾਫੀ। ਜੀ ਬਿਲਕੁਲ ਵੀਰ ਜੀ, ਆਪ ਜੀ ਜਿਹੜਾ ਕਹਿ ਰਹੇ ਹੋ ਬਿਲਕੁਲ ਬੈਲੈਂਸ ਕਰਨ ਦੀ ਲੋੜ ਹੈ ਹਰ ਪੱਖ ਤੋਂ, ਕਿਧਰੇ ਅਸੀਂ ਇੱਕ ਪਾਸੇ ਨਾ ਰਹਿ ਜਾਈਏ। ਗੁਰਪ੍ਰੀਤ ਵੀਰ ਜੀ ਆਪ ਜੀ ਕੁਝ ਕਹਿਣਾ ਚਾਹ ਰਹੇ ਸੀ, ਫਿਰ ਅਜੇ ਵੀਰ ਜੀ ਮੈਂ ਇਹ ਕਹਿਣਾ ਚਾਹ ਰਿਹਾ, ਸਾਰਿਆਂ ਨੇ ਬੜੇ ਅੱਛੇ ਵਿਚਾਰ ਦਿੱਤੇ ਨੇ ਇਸ ਬਾਰੇ, ਔਰ ਸਾਰਿਆਂ ਦੇ ਵਿਚਾਰ ਹੀ ਬੜੇ ਸੂਝਵਾਨ ਔਰ ਉਹਨਾਂ ਦੀ ਸੂਝਤਾ ਦਿਖਾ ਰਹੇ ਨੇ। ਪਰ ਬਸ ਇੱਕ ਇੰਨੀ ਜਿਹੀ ਗੱਲ ਹੀ ਕਰਨੀ ਹੈ ਕਿ ਜਿਨ੍ਹਾਂ ਦਾ ਐਕਚੁਅਲ ਧਰਮ ਦਾ ਜੋ ਪਰਪਸ ਸੀ ਨਾ, ਜਿਹੜੇ ਅਸੀਂ ਸਥਾਨ ਬਣਾਏ ਸੀ, ਇੰਸਟੀਟਿਊਸ਼ਨ ਬਣਾਏ ਸੀ, ਜਿਵੇਂ ਹਰਵਿੰਦਰ ਵੀਰ ਜੀ ਨੇ ਕਿਹਾ, ਉਹ ਇੰਸਟੀਟਿਊਸ਼ਨ ਔਰ ਸੰਸਥਾਨ, ਚਾਹੇ ਗੁਰਦੁਆਰੇ ਹੋਣ, ਚਾਹੇ ਮਸਜਿਦ ਹੋਣ, ਚਾਹੇ ਮੰਦਿਰ ਹੋਏ, ਉਹ ਆਪਣਾ ਕੰਮ ਛੱਡ ਕੇ ਦੂਜੇ ਕੰਮਾਂ 'ਚ ਪੈ ਗਏ। ਬੇਸਿਕਲੀ ਜਿਹੜਾ ਉਹਨਾਂ ਦਾ ਮਕਸਦ ਸੀ ਉਹ ਉਸ ਪਰਮਾਤਮਾ ਨਾਲ ਜੋੜਨ ਦਾ ਸੀਗਾ, ਲੇਕਿਨ ਉਹ ਆਪਣੇ ਨਾਲ ਹੀ ਜੁੜਨਾ ਸ਼ੁਰੂ ਹੋ ਗਏ ਸਾਰੇ। ਔਰ ਕੋਈ ਵੀ ਜਿਹੜਾ ਸੰਸਥਾਨ ਹੈ ਜਾਂ ਕੋਈ ਵੀ ਜਿਹੜਾ ਵਿਚਾਰਕ ਹੈ, ਬਜਾਏ ਉਹ ਪਰਮਾਤਮਾ ਤੇ ਜੋੜਨ ਦੇ ਆਪਣੀ ਗੱਲ ਕਰਦਾ ਔਰ ਆਪਣੇ ਨੂੰ ਅੱਗੇ ਲੈ ਆਉਂਦਾ, ਇੱਥੇ ਪ੍ਰੋਬਲਮ ਆਉਂਦੀ ਹੈ ਸਾਨੂੰ। ਜਦੋਂ ਗੁਰਬਾਣੀ ਵਿਚਾਰ ਦਿੰਦੀ ਹੈ ਨਾ ਕਿ ਸਤ ਸੰਗਤ ਕਿਤੇ ਕੈਸੇ ਜਾਣੀ, ਜਿੱਥੇ ਇੱਕੋ ਨਾਮ ਬਖਾਣੀ ਹੈ, ਅਸੀਂ ਉਸ ਸਿਰਫ ਅਗਰ ਇਸ ਫੋਕਸ ਇੱਥੇ ਹੀ ਹੋ ਜਾਏ ਵੀ ਧਰਮ ਕੀ ਹੈ, ਉਸ ਪਰਮਾਤਮਾ ਦੀ ਜਿਹੜੀ ਉਸਤਤ ਉਹੀ ਧਰਮ ਹੈ ਕੇਵਲ, ਉਹ ਚਾਹੇ ਕਿਸੇ ਭੇਖ ਵਿੱਚ ਹੋਏ, ਕਿਸੇ ਉਹਦੇ ਚ ਹੋਏ, ਉਹ ਉਸ ਤੋਂ ਇਲਾਵਾ ਹੋਰ ਕੋਈ ਧਰਮ ਨਹੀਂ ਹੈ। ਬਾਕੀ ਵੀਰ ਜੀ ਬਿਲਕੁਲ ਠੀਕ ਕਹਿ ਰਹੇ ਨਰਿੰਦਰ ਵੀਰ ਜੀ ਵੀ ਅਸੀਂ ਜਿਹੜੀਆਂ ਪਖੰਡ ਜਿਹੜਾ ਸਾਡੇ ਅੰਦਰ ਹਰ, ਮੈਂ ਖਾਲੀ ਆਪਣੇ ਨਹੀਂ ਕਹਿ ਰਿਹਾ, ਹਰ ਧਰਮ ਦੇ ਅੰਦਰ ਇਹੀ ਚੀਜ਼ ਹੈ। ਧਰਮ ਦੀ ਫਾਸਿਸਟ ਜਿਹੜਾ ਆ ਗਿਆ ਉਹ ਬਹੁਤ ਜ਼ਿਆਦਾ ਵਧੀ ਜਾ ਰਿਹਾ, ਔਰ ਅਸੀਂ ਧਰਮ ਦਾ ਮੂਲ ਜਿਹੜਾ ਉਹ ਖਤਮ ਹੋਈ ਜਾ ਰਿਹਾ ਦਿਨ ਬ ਦਿਨ। ਇਸੇ ਵਾਸਤੇ ਬੱਚੇ ਜਿਹੜੇ ਨੇ ਅੱਜ ਕੱਲ ਦਾ ਜਿਹੜਾ ਯੂਥ ਹੈ ਉਹ ਸਾਡੇ ਇਸ ਭੇਖ ਤੋਂ ਨਕਾਰਾ ਹੋ ਰਿਹਾ। ਔਰ ਠੀਕ ਗੱਲ ਕਹਿ ਰਹੇ ਨੇ ਕਿ ਸਪਿਰਿਚੁਅਲਿਟੀ ਜਿਹੜੀ ਉਹ ਅਲੱਗ ਹੁੰਦੀ ਜਾ ਰਹੀ ਹੈ, ਧਰਮ ਅਲੱਗ ਹੁੰਦਾ ਜਾ ਰਿਹਾ, ਜਦ ਕਿ ਸਪਿਰਿਚੁਅਲਿਟੀ ਵਾਸ ਅ ਪਾਰਟ ਆਫ ਰਿਲੀਜਨ। ਪਰ ਉਹ ਜਿਹੜਾ ਭੇਖ ਹੈ, ਜਿਹੜਾ ਪਖੰਡ ਹੈ, ਜਿਹੜਾ ਝੂਠ ਹੈ, ਉਹਦੀ ਵਜ੍ਹਾ ਨਾਲ ਇਹ ਦੋਨਾਂ ਦੇ ਅੰਦਰ ਡਿਫਰੈਂਸ ਆਉਣਾ ਸ਼ੁਰੂ ਹੋ ਗਿਆ। ਔਰ ਬਸ ਇੱਕ ਪ੍ਰੋਬਲਮ ਜੀ ਹੈ ਹੀ ਹੈ। ਅਸੀਂ ਹੁਣ nobody can help it, ਕੋਈ ਵੀ ਸਾਡੀ ਸੰਸਥਾਵਾਂ ਜਿਹੜੀਆਂ ਐਸਜੀਪੀਸੀ ਹੋਏ, ਕੋਈ ਵੀ ਹੋਏ, ਸਭ ਉਹ ਜਿਤਨਾ ਮੈਨੂਪਲੇਟ ਹੋ ਚੁੱਕੇ ਹਨ, ਜਿੰਨਾ ਮੈਨੂਪਲੇਸ਼ਨ ਉਹਨਾਂ ਦਾ ਵਿੱਚ ਚੱਲਦਾ ਪਿਆ, ਉਹ ਬਿਯੋਂਡ ਮਤਲਬ ਰਿਪੇਅਰ ਲੱਗ ਰਿਹਾ ਜੀ। ਵੈਲ ਸੈਡ ਗੁਰਪ੍ਰੀਤ ਜੀ। ਕਿਧਰੇ ਨਾ ਕਿਧਰੇ ਅਸੀਂ ਧਿਆਨ ਦੇਈਏ, ਵੋਟ ਬੈਂਕ ਦਾ ਵੀ ਬੜਾ ਵੱਡਾ ਹੱਥ ਤੇ ਅਸੀਂ ਵੀ ਗਿਣਤੀਆਂ 'ਚ ਪੈ ਗਏ, ਕਿਉਂਕਿ ਜਦ ਤੱਕ ਵੋਟਾਂ ਯਾਦਾਂ ਨਾ ਹੋਣ ਤਦ ਤੱਕ ਅਥਾਰਟੀ ਨਹੀਂ ਮਿਲਦੀ, ਔਰ ਜਦ ਤੱਕ ਅਥਾਰਟੀ ਨਾ ਮਿਲੇ ਤਦ ਤੱਕ ਇੰਝ ਕਹਿ ਲਈਏ ਕਿ ਆਪਣੇ ਕੰਮ ਬਣਦੇ ਨਹੀਂ, ਤੇ ਹਰ ਬੰਦਾ ਆਪਣੀ ਆਪਣੀ ਕੌਮ ਦੀ ਗਿਣਤੀ ਵਧਾਉਣ ਤੇ ਲੱਗ ਗਿਆ। ਧੰਨਵਾਦ ਗੁਰਪ੍ਰੀਤ ਜੀ। ਜੀ ਅਵਨੀਤ ਕੌਰ ਜੀ, ਆਪ ਜੀ ਕੁਝ ਸਵਾਲ ਪਾਣਾ ਚਾਹ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੀ ਪ੍ਰੋਬਲਮ ਅੱਜ ਕੱਲ੍ਹ ਅਸੀਂ ਬੱਚਿਆਂ ਨਾਲ ਫੇਸ ਕਰ ਰਹੇ ਆਪਣੇ ਘਰਾਂ, ਮੈਨੂੰ ਇਹ ਲੱਗਦਾ ਉਹਦੇ ਲਈ ਅਸੀਂ ਆਪ ਰਿਸਪੋਂਸਿਬਲ ਹੈਗੇ ਆ। ਪਹਿਲੇ ਜਿਹੜਾ ਸਿਸਟਮ ਹੁੰਦਾ ਸੀਗਾ ਉਹ ਜੁਆਇੰਟ ਫੈਮਿਲੀਜ਼ ਦਾ ਹੁੰਦਾ ਸੀਗਾ, ਜਿਹਦੇ ਬੱਚੇ ਪਰਿਵਾਰ ਦੀ ਨਿੱਘ
ਪਲਦੇ ਵੱਧਦੇ ਸੀਗੇ, ਦਾਦਾ ਦਾਦੀ ਚਾਚਾ ਚਾਚੀ, ਔਰ ਉਹਨਾਂ ਤੋਂ ਕਾਫੀ ਜ਼ਿਆਦਾ ਵੈਲਿਊ ਸਿਸਟਮ ਅਡਾਪਟ ਕਰਦੇ ਸੀਗੇ। ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਅਸੀਂ ਲੋਕ ਆਪ ਆਪਣੀ ਡਿਊਟੀਜ਼ ਔਰ ਰਿਸਪॉन्सिबिलिटीज ਤੋਂ ਦੌੜਨ ਲੱਗ ਗਏ ਔਰ ਅਸੀਂ ਨਿਊਕਲੀਅਰ ਸੈਟਅਪ ਨੂੰ ਅਡਾਪਟ ਕਰ ਲਿੱਤਾ। ਜਿਹਦੇ ਬੱਚੇ ਨੇ ਜਦ ਇਹ ਚੀਜ਼ ਦੇਖੀ ਕਿ ਡਿਊਟੀਜ਼ ਔਰ ਰਿਸਪॉन्सिबिलिटीज ਆਉਂਦੀਆਂ ਬਿਗ ਫੈਮਿਲੀ, ਤੇ ਉਹ ਵੀ ਕਿਤੇ ਨਾ ਕਿਤੇ ਉਹ ਐਸਕੇਪਿਜ਼ਮ ਵਾਲੀ ਫੀਲਿੰਗ ਉਹਨਾਂ ਨੇ ਅਡਾਪਟ ਕਰ ਲਈ ਨਾਲ ਹੀ। ਤੇ ਜਦ ਬੱਚਾ ਵੱਡਾ ਹੁੰਦਾ ਹੈ ਅਸੀਂ ਉਹਨੂੰ ਦੇਖਣਾ ਸ਼ੁਰੂ ਕਰਦੇ ਹਾਂ ਉਹਦੇ ਵਾਸਤੇ ਇੱਕ ਅੱਛਾ ਸਕੂਲ। ਜਿਹੜੇ ਆਪਣੇ ਸਕੂਲ ਸੀਗੇ ਸਾਡੇ, ਉਹ ਟਾਈਮ ਦੇ ਹਿਸਾਬ ਨਾਲ ਉਹ ਸਟੈਂਡਰਡ ਨਹੀਂ ਮੇਨਟੇਨ ਕਰ ਪਾਏ ਆਪਣਾ, ਤੇ ਅਸੀਂ ਲੱਭਦੇ ਹਾਂ ਬੱਚੇ ਲਈ ਉੱਚੇ ਵੱਡੇ ਪਬਲਿਕ ਸਕੂਲ, ਇੰਗਲਿਸ਼ ਮੀਡੀਅਮ ਸਕੂਲਸ ਐਂਡ ਕਨਵੈਂਟ ਸਕੂਲ, ਤੇ ਉੱਥੇ ਬੱਚੇ ਨੇ ਕੀ ਸਿੱਖਣਾ ਹੈਗਾ। ਉਹਦੇ ਨਾਲ ਦੇ ਜਿਹੜੇ ਸਾਥੀ ਹੈਗੇ ਉਹ ਸਾਰੀ ਕੁਝ ਮਟੀਰੀਅਲਿਸਟਿਕ ਵੈਲਿਊਜ਼ ਬੱਚੇ ਨੂੰ ਦਿੰਦੇ ਹੈਗੇ। ਬੱਚਾ ਦੇਖਦਾ ਹੈ ਕਿ ਓਪਨਲੀ ਹੁੱਕਾ ਪਾਰਟੀਜ਼ ਹੋ ਰਹੀਆਂ, ਉੱਥੇ ਬੱਚੇ ਡਰਿੰਕ ਕਰ ਰਹੇ ਹੈਗੇ, ਤੇ ਉਹੀਓ ਸਭ ਬੱਚੇ ਨੇ ਅਡੈਪਟ ਕਰਨਾ ਹੈਗਾ। ਉਹਦੇ ਬਾਅਦ ਅਗਰ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਏ ਤੇ ਉਹ ਪ੍ਰੇਰਨਾ ਕਿੱਥੋਂ ਮਿਲਣੀ ਹੈ, ਉਸਨੂੰ ਘਰੋਂ ਹੀ ਮਿਲਣੀ ਹੈਗੀ ਹੈ। ਤੇ ਘਰ ਵਿੱਚ ਜਾਂ ਤੇ ਉਹ ਵੈਲਿਊਜ਼ ਮਾਂ ਪਿਓ ਜ਼ਿੰਮੇਵਾਰੀ ਲੈਣ ਕਿ ਬੱਚੇ ਵਿੱਚ ਉਹ ਵੈਲਿਊਜ਼ ਇਨਕਲਕੇਟ ਕੀਤੀਆਂ ਜਾਣ ਬਚਪਨ ਤੋਂ ਹੀ। ਉਹਦੇ ਲਈ ਬੱਚੇ ਨੂੰ ਉਹ ਮਾਹੌਲ ਚਾਹੀਦਾ ਹੈ ਘਰ ਜਿੱਥੇ ਮਾਂ ਪਿਓ ਖੁਦ ਆਪ ਸਿੱਖੀ ਨਾਲ ਜੁੜੇ ਹੋਏ ਹੋਣ, ਗੁਰਮਤ ਵੈਲਿਊਜ਼, ਸਹਿਜ ਪਾਠ, ਇਹ ਸਭ ਅਗਰ ਬੱਚੇ ਨੂੰ ਮਿਲੇਗਾ ਘਰ ਜੋ ਪਹਿਲੇ ਦਾਦਾ ਦਾਦੀ ਸਾਰੀ ਪੂਰੀ ਫੈਮਿਲੀ ਇਨਕਲਕੇਟ ਕਰਦੀ ਸੀਗੀ, ਉਹ ਹੁਣ ਪੂਰੀ ਰਿਸਪॉन्सिबिलिटी ਨਿਊਕਲੀਅਰ ਸੈਟਅਪ ਤੇ ਆ ਜਾਂਦੀ ਹੈ। ਤੇ ਪੇਰੈਂਟਸ ਆਪਣੇ ਕੰਮਾਂ 'ਚ ਇੰਨੇ ਉਲਝੇ ਹੋਏ ਹੁੰਦੇ ਹੈਗੇ, ਤੇ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਉਹ ਇਸ ਕਰਕੇ ਕਹਿੰਦੀ ਕਿ ਅਸੀਂ ਸਪਿਰਿਚੁਅਲ ਹੈਗੇ ਹਾਂ, ਕਿਉਂਕਿ ਰਿਲੀਜਨ ਜਿਹੜਾ ਹੈਗਾ ਉਹ ਕੁਝ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ ਆਉਂਦਾ ਹੈ, ਤੇ ਉਸ ਬੈਗੇਜ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਜਿਵੇਂ ਬੱਚਿਆਂ ਨੂੰ ਕੇਸ ਰੱਖਣੇ ਹੈਗੇ, ਜਾਂ ਬੱਚਿਆਂ ਨੇ ਨਿਤਨੇਮ ਦੀ ਬਾਣੀਆਂ ਪੜ੍ਹਨੀਆਂ ਜਾਂ ਪਾਠ ਨੂੰ ਸਮਝਣਾ ਪੜ੍ਹਨਾ ਹੈਗਾ, ਤੇ ਉਹਨਾਂ ਕੋਲ ਅੱਜ ਕੱਲ੍ਹ ਟਾਈਮ ਨਹੀਂ ਹੈਗਾ ਉਹਨਾਂ ਚੀਜ਼ਾਂ ਵਾਸਤੇ, ਤੇ ਉਹ ਬਾਗੀ ਹੋ ਜਾਂਦੇ ਨੇ। ਉਹ ਕਹਿੰਦੇ ਹੈਗੇ ਨਾ ਅਸੀਂ ਰੂਲਸ ਰੈਗੂਲੇਸ਼ਨਸ ਦਾ ਕੀ ਕਰੀਏ। ਠੀਕ ਹੈ, ਅਸੀਂ ਰੱਬ ਦੀ ਹੋਣ ਨੂੰ ਮੰਨਦੇ ਹੈਗੇ ਹਾਂ, ਦੈਟ ਇਜ਼ ਵਾਈ ਦੇ ਸੇ ਵੀ ਆਰ ਸਪਿਰਿਚੁਅਲ ਬਟ ਵੀ ਡੋਂਟ ਬਿਲੀਵ ਇਨ ਅ ਰਿਲੀਜਨ। ਸਿੱਖੀ ਸਾਡੇ ਦਿਲ ਵਿੱਚ ਹੈਗੀ, ਲੇਕਿਨ ਜ਼ਰੂਰੀ ਨਹੀਂ ਹੈ ਕਿ ਉਹ ਬਾਹਰ ਵੀ ਪ੍ਰਗਟਾਵਾ ਕਰੀਏ ਕਿ ਅਸੀਂ ਕੇਸ ਰੱਖੀਏ ਜਾਂ ਇਸ ਤਰ੍ਹਾਂ ਦੀ ਕਈ ਚੀਜ਼ਾਂ ਬੱਚੇ ਸਾਨੂੰ ਜਵਾਬ ਮੰਗਦੇ ਹੈਗੇ। ਆਈ ਥਿੰਕ ਸੋ ਇਸ ਪ੍ਰੋਬਲਮ ਲਈ ਅਸੀਂ ਆਪ ਰਿਸਪॉन्सिबल ਹੈਗੇ। ਧੰਨਵਾਦ। ਦੁਨਿਆਵੀ ਪੱਖ ਵੀ ਅਮਨੀਤ ਕੌਰ ਜੀ ਆਪ ਜੀ ਨੇ ਰੱਖਿਆ, ਜਿਸ ਵਜ੍ਹਾ ਕਰਕੇ ਕਿਉਂ ਬੱਚੇ ਮੁਨੱਕਰ ਹੋ ਜਾਂਦੇ ਹਨ। ਧੰਨਵਾਦ ਆਪ ਜੀ ਦਾ। ਹੁਣ ਫਾਈਨਲ ਪੂਆ ਜੀ ਆਪ ਜੀ ਪਲੀਜ਼ ਸ਼ੇਅਰ ਬਾਏ ਜੀ। ਸਾਡਾ ਸਮਾਂ ਬਹੁਤ ਲੈ ਲਿਆ, ਸਾਰਿਆਂ ਦੇ ਕੋਲੋਂ ਮਾਫੀ ਚਾਹੁੰਦੇ ਹਾਂ, ਪਰ ਵਿਸ਼ਾ ਡਿਸਕਸ਼ਨ ਐਸੀ ਚੱਲ ਰਹੀ ਸੀ ਜਿਸ ਨੂੰ ਅਸੀਂ ਰੋਕ ਨਹੀਂ ਸਕਦੇ ਸੀ। ਜੀ ਪੂਆ ਜੀ। ਦਿਸ ਇਜ਼ ਅ ਵੈਰੀ ਬਿਗ ਪ੍ਰੋਬਲਮ। ਅੱਜ ਕੱਲ ਦੇ ਬੱਚਿਆਂ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਗਈ ਹੈ ਕਿ we are spiritual but we are not religious. What is religion? Religion is man created. It is a package of discipline. ਪਰ ਧਿਆਨ ਦੇਣਾ ਕਿ ਜਦੋਂ discipline of there's a package of discipline, ਸਾਡਾ ਸਭ ਤੋਂ ਉੱਪਰਲਾ ਜਿਹੜਾ discipline ਹੈਗਾ ਕਿ ਹਰ ਮਜ਼ਹਬ ਦੇ ਵਿੱਚ ਹਰ ਨੂੰ ਗ੍ਰੰਥ ਜ਼ਰੂਰ ਮਿਲਿਆ। ਉਸ ਗ੍ਰੰਥ ਦੇ ਅੰਦਰ spirituality ਹੈ। What is spirituality? Spirituality is the direct connection with the oneness. Is a direct connection with the oneness. That means a direct connection with the oneness ਕਿੱਥੋਂ ਮਿਲਦੀ ਹੈ? ਸਾਨੂੰ ਆਪਣੇ ਗ੍ਰੰਥਾਂ ਵਿੱਚ ਮਿਲਦੀ ਹੈ। ਗ੍ਰੰਥ comes under the discipline of every religion. ਅੱਜ ਫॉर एग्जांपल ਤੁਸੀਂ ਦੇਖ ਲਓ ਸਿੱਖ ਮਜ਼ਹਬ ਦੇ ਵਿੱਚ ਸਾਡੇ ਆਪਣੇ ਇੱਕ ਡਿਸਪਲਿਨਸ ਹੈਗੇ। ਹਰ ਮਜ਼ਹਬ ਦੇ ਆਪਣੇ ਆਪਣੇ ਡਿਸਪਲਿਨ ਹੈਗੇ। ਅਸੀਂ ਆਪਣੇ ਡਿਸਪਲਿਨਸ ਵਿੱਚ ਅਸੀਂ ਉਸਨੂੰ ਰਿਚੁਅਲਸ ਫਾਰਮ ਵਿੱਚ ਬਣਾ ਕੇ ਕਰਮ ਕਾਂਡਾਂ ਵਿੱਚ ਕਰਕੇ ਫੈਨੈਟਿਜ਼ਮ ਵਿੱਚ ਲਿਆ ਕੇ ਬੱਚੇ ਥਿੜ ਗਏ। ਬੱਚਿਆਂ ਨੇ ਇਹ ਚੀਜ਼ਾਂ ਦੇਖਣ ਦੇ ਨਾਲ ਉਹਨਾਂ ਨੇ ਕੀ ਕੀਤਾ? they have separated the religion and spirituality. They have separated it up. ਜਦੋਂ spirituality comes in the religion, in every religion there is spirituality. ਜਦੋਂ ਤੁਸੀਂ ਆਪਣੇ religion ਦੇ discipline ਨੂੰ follow ਕਰਦੇ 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 ਤੁਸੀਂ ਉਸੇ ਨੂੰ perform ਕਰਦਿਆਂ ਕਰਦਿਆਂ ਤੁਸੀਂ ਇੱਕ ਨਾਲ ਜੁੜਨਾ ਸੀ। That was spirituality. Totally in line with the oneness. But because ਸਾਡੇ ਜਿਤਨੇ ਵੀ ਕਰਮ ਕਾਂਡ, ਜਿਤਨੇ ਵੀ ਫੈਨੈਟਿਜ਼ਮ, ਜਿਤਨੇ ਵੀ ਸਾਡੇ ਰਿਚੁਅਲਸ ਹਨ, ਬੱਚਿਆਂ ਨੇ ਦੇਖ ਕੇ ਉਹ ਪਿੱਛੇ ਹਟ ਗਏ। They separated religion from spirituality. ਹੁਣ ਅਗਰ ਅਸੀਂ ਕਹੀਏ ਕਿ spirituality ਕਿਵੇਂ, ਬੱਚੇ ਕਹਿੰਦੇ we are very spiritual, ਅਸੀਂ ਝੂਠ ਨਹੀਂ ਬੋਲਦੇ, ਅਸੀਂ ਸਾਰਿਆਂ ਦਾ ਕਿਸੇ ਮਨ ਨਹੀਂ ਦੁਖਾਉਂਦੇ, ਅਸੀਂ ਸੇਵਾ ਕਰਦੇ ਹਾਂ। They are wrong. They are wrong. A spiritual person, an enlightened spiritual person will always be very religious.
but it is not necessary a person following a religion will be spiritual. क्योंकि ਜਿਹੜਾ ਬੰਦਾ ਇੱਕ ਰਿਲੀਜਨ ਨੂੰ ਫੋਲੋ ਕਰੇ, ਡਿਸਪਲਿਨ ਨੂੰ ਫੋਲੋ ਕਰਿਆ, ਉਹ ਆਪਣੇ ਗ੍ਰੰਥ ਤੱਕ ਪਹੁੰਚਦਾ ਹੀ ਨਹੀਂ। ਉਹਦੀ ਇਨਫੋਰਮੇਸ਼ਨ ਲੈ ਕੇ ਅੰਦਰ ਦੀ ਜਰਨੀ ਸ਼ੁਰੂ ਹੀ ਨਹੀਂ ਕਰਦਾ, ਉਹ ਉੱਥੇ ਤੱਕ ਹੀ ਰਹਿ ਗਿਆ। ਪਰ ਜਿਹੜਾ ਸਪਿਰਿਚੁਅਲ ਪਰਸਨ ਹੋਏਗਾ, ਜਿਹਦੇ ਅੰਦਰ ਦੀ ਇਨਲਾਈਟਨਮੈਂਟ ਜੋ ਇੱਕ ਦੇ ਨਾਲ ਜੁੜਿਆ ਹੈ, ਉਹ ਆਪਣੇ ਮਜ਼ਹਬ ਦੇ ਮੂਲ ਦੇ ਨਾਲ ਜ਼ਰੂਰ ਜੁੜਿਆ ਹੋਏਗਾ। So you cannot say that a spiritual person does not have to be religious. No, a spiritual person, actually enlightened spirituality means that the person अपने मूल दे नाल जुड़िया है। जदों वो मूल दे नाल जुड़िया, उस एक दे नाल जुड़िया है, उसके अंदर इतनी enlightenment होती है, उधर इतना निर्वैर निरपाव, इतना अंदर खेड़ा होता है कि वो अपने मजहब दे नाल प्यार करता है। But he does not get into fanatism. वो fanatism विच नहीं जाएगा, और rituals विच नहीं जाएगा। He'll be very calculating because he has got the internal journey through the Granths. और ग्रंथ दे विच ये सारियां चीज़ां नूं सानू दूर कर दे, भुलेखे भरम सब दूर कर दे। Enlightenment means that तुसी इन्ना परमा विचों, इन्ना भुलेखियां विचों, delusions and illusions and doubts विचों निकल के उस एक दे नाल रहो। Then they have the full knowledge कि जो इस संसार दे विच जेरे भी लोग इन फैनेटिज्म दे विच, जो भी जेरे लोग है जो एक मजहब दे के रिचुअल्स दे विच लगे हुए हैं, ओ निरपाव होके they will just leave it. आजकल दे बच्चे why do they, वो क्यों कहते, मेन प्रॉब्लम यही है कि बच्चे अपने केस कटा देंगे। We are not religious but we are spiritual. अगर उन बच्चों को पूछिएगा अगर you are spiritual, कि spirituality सिखाती है कि if you are in line with the oneness and you are full of love, in total acceptance, total surrender, spirituality means in line with the oneness where there is total acceptance, total surrender, कि तुमने अपने शरीर द टोटल एक्सेप्टेंस सी, तो अपने शरीर नो नहीं एक्सेप्ट कर पाया, तो where will you say that there is spirituality? अगर तेरे इस काम करन दे नाल तू अपने बुजुर्गां माता पिता ना तू दिल दुखाया, ते केड़ी स्पिरिचुअलिटी हैगी है? स्पिरिचुअलिटी दा अर्थ ही गलत है। आजकल दा एक फंडा बन गया स्पिरिचुअलिटी, these are spiritual classes, but do you know the weight? Spirituality is the internal journey of every human being. Let it be Islam, let it be the Hinduism, let it be Christianity, let it be the Sikhism, कोई भी मजहब दा होवे, the internal journey जरी है, which we call the spirituality, it is called the universal religion. But उत्थे तक जान वास्ते you have to go through your religion. सिख बच्चा अपने मजहब दे डिसिप्लिन नु फॉलो करके अपने अंदर दी स्पिरिचुअलिटी तक जान, इंटरनल जर्नी विच जाके वो एक यूनिवर्सल रिलीजन में पहुंचेगा, जिथे एक नाल पहुंचेगा, जिथे उथे कोई मजहब नहीं है। फिर बच्चा ने वंड दिता स्पिरिचुअलिटी और रिलीजन नु वंड दिता, क्यों? They are making an excuse. They don't want to do the path, they don't want to listen to the Bani, they don't want to go to the Gurdwara, they don't want to go for any type of these religious classes and all. Oh, look, and they know we are just spiritual. They are using this as an excuse. पर गलती उन्हां दी भी नहीं है, क्योंकि असी लोगों ने भी इतना फैनेटिज्म विच आ गया, इतना ज्यादा रिचुअल्स विच आ गया, इतने कर्म कांडा विच आ गया कि बच्चे भी शो देखे करन। आजकल दे बच्चे जेरे आगे जिन्हां दे 12 DNAs खुले, the children who have been totally now, we call them the crystal babies and the indigo babies, they want answers. उन्हां नू आंसर्स ठीक मिले, उन्हां दी समझ विच पूरी कैलकुलेशन विच आवे, बच्चे जरूर फॉलो करन, ओ हाली भटके होए, भुल्ले होए। इस करके कह देंदे we are not religious but we are very spiritual. So we have to change the system. The main thing is that we have to change the system. Let it be the system of the house, let it be system of the Gurdwara. बच्चे डरदे हैं, असी आज अगर बच्चे नु कहंदे हैं कि जपजी साहिब दा पाठ करन, doesn't matter, एक पौड़ी करो, doesn't matter, listen to it, understand, work the whole day. ते दूसरे जेरे वो डर जाते नहीं जी असी ते पूरा जपजी साहिब दा पाठ कर, असी इतना डर के करदे हैं कि बच्चे कहंदे की लेना देना, let's be out of it. So we have separated religion from spirituality. So a spiritual enlightened person will definitely be a very religious person.
But a religious person following a religion is not necessary he will be a spiritual enlightenment. Hanji. Waji, I would say you have hit the nail. बिल्कुल बहुत सोने विचार रखे, दिल कर रहा सी आप बोली जाओ तो ऐसी सुनी जाइए। बड़े सोने विचार आप जी ने रखने किते। हाँ, और बिल्कुल ਅਸੀਂ ਸਾਨੂੰ ਵੈਸੇ ਧਿਆਨ ਦੇਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਜਗਤ ਗੁਰੂ ਕਹਿੰਦੇ ਆ। ਅਗਰ ਕੋਈ ਮੁਸਲਮਾਨ, ਅਗਰ ਕੋਈ ਹਿੰਦੂ, ਅਗਰ ਕੋਈ ਕ੍ਰਿਸਚੀਅਨ, ਅਗਰ ਕੋਈ ਸਿੱਖ ਵੀ ਨਾਲ ਐਡ ਕਰ ਰਿਹਾ ਮੈਂ, ਅਗਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੱਡੀ ਕਰੇ ਤੇ ਉਹ ਚੰਗਾ ਮੁਸਲਮਾਨ, ਚੰਗਾ ਹਿੰਦੂ, ਚੰਗਾ ਕ੍ਰਿਸਚੀਅਨ, ਚੰਗਾ ਸਿੱਖ ਬਣ ਸਕਦਾ ਹੈ। Yes, absolutely right. You're right. Absolutely right. ਅਸੀਂ ਸਿੱਖਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੱਡੀ ਨਹੀਂ ਕੀਤਾ, ਇਸ ਲਈ ਅਸੀਂ ਚੰਗੇ ਸਿੱਖ ਵੀ ਨਹੀਂ ਬਣ ਪਾ ਰਹੇ। ਤੇ ਬਹੁਤ ਸੋਹਣੇ ਵਿਚਾਰ ਆਪ ਜੀ ਨੇ ਰੱਖਣੇ ਕੀਤੇ ਹਨ। ਹਰਵਿੰਦਰ ਵੀਰ ਜੀ ਬੜੇ ਦਿਨਾਂ ਬਾਅਦ ਜੁਆਇਨ ਕੀਤਾ, ਹੈਂਡ ਰੇਸ ਕਰ ਰਹੇ ਹਨ ਤੇ ਮੈਂ ਹਰਵਿੰਦਰ ਵੀਰ ਜੀ ਆਪ ਜੀ ਆਪਣੀ ਅਨਮਿਊਟ ਕਰ ਸਕਦੇ ਹੋ ਆਪ ਜੀ। ਗੁਰਵਿੰਦਰ ਵੀਰ ਜੀ ਨੇ ਵੀ ਕੀਤਾ, ਸਮਾਂ ਬਹੁਤ ਜ਼ਿਆਦਾ ਹੋ ਗਿਆ। ਅਵਲੀਨ ਸਿੰਘ ਜੀ ਲਾਰੈਂਸ ਰੋਡ ਤੋਂ, ਉਹਨਾਂ ਨੇ ਇੱਕ ਸਵਾਲ ਪੁੱਛਣਾ ਕੀਤਾ ਹੈ ਤੇ ਉਹਨਾਂ ਦਾ ਸਵਾਲ ਕੱਲ ਲੈਣਾ। ਉਹ ਸਵਾਲ ਦੀ ਵੀ ਬੜੀ ਵੱਡੀ ਡਿਸਕਸ਼ਨ ਮੰਗਦਾ। ਉਹਨਾਂ ਨੇ ਵੀ ਸਵਾਲ ਮੈਂ ਅੱਜ ਹੀ ਰੱਖਦਾ ਸਾਰੇ ਵੀਰਾਂ ਭੈਣਾਂ ਵੱਲ ਕਿ ਗੁਰੂ ਗ੍ਰੰਥ ਸਾਹਿਬ ਉਸ ਪਰਮਾਤਮਾ ਤੋਂ ਜੋ ਚੀਜ਼ ਤੋੜੇ ਉਹ ਮਾਇਆ ਹੈ। ਕਹਿਣ ਨੂੰ ਤੇ ਬੜਾ ਸੌਖਾ ਜਿਹਾ ਸਵਾਲ ਹੈ ਪਰ ਇਹ ਬਹੁਤ ਜ਼ਿਆਦਾ ਡਿਟੇਲ ਮੰਗਦਾ ਹੈ। ਤੇ ਅਵਲੀਨ ਜੀ ਕੱਲ ਤੁਹਾਡਾ ਸਵਾਲ ਜ਼ਰੂਰ ਲੈ ਲਿੱਤਾ ਜਾਏਗਾ। ਹਰਵਿੰਦਰ ਵੀਰ ਜੀ ਬਿਲਕੁਲ ਸ਼ਾਰਟ ਵਿੱਚ ਆਪ ਜੀ ਪਲੀਜ਼ ਆਪਣੇ ਵਿਚਾਰ ਰੱਖਿਆ ਜੇ। ਗੁਰਵਿੰਦਰ ਵੀਰ ਜੀ ਆਪ ਜੀ ਨੇ ਵੀ ਵਿਚਾਰ ਇੱਕ ਮਿੰਟ ਦਾ ਪਲੀਜ਼, ਕਿਉਂਕਿ ਸਮਾਂ ਬਹੁਤ ਹੋ ਗਿਆ। ਹਾਂਜੀ ਜੀ ਅਰਵਿੰਦ ਜੀ, ਹਰਵਿੰਦਰ ਵੀਰ ਜੀ। ਵੀਰ ਜੀ ਭੂਆ ਜੀ ਨੇ ਇੱਕ ਬਹੁਤ ਅੱਛਾ ਕੁਐਸਚਨ ਰੇਜ਼ ਕੀਤਾ, ਆਪਣਾ ਸੁਜੈਸ਼ਨ ਦਿੱਤਾ ਹੈ ਕਿ ਜੋ ਹੇਅਰ ਦੇ ਬਾਰੇ, ਵਾਲਾਂ ਦੇ ਬਾਰੇ ਜੋ ਸਿੱਖੀਜ਼ਮ ਦੇ ਵਿੱਚ ਹੈ, ਇਹਦੇ ਬਾਰੇ ਇੱਕ ਪੂਰੀ ਕਲਾਸ ਹੋਣੀ ਚਾਹੀਦੀ ਹੈ ਸਿੱਖੀਜ਼ਮ ਦੇ ਵਿੱਚ। ਜੋ ਸਾਡੇ ਮੇਰੇ ਖਿਆਲ ਨਾਲ ਹਰਮਿੰਦਰ ਵੀਰ ਜੀ ਸਿੱਖੀਜ਼ਮ ਦੀ ਜਗ੍ਹਾ ਅਗਰ ਅਸੀਂ ਸਪਿਰਿਚੁਅਲ ਔਰ ਰਿਲੀਜਨ ਉੱਤੇ ਕਰ ਦਈਏ ਨਾ, ਉਹਦੇ ਵਿੱਚ ਹੀ ਸਭ ਕੁਝ ਕਵਰ ਆ ਜਾਣਗੇ। ਜਿਹੜਾ ਸਾਡੇ ਵਾਲ ਇਹਨਾਂ ਨੇ ਕਿਹਾ ਨਾ ਕਿ ਵਾਲ ਕਟਾ ਲੈਂਦੇ ਨੇ, ਇਹ ਬਹੁਤ ਅੱਛਾ ਸੁਜੈਸ਼ਨ ਇਹਨਾਂ ਨੇ ਦਿੱਤਾ ਹੈ। ਮੈਂ ਬਹੁਤ ਅੱਛੀ ਤਰ੍ਹਾਂ ਸਮਝ ਗਿਆ ਇਹਨਾਂ ਨੂੰ ਕਿ ਇਹਨਾਂ ਨੇ ਜੋ ਸਾਨੂੰ ਇੱਕ ਸੰਦੇਸ਼ ਦਿੱਤਾ ਹੈ, ਇੱਕ ਬਹੁਤ ਵੱਡਾ ਸੰਦੇਸ਼ ਹੈਗਾ। ਜੀ ਜੀ ਜੀ, ਥੈਂਕ ਯੂ ਹਰਮਿੰਦਰ ਵੀਰ ਜੀ। ਤੁਹਾਨੂੰ ਮਿਸ ਕਰੀਦਾ, ਜ਼ਰੂਰ ਜੁਆਇਨ ਕੀਤਾ ਕਰੋ, ਰੋਜ਼ਾਨਾ ਜੁਆਇਨ ਕੀਤਾ ਕਰੋ। ਜੀ ਗੁਰਵਿੰਦਰ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ। ਬਸ ਅੱਜ ਦੀ ਡਿਸਕਸ਼ਨ ਬੜੀ ਅੱਛੀ ਗੁਰਬਾਣੀ ਦੀ ਵਿਚਾਰ ਚੱਲ ਰਹੀ ਸੀ, ਮਗਰ ਚਲਦੇ ਚਲਦੇ ਜਿਹੜਾ ਇਹ ਕੁਐਸਚਨ ਆ ਗਿਆ ਸਪਿਰਿਚੁਅਲ ਤੇ ਉਹਦਾ, ਇਹ ਬਹੁਤ ਅੱਛਾ ਵਿਸ਼ੇ ਹੈ ਉਹ ਜੋ ਅੱਜ ਕੱਲ੍ਹ ਦੀ ਕਰੰਟ ਹੈ। ਮੈਂ ਇੱਕ ਸੁਜੈਸ਼ਨ ਚਾਹਾਂਗਾ ਭੂਆ ਜੀ ਕੋਲੋਂ ਕਿ ਇਹਦੇ ਉੱਤੇ ਇੱਕ ਦਿਨ ਦਾ ਜਿਹੜਾ ਹੈਗਾ ਨਾ, ਇਹਨੂੰ ਟੌਪਿਕ ਲੈ ਕੇ ਪੂਰਾ ਹੋਰ ਇਕੱਠਾ ਕਰਕੇ ਇਹਨੂੰ ਕਰਨ, ਜਿਹਦੇ ਨਾਲ ਕਿ ਆਉਣ ਵਾਲੀ ਸਾਡੀ ਪੀੜ੍ਹੀ ਜਿਹੜੀ ਹੈਗੀ ਉਹ ਵੀ ਇਸ ਨੂੰ ਸਮਝੇ। ਅਸੀਂ ਬੱਚਿਆਂ ਨੂੰ ਨਾਲ ਬਿਠਾਈਏ, ਸੈਸ਼ਨ ਲਈਏ ਇੱਕ ਪ੍ਰੋਪਰ, ਜਿਸ ਤਰ੍ਹਾਂ ਸੰਡੇ ਦਾ ਸੈਸ਼ਨ ਲੈਂਦੇ ਨੇ ਭੂਆ ਜੀ।